ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਇਹ ਸਤਸੰਗ ਅਸੀਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅੱਜ ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਹ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ, ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਔਰ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਅੱਜ ਇਹਨਾਂ ਨੇ ਬੇਨਤੀ ਕਰਕੇ ਸਮਾਂ ਲਿਆ ਤਾਂ ਫਿਰ ਹੀ ਸਾਨੂੰ ਸਾਰਿਆਂ ਨੂੰ ਇਹ ਮੌਕਾ ਮਿਲਿਆ ਹੈ। ਇਹ ਤਾਂ ਜ਼ਰਾ ਸੋਚੋ, ਇਹ ਖੇਤ ਤਾਂ ਪਹਿਲਾਂ ਵੀ ਇੱਥੇ ਸੀ, ਪਰ ਪਹਿਲਾਂ ਕੋਈ ਆ ਕੇ ਬੈਠਦਾ ਸੀ ਇੱਦਾਂ? ਅੱਜ ਕਿਉਂ ਬੈਠੇ ਆ ਇੱਥੇ? ਸਤਸੰਗ ਦਾ ਆਨੰਦ ਲੈਣ ਵਾਸਤੇ, ਕਿਉਂਕਿ ਸਤਸੰਗ ਦੇ ਵਿੱਚ ਬਹਿ ਕੇ ਤਾਂ ਉਹ ਸੱਚੇ ਰੱਬ ਨਾਲ, ਉਸ ਮਾਲਿਕ ਪਰਮਾਤਮਾ ਪ੍ਰਭੂ ਦੇ ਨਾਲ ਇਨਸਾਨ ਦੇ ਹਿਰਦੇ ਦੀ ਤਾਰ ਜੁੜਦੀ ਹੈ। ਇਸ ਲਈ ਜਦੋਂ ਕੋਈ ਵੀ ਪਰਿਵਾਰ ਸਤਸੰਗ ਕਰਵਾਉਂਦਾ ਹੈ ਤਾਂ ਉਹ ਪਰਿਵਾਰ ਇੱਕ ਬਹੁਤ ਨੇਕ ਉਪਰਾਲਾ ਕਰਦਾ ਹੈ, ਕਿਉਂਕਿ ਬਹੁਤ ਵਾਰ ਅਸੀਂ ਦੇਖਿਆ ਹੈ ਕਿ ਸਤਸੰਗ ਵਿੱਚ ਆ ਕੇ ਬੈਠਣ ਦੇ ਨਾਲ ਹੀ, ਸਤਸੰਗ ਸੁਣਨ ਦੇ ਨਾਲ ਹੀ ਇਨਸਾਨ ਦੀ ਜ਼ਿੰਦਗੀ, ਇਨਸਾਨ ਦਾ ਜੀਵਨ ਬਦਲ ਜਾਂਦਾ ਹੈ। ਔਰ ਅੱਜ ਇਸ ਪਰਿਵਾਰ ਨੇ ਇਹ ਸਤਸੰਗ ਦਾ ਸਮਾਂ ਲਿਆ ਤਾਂ ਅੱਜ ਉਸ ਮਾਲਿਕ ਦੀ ਰਹਿਮਤ ਨੇ, ਉਹ ਮਾਲਿਕ ਦੀ ਕਿਰਪਾ ਨੇ ਕਿਹਦੇ ਜੀਵਨ ਨੂੰ ਬਦਲ ਦੇਣਾ ਹੈ ਤਾਂ ਉਹੀ ਜਾਣਦਾ ਹੈ। ਇਸ ਲਈ ਇਸ ਪਰਿਵਾਰ ਨੇ ਇਹ ਬਹੁਤ ਨੇਕ ਉਪਰਾਲਾ ਕੀਤਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਵਾਸਤੇ ਉਸ ਮਾਲਿਕ ਦੇ ਚਰਨਾਂ 'ਚ, ਉਸ ਪ੍ਰਮਾਤਮਾ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਕਿਉਂਕਿ ਪਹਿਲਾਂ ਇਹਨਾਂ ਵਾਸਤੇ ਬੇਨਤੀ ਕਰ ਲਈਏ, ਫਿਰ ਸਤਸੰਗ ਨੂੰ ਅੱਗੇ ਲੈ ਕੇ ਚੱਲਾਂਗੇ। ਫਿਰ ਸਤਸੰਗ ਦਾ ਆਨੰਦ ਲੈਣੀ ਆਏ ਨਾ ਸਾਰੇ ਅਸੀਂ, ਤਾਂ ਫਿਕਰ ਨਾ ਕਰੋ, ਆਨੰਦ ਲੈ ਕੇ ਜਾਣਾ ਹੈ। ਸਮਝਦੇ ਹੋ ਕਿ ਨਹੀਂ? ਆਨੰਦ ਦੇ ਕੇ ਭੇਜਣਾ ਹੈ ਤੁਹਾਨੂੰ ਅਸੀਂ, ਕਿਉਂਕਿ ਅਸੀਂ ਕਈ ਵਾਰ ਦੱਸੀ ਤਾਂ ਮਜ਼ਾ ਇਹ ਆਉਂਦਾ ਹੈ ਕਿ ਜਦੋਂ ਬੰਦਾ ਸਤਸੰਗ 'ਚ ਆਵੇ ਤਾਂ ਉਹਦੇ ਹਾਲਾਤ ਕੁਝ ਹੋਰ ਹੋਣ, ਤਾਂ ਜਦੋਂ ਜਾਵੇ ਤਾਂ ਉਹਦੀ ਹਾਲਤ ਕੁਝ ਹੋਰ ਹੋ ਜਾਵੇ। ਬੰਦਾ ਵੀ ਕਹੇ ਵਾਕਈ ਸਤਸੰਗ 'ਚ ਜਾ ਕੇ ਮੈਂ એનર્ਜੀ ਨਾਲ ਭਰ ਗਿਆ, ਊਰਜਾ ਨਾਲ ਭਰ ਗਿਆ, ਖੁਸ਼ੀਆਂ ਨਾਲ ਭਰ ਗਿਆ, ਆਨੰਦ ਨਾਲ ਭਰ ਗਿਆ। ਕਿਉਂਕਿ ਜੇ ਆਨੰਦ ਦੇ ਕੋਲ ਆ ਕੇ ਆਨੰਦਿਤ ਨਾ ਹੋਏ, ਫੁੱਲਾਂ ਦੇ ਕੋਲ ਜਾ ਕੇ ਉਹਦੀ ਮਹਿਕ ਦਾ ਫਾਇਦਾ ਨਾ ਉਠਾਇਆ, ਤਾਂ ਫਿਰ ਫੁੱਲਾਂ ਕੋਲ ਜਾਣ ਦੀ ਲੋੜ, ਤਾਂ ਸਮਝ ਲਓ ਫਾਇਦਾ ਹੀ ਕੋਈ ਨਹੀਂ ਹੋਇਆ। ਇਸੇ ਤਰ੍ਹਾਂ ਸਤਸੰਗ ਵੀ ਇੱਕ ਆਨੰਦ ਦਾ ਉਹ ਸਾਗਰ ਹੁੰਦਾ ਹੈ ਕਿ ਜੋ ਵੀ ਆ ਜਾਂਦਾ ਹੈ ਨਾ, ਫਿਰ ਪੂਰੀ ਤਰ੍ਹਾਂ ਭਰਪੂਰ ਹੋ ਕੇ ਜਾਂਦਾ ਹੈ। ਔਰ ਅੱਜ ਮਨ 'ਚ ਇਹ ਸੋਚ ਕੇ ਬੈਠੋ ਕਿ ਮੈਂ ਵੀ ਖਾਲੀ ਨਹੀਂ ਜਾਣਾ, ਭਰਪੂਰ ਹੋ ਕੇ ਜਾਣਾ ਹੈ। ਸੋ ਇਸ ਤੋਂ ਪਹਿਲਾਂ ਕਿ ਉਹ ਭਰਪੂਰਤਾ ਦੀ ਤਰਫ ਚਲੀਏ, ਇਸ ਪਰਿਵਾਰ ਵਾਸਤੇ ਉਸ ਮਾਲਿਕ ਦੇ ਚਰਨਾਂ 'ਚ ਬੇਨਤੀ ਕਰੀਏ ਰਲ ਕੇ ਕਿ ਮਾਲਿਕ ਇਸ ਘਰ ਪਰਿਵਾਰ ਨੂੰ ਖੁਸ਼ੀਆਂ ਨਾਲ, ਰਹਿਮਤਾਂ ਨਾਲ, ਬਰਕਤਾਂ ਨਾਲ ਭਰਪੂਰ ਰੱਖਣ। ਆਉਣ ਵਾਲਾ ਸਮਾਂ ਇਹਨਾਂ ਵਾਸਤੇ ਹੋਰ ਵੀ ਖੁਸ਼ੀਆਂ ਭਰਿਆ ਹੋਵੇ, ਔਰ ਜਿਸ ਤਰ੍ਹਾਂ ਅੱਜ ਖੁਸ਼ੀਆਂ 'ਚ ਇਹਨਾਂ ਨੇ ਸਤਸੰਗ ਕਰਵਾਇਆ ਹੈ, ਮਾਲਕ ਇਹਨਾਂ ਨੂੰ ਖੁਸ਼ੀਆਂ ਦਿੰਦੇ ਰਹਿਣ ਤਾਂ ਕਿ ਹਰ ਸਾਲ ਇਹ ਸਤਸੰਗ ਕਰਵਾਉਂਦੇ ਹੀ ਰਹਿਣ, ਔਰ ਸਾਨੂੰ ਵੀ ਇੱਦਾਂ ਹੀ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਦਾ ਰਹੇ। ਹੁਣ ਦੇਖੋ, ਜੇ ਇਹਨਾਂ ਵਾਸਤੇ ਮੰਗੂਗੇ ਤਾਂ ਫਾਇਦਾ ਤੁਹਾਨੂੰ ਵੀ ਹੋਣਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਸੰਤ ਤੁਲਸੀਦਾਸ ਦੀ ਇੱਥੇ ਬਾਣੀ ਦਾ ਇੱਕ ਸ਼ਬਦ ਸਾਨੂੰ ਯਾਦ ਆ ਗਿਆ ਕਿ ਸੰਤ ਤੁਲਸੀਦਾਸ ਆਪਣੀ ਬਾਣੀ 'ਚ ਬੜਾ ਪਿਆਰਾ ਕਹਿੰਦੇ ਹੈ। ਸੰਤ ਤੁਲਸੀਦਾਸ ਕੀ ਕਹਿੰਦੇ? ਪਰ ਇੱਕ ਲਫ਼ਜ਼ ਨੂੰ ਗੌਰ ਨਾਲ ਸਮਝਣਾ। ਸੰਤ ਤੁਲਸੀਦਾਸ ਦਾ ਨਾਮ ਤਾਂ ਸੁਣਿਆ ਨਾ ਤੁਸੀਂ? ਹੁਣ ਸੰਤ ਤੁਲਸੀਦਾਸ ਆਪਣੇ ਸ਼ਬਦਾਂ 'ਚ ਦੱਸਦੇ ਹੈ ਕਿ ਤੁਲਸੀ ਕਹੇ ਪੁਕਾਰ ਕੇ, ਤੁਲਸੀ ਕਹੇ ਪੁਕਾਰ ਕੇ ਸਭੀ ਸੁਨੋ ਧਰ ਧਿਆਨ। ਸੰਤ ਤੁਲਸੀਦਾਸ ਕਹਿੰਦੇ ਮੈਂ ਪੂਰੀ ਜ਼ੋਰ ਨਾਲ ਪੁਕਾਰ ਕੇ ਕਹਿ ਰਿਹਾ, ਸਾਰੇ ਗੱਲ ਧਿਆਨ ਨਾਲ ਸੁਣ ਲਓ। ਕਿਉਂਕਿ ਜਦੋਂ ਕੋਈ ਜ਼ਰੂਰੀ ਗੱਲ ਹੁੰਦੀ ਨਾ, ਬੰਦਾ ਕਹਿੰਦਾ ਹੈ ਧਿਆਨ ਨਾਲ ਸੁਣੋ। ਤੁਸੀਂ ਵੀ ਦੇਖਦੇ ਹੋ ਨਾ ਪਿੰਡਾਂ 'ਚ ਕੀ ਹੁੰਦਾ ਹੈ, ਜਦੋਂ ਕੋਈ ਜ਼ਰੂਰੀ ਗੱਲ ਹੁੰਦੀ ਹੈ ਤਾਂ ਅਨਾਉਂਸਮੈਂਟ ਹੋ ਜਾਂਦੀ ਗੁਰੂ ਘਰ ਦੇ ਅੰਦਰ ਕਿ ਭਾਈ ਪਿੰਡ ਵਿੱਚ ਆਹ ਚੀਜ਼ ਹੋ ਰਹੀ ਹੈ, ਇੱਥੇ ਲੰਗਰ ਬਣ ਰਿਹਾ ਹੈ, ਜਾਂ ਇੱਥੇ ਆਹ ਚੀਜ਼ ਆਣੀ ਹੈ, ਜਾਂ ਡੀਪੂ ਦੇ ਵਿੱਚ ਰਾਸ਼ਨ ਆ ਗਿਆ, ਆ ਕੇ ਪਿੰਡ ਵਾਲੇ ਲੈ ਲਓ, ਜਾਂ ਕੋਈ ਵੀ ਸੂਚਨਾ ਹੁੰਦੀ ਹੈ ਜ਼ਰੂਰੀ ਤਾਂ ਉਹ ਐਲਾਨ ਕੀਤਾ ਜਾਂਦਾ। ਇਹ ਨਹੀਂ ਕਿ ਘਰ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਂਦੀ ਹੈ, ਇਸ ਤਰ੍ਹਾਂ ਐਲਾਨ ਕੀਤਾ ਜਾਂਦਾ ਹੈ ਕਿ ਪੂਰੇ ਨਗਰ ਨੂੰ ਪਤਾ ਲੱਗ ਜਾਵੇ ਕਿ ਕੋਈ ਜ਼ਰੂਰੀ ਚੀਜ਼ ਉਹਨਾਂ ਦੇ ਫਾਇਦੇ ਵਾਲੀ ਹੈ। ਹੋ ਜਾਂਦਾ ਕਿ ਨਹੀਂ? ਇਸ ਪਿੰਡ 'ਚ ਅਨਾਉਂਸਮੈਂਟ ਹੁੰਦੀ ਕਿ ਨਹੀਂ? ਜਵਾਬ ਦਿਓ ਸਾਨੂੰ, ਕਿਉਂਕਿ ਕਾਂਟੀਆਂ 'ਚ ਤਾਂ ਬਹੁਤ ਅਨਾਉਂਸਮੈਂਟ ਹੁੰਦੀ ਹੈ ਕਿ ਟੀਕੇ ਲੱਗਣ ਵਾਲੇ ਕਰੋਨਾ ਦੇ ਆ ਜਾਓ, ਆ ਫਲਾਨਾ ਆ ਗਿਆ ਜੀ, ਡੀਪੂ ਤੇ ਰਾਸ਼ਨ ਪਹੁੰਚ ਗਿਆ, ਸਾਰੇ ਪਿੰਡ ਵਾਲੇ ਪਹੁੰਚ ਜਾਣ। ਯਾਨੀ ਇਦਾਂ ਦੀਆਂ ਕਈ ਜ਼ਰੂਰੀ ਸੂਚਨਾਵਾਂ ਹੁੰਦੀਆਂ ਜਿਹੜੀਆਂ ਸਪੀਕਰ ਦੇ ਵਿੱਚ ਬੋਲ ਕੇ ਦੱਸੀ ਜਾਂਦੀ ਹੈ ਤਾਂ ਕਿ ਕੋਈ ਰਹਿ ਨਾ ਜਾਵੇ। ਹੁਣ ਸੰਤ ਤੁਲਸੀਦਾਸ ਵੀ ਪੁਕਾਰ ਕੇ ਕਹਿ ਰਹੇ ਹੈ। ਹੁਣ ਜਦੋਂ ਇੱਕ ਸੰਤ ਗੁਰੂ ਰਹਿਬਰ ਕਿਸੇ ਚੀਜ਼ ਨੂੰ ਪੁਕਾਰ ਕੇ ਕਹਿੰਦੇ ਆ ਤਾਂ ਜਰਾ ਆਪ ਸੋਚੋ ਕਿ ਉਹਦਾ ਸਾਡੇ ਜੀਵਨ 'ਚ ਕਿੰਨਾ ਹੋਣਾ ਜ਼ਰੂਰੀ ਹੈ, ਉਹਦਾ ਸਾਨੂੰ ਲਾਭ ਕੀ ਹੋਏਗਾ। ਕਿਉਂਕਿ ਕਿਹੜੀ ਚੀਜ਼ ਕਿੰਨੀ ਲਾਭਦਾਇਕ ਹੈ ਨਾ, ਇਹ ਕਹਿਣ ਵਾਲੇ ਤੋਂ ਹੀ ਪਤਾ ਲੱਗ ਜਾਂਦਾ ਹੈ। ਜੇ ਛੋਟਾ ਮੋਟਾ ਬੰਦਾ ਕਵੇ ਤਾਂ ਫਿਰ ਬੰਦਾ ਕਹਿੰਦਾ ਲੈ ਇਦਾਂ ਦੇ ਤਾਂ ਕਈ ਆਉਂਦੇ ਆ ਕਹਿ ਕੇ ਚਲੇ ਜਾਂਦੇ ਆ, ਪਰ ਜਦੋਂ ਕੋਈ ਪੀਰ ਫਕੀਰ ਗੁਰੂ ਰਹਿਬਰ ਕਵੇ, ਉਹਨਾਂ ਦੇ ਮੁਖ ਤੋਂ ਕੋਈ ਬਚਨ ਨਿਕਲੇ
ਤਾਂ ਫਿਰ ਇਹਦਾ ਮਤਲਬ ਹੈ ਇਹ ਗੱਲ ਮਾਮੂਲੀ ਨਹੀਂ ਹੋ ਸਕਦੀ, ਇਹ ਗੱਲ ਖਾਸ ਹੈ। ਔਰ ਕਈ ਵਾਰ ਅਸੀਂ ਦੱਸਿਆ ਹੈ ਕਿ ਜਦੋਂ ਇਨਸਾਨ ਉਹ ਖਾਸ ਗੱਲਾਂ ਨੂੰ ਪਕੜ ਲੈਂਦਾ ਹੈ, ਸਮਝ ਲੈਂਦਾ ਹੈ ਔਰ ਉਸ ਤੇ ਅਮਲ ਕਰਦਾ ਹੈ, ਤਾਂ ਫਿਰ ਇਨਸਾਨ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਹੁਣ ਹੁੰਦਾ ਹੈ ਨਾ, ਇੱਕ ਡਿਸਟ੍ਰਿਕਟ ਦਾ ਡੀਸੀ ਕੁਝ ਕਹਿ ਦੇਵੇ ਤਾਂ ਉਹਦੀ ਵੀ ਇੱਕ ਅਹਿਮੀਅਤ ਹੁੰਦੀ ਹੈ। ਇੱਕ ਦੇਸ਼ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਕੁਝ ਕਹਿ ਦੇਵੇ ਤਾਂ ਉਹਦੀ ਇੱਕ ਅਹਿਮੀਅਤ ਹੁੰਦੀ ਹੈ। ਤਾਂ ਫਿਰ ਜਦੋਂ ਗੱਲ ਹੀ ਸੰਤਾਂ ਦੀ ਆ ਜਾਂਦੀ ਹੈ, ਜਾਂ ਰੱਬ ਦੇ ਘਰ ਦੀ ਆ ਜਾਂਦੀ ਹੈ, ਜਾਂ ਪ੍ਰਮਾਤਮਾ ਦੀ ਆ ਜਾਂਦੀ ਹੈ, ਫਿਰ ਤਾਂ ਗੱਲ ਬਹੁਤ ਬੜੀ ਹੋ ਜਾਂਦੀ ਹੈ। ਕਿਉਂਕਿ ਜਿੱਥੇ ਜਿਹੜਾ ਰੁਤਬਾ ਸੰਤਾਂ, ਫਕੀਰਾਂ, ਗੁਰੂਆਂ, ਰਹਿਬਰਾਂ ਦਾ ਹੁੰਦਾ ਹੈ, ਉੱਥੇ ਕਿਸੇ ਪ੍ਰਧਾਨ ਮੰਤਰੀ, ਕਿਸੇ ਰਾਸ਼ਟਰਪਤੀ ਨੇ ਕੀ ਪਹੁੰਚਣਾ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਇੱਕ ਸਰਕਾਰ ਉਹ ਹੁੰਦੀ ਜਿਹੜੀ 5 ਸਾਲ ਬਾਅਦ ਬਦਲ ਜਾਂਦੀ ਹੈ, ਪਰ ਇੱਕ ਉਹ ਸੱਚੀ ਸਰਕਾਰ ਹੈ ਜਿਹੜੀ ਨਾ ਕਦੀ ਬਦਲੀ ਹੈ ਤਾਂ ਨਾ ਹੀ ਕਦੀ ਬਦਲ ਸਕਦੀ ਹੈ। ਇਸ ਲਈ ਵਿਸ਼ਵਾਸ ਰੱਖੀਏ ਤਾਂ ਉਹ ਸਰਕਾਰ ਤੇ ਰੱਖੀਏ ਜੋ ਸਦਾ, ਜਿੱਦਾਂ ਗੁਰਬਾਣੀ ਕਹਿੰਦੀ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਤੇ ਨਾਨਕ ਹੋਸੀ ਵੀ ਸੱਚ। ਅਗਰ ਯਕੀਨ ਰੱਖੀਏ ਤਾਂ ਉਹ ਤੇ ਰੱਖੀਏ ਜਿਹੜਾ ਨਾ ਕਦੀ ਬਦਲਿਆ ਤਾਂ ਨਾ ਹੀ ਕਦੀ ਬਦਲ ਸਕਦਾ ਹੈ। ਇਸ ਲਈ ਤਾਂ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਉਹਦੇ ਨਾਲ ਜੁੜ ਗਿਆ ਨਾ, ਤਾਂ ਫਿਰ ਉਹਦੇ ਜੀਵਨ 'ਚ ਕਮੀ ਵੀ ਕੋਈ ਨਹੀਂ ਰਹਿੰਦੀ। ਇਸ ਲਈ ਸੰਤ ਤੁਲਸੀਦਾਸ ਕਹਿ ਰਹੇ ਹੈ, ਤੁਲਸੀ ਕਹੇ ਪੁਕਾਰ ਕੇ ਸਭੀ ਸੁਨੋ ਧਰ ਧਿਆਨ। ਕਹਿੰਦੇ ਮੈਂ ਪੁਕਾਰ ਕੇ ਕਹਿ ਰਿਹਾ, ਸਾਰੇ ਧਿਆਨ ਨਾਲ ਗੱਲ ਸੁਣ ਲਓ। ਔਰ ਫਿਰ ਕੀ ਕਿਹਾ ਅਗਲੀ ਲਾਈਨ ਦੇ ਵਿੱਚ, ਜਰਾ ਸਮਝਣਾ ਅਗਲੀ ਲਾਈਨ 'ਚ ਕੀ ਦੱਸ ਰਿਹਾ ਸੰਤ ਤੁਲਸੀ। तुलसी कहे पुकार के सभी सुनो धर ध्यान, सत संगत में लाभ बहुत दूर गयो बड़ी हान। ਹੁਣ ਜਰਾ ਗੌਰ ਕਰਨਾ ਸੰਤ ਤੁਲਸੀਦਾਸ ਕੀ ਦੱਸਦੇ ਹੈ। ਉਹ ਦੱਸਦੇ ਹੈ, ਐ ਪਿਆਰਿਆ, ਜੇ ਤੈਨੂੰ ਇਹ ਜ਼ਿੰਦਗੀ ਮਿਲੀ ਹੈ, ਜੀਵਨ ਮਿਲਿਆ ਹੈ, ਤੇ ਇੱਕ ਗੱਲ ਸੁਣ ਲੈ ਧਿਆਨ ਦੇ ਕੇ ਕਿ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਜੁੜ ਕੇ ਰਹੇਗਾ, ਉਹਦੇ ਨੇੜੇ ਰਹੇਗਾ, ਤਾਂ ਤੈਨੂੰ ਜੀਵਨ 'ਚ ਸਦਾ ਲਾਭ ਹੁੰਦਾ ਰਹੇਗਾ। ਤਾਂ ਜੇ ਤੂੰ ਉਸੇ ਚੀਜ਼ ਤੋਂ ਦੂਰ ਚਲਾ ਗਿਆ ਤਾਂ ਦੂਰ ਗਿਓ ਬੜੀ ਹਾਨ। ਹਾਨ ਦਾ ਮਤਲਬ ਹੁੰਦਾ ਹਾਨੀ, ਨੁਕਸਾਨ। ਫਿਰ ਤੇਰੇ ਜੀਵਨ 'ਚ ਉਹ ਘਾਟੇ ਪੈ ਜਾਣਗੇ, ਉਹ ਨੁਕਸਾਨ ਹੋ ਜਾਣਗੇ ਜਿਹੜੇ ਘਾਟੇ ਕਿਤੇ ਵੀ ਪੂਰੇ ਨਹੀਂ ਹੋ ਸਕਦੇ। ਹੁਣ ਜਰਾ ਸਮਝਣ ਵਾਲੀ ਗੱਲ ਹੈ ਕਿ ਸੰਤ ਤੁਲਸੀ ਨੇ ਕਿਹਾ ਸਤ ਸੰਗਤ ਮੇਂ ਲਾਭ ਬਹੁਤ, ਕਿ ਸੰਤਾਂ ਦੀ ਸੰਗਤ 'ਚ ਬੈਠਣ ਦੇ ਇਨਸਾਨ ਨੂੰ ਲਾਭ ਬਹੁਤੇ ਹੁੰਦੇ ਆ। ਕੋਈ ਇੱਕ ਲਾਭ ਨਹੀਂ ਹੈ। ਜੇ ਇਨਸਾਨ ਸਤਸੰਗ 'ਚ ਬਹਿੰਦਾ ਹੈ, ਸੰਤਾਂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ, ਸਤਸੰਗ ਪ੍ਰੇਮ ਦੇ ਨਾਲ ਸੁਣਦਾ ਹੈ, ਤਾਂ ਉਹਨੂੰ ਕਿੰਨੇ ਲਾਭ ਹੁੰਦੇ ਆ। ਜਰਾ ਵਿਚਾਰ ਕਰਕੇ ਦੇਖੋ, ਵਿਚਾਰ ਕਰਕੇ ਦੇਖੋ ਜਰਾ। ਕਿਉਂਕਿ ਸਭ ਤੋਂ ਬੜਾ ਲਾਭ ਸਤਸੰਗ 'ਚ ਕੀ ਹੁੰਦਾ ਹੈ? ਸਭ ਤੋਂ ਬੜਾ ਲਾਭ ਤਾਂ ਇਹੀ ਹੈ ਕਿ ਸਤਸੰਗ ਸਾਡੇ ਅੰਦਰ ਵਿਸ਼ਵਾਸ ਪੈਦਾ ਕਰਦਾ ਹੈ ਆਪਣੇ ਮਾਲਿਕ ਦੇ ਪ੍ਰਤੀ। ਹੁਣ ਜਰਾ ਸੋਚੋ, ਜੇ ਸੰਤਾਂ ਮਹਾਪੁਰਸ਼ਾਂ ਦੀ ਸੋਭਤ 'ਚ ਨਾ ਬਹਿੰਦੇ ਜਾਂ ਸੰਤਾਂ, ਗੁਰੂਆਂ, ਰਹਿਬਰਾਂ ਦੀ ਬਾਣੀ ਨਾ ਸੁਣਦੇ, ਤਾਂ ਕਿਸੇ ਨੂੰ ਪਰਮਾਤਮਾ ਬਾਰੇ ਪਤਾ ਲੱਗਣਾ ਸੀ? ਕਿਸੇ ਨੂੰ ਪਤਾ ਲੱਗਣਾ ਸੀ ਇੱਕ ਤਾਕਤ ਐਸੀ ਵੀ ਹੈ ਜੋ ਸੰਸਾਰ ਨੂੰ ਚਲਾ ਰਹੀ ਹੈ? ਹੁਣ ਜਿੱਦਾਂ ਵਿਗਿਆਨ ਨੇ ਜੋ ਖੋਜ ਕੀਤੀ, ਇੱਕ ਵਿਗਿਆਨਿਕ ਨੇ ਖੋਜ ਕਰ ਲਈ ਕਿ ਧਰਤੀ ਤੋਂ ਸੂਰਜ ਇੰਨੇ ਲੱਖ ਹਜ਼ਾਰ ਕਿਲੋਮੀਟਰ ਦੂਰ ਹੈ। ਇੱਕ ਵਿਗਿਆਨਿਕ ਨੇ ਖੋਜ ਕਰ ਲਈ। ਅਗਰ ਉਹ ਖੋਜ ਨਾ ਕਰਦਾ, ਪਤਾ ਲੱਗਣਾ ਸੀ ਸਾਨੂੰ? ਜਵਾਬ ਦਿਓ ਸਾਨੂੰ। ਪਹਿਲੀ ਗੱਲ ਤਾਂ ਇੱਕ ਗੱਲ ਸਤਸੰਗ ਤੋਂ ਅੱਗੇ ਲੈ ਕੇ ਚੱਲੀਏ ਕਰ ਲਈ, ਜਦੋਂ ਕੋਈ ਪੁੱਛਦੇ ਆ ਜਵਾਬ ਦੇ ਦਿਆ ਕਰੋ, ਨਹੀਂ ਤਾਂ ਇਦਾਂ ਲੱਗਦਾ ਕਿ ਤੁਹਾਡਾ ਧਿਆਨ ਕਿਤੇ ਹੋ ਰਹੀ ਹੈ, ਅਸੀਂ ਐਵੇਂ ਬੋਲੀ ਜਾਂਦੇ ਹਾਂ। ਕਿਉਂਕਿ ਮਜ਼ਾ ਫੇਰ ਆਉਂਦਾ ਨਾ, ਬੰਦਾ ਨਾਲ ਨਾਲ ਜਦੋਂ ਜਵਾਬ ਦੇਵੇ ਨਾ, ਤਾਂ ਫਿਰ ਪਤਾ ਲੱਗਦਾ ਇਹਦਾ ਪੂਰਾ ਧਿਆਨ ਸਤਸੰਗ ਦੇ ਵਿੱਚ ਹੈ। ਹੁਣ ਇੱਕ ਵਿਗਿਆਨਿਕ ਜਦੋਂ ਕੋਈ ਖੋਜ ਕਰ ਲੈਂਦਾ ਹੈ, ਜਿੱਦਾਂ ਨਿਊਟਨ ਨੇ ਖੋਜ ਕਰ ਲਈ ਗ੍ਰੈਵਿਟੀ ਦੀ, ਤਾਂ ਹੁਣ ਦੁਬਾਰਾ ਕਿਸੇ ਨੂੰ ਖੋਜ ਕਰਨ ਦੀ ਜ਼ਰੂਰਤ ਨਹੀਂ ਹੈ। ਜਾਂ ਜਿਸ ਵੀ ਵਿਗਿਆਨਿਕ ਨੇ ਜੋ ਵੀ ਖੋਜ ਕਰ ਲਈ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਹਾਂ ਬਈ ਇਹਨੇ ਖੋਜ ਕੀਤੀ ਹੈ, ਸਾਨੂੰ ਆ ਪਤਾ ਲੱਗ ਗਿਆ ਆ ਚੀਜ਼ ਹੈ। ਹੁਣ ਇੱਥੇ ਇੱਕ ਗੱਲ ਇਹੀ ਅਸੀਂ ਵੀ ਕਹਿਣਾ ਚਾਹਾਂਗੇ ਕਿ ਜਿਸ ਤਰ੍ਹਾਂ ਵਿਗਿਆਨਿਕ ਜਦੋਂ ਮਿਹਨਤ ਕਰਕੇ ਬਾਹਰੀ ਤੌਰ ਤੇ ਕੋਈ ਖੋਜ ਕਰਦਾ ਹੈ, ਤਾਂ ਸਾਨੂੰ ਉਹ ਚੀਜ਼ ਦਾ ਗਿਆਨ ਹੁੰਦਾ ਹੈ, ਤਾਂ ਸੰਤ, ਗੁਰੂ, ਰਹਿਬਰ ਆਪਣੇ ਅੰਦਰ ਜਾ ਕੇ ਖੋਜ ਕਰਦੇ ਹੈ। ਕਿਉਂਕਿ ਬਾਹਰ ਖੋਜ ਕਰਾਂਗੇ ਤਾਂ ਸਾਨੂੰ ਬਾਹਰੋਂ ਪਤਾ ਲੱਗੇਗਾ ਕਿ ਦੁਨੀਆ ਤੇ ਕੀ ਹੈ, ਪਰ ਜਦੋਂ ਆਪਣੇ ਅੰਦਰ ਜਾ ਕੇ ਖੋਜ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਦੁਨੀਆ ਨੂੰ ਬਣਾਉਣ ਵਾਲਾ ਕੀ ਹੈ, ਉਹ ਪ੍ਰਮਾਤਮਾ ਕੀ ਹੈ। ਇਸੇ ਲਈ ਤਾਂ ਕਬੀਰ ਸਾਹਿਬ ਨੇ ਵੀ ਕਿਹਾ, ਦੁਨੀਆ ਨੂੰ ਸਮਝਣਾ ਤਾਂ ਬਾਹਰ ਦੇਖ, ਪਰ ਜੇ ਸੱਚੇ ਰੱਬ ਨੂੰ ਸਮਝਣਾ ਤਾਂ ਆਪਣੇ ਕਿੱਥੇ ਦੇਖਣਾ ਪੈਣਾ ਹੈ? ਅੰਦਰ। ਤਾਂ ਹੀ ਤਾਂ ਸਿਮਰਨ ਜਦੋਂ ਕੀਤਾ ਜਾਂਦਾ ਅੱਖਾਂ ਬੰਦ ਹੁੰਦੀਆਂ ਹੈ, ਧਿਆਨ ਜਦੋਂ ਕੀਤਾ ਜਾਂਦਾ ਅੱਖਾਂ ਬੰਦ ਹੁੰਦੀਆਂ ਹੈ, ਇਬਾਦਤ ਜਦੋਂ ਕੀਤੀ ਜਾਂਦੀ ਅੱਖਾਂ ਬੰਦ ਹੁੰਦੀਆਂ ਹੈ। ਤੁਸੀਂ ਕਿਤੇ ਵੀ ਦੇਖ ਲਓ, ਜੇ ਕਹਿੰਦੇ ਨਾ ਪਾਠ ਕਰਨਾ, ਯਾਨੀ ਬਹਿ ਕੇ ਕੋਈ ਸਿਮਰਨ ਕਹਿੰਦਾ, ਕੋਈ ਪਾਠ ਕਹਿ ਦਿੰਦਾ ਹੈ ਕਿ ਮੈਂ ਪਾਠ ਤੇ ਬੈਠਾ ਸੀ, ਜਾਂ ਮੈਂ ਧਿਆਨ ਤੇ ਬੈਠਾ ਸੀ, ਜਾਂ ਮੈਂ ਇਬਾਦਤ ਤੇ ਬੈਠਾ ਸੀ। ਉਹ ਇਬਾਦਤ, ਧਿਆਨ ਕਹਿ ਲੋ, ਪਾਠ ਕਹਿ ਲੋ, ਕੁਛ ਵੀ ਕਹਿ ਲੋ, ਅੱਖਾਂ ਉੱਥੇ ਬੰਦ ਹੋਣੀਆਂ ਜ਼ਰੂਰੀ ਹੈ। ਕਿਉਂਕਿ ਪਤਾ ਨਜ਼ਰ ਬੰਦ ਹੋਏਗੀ ਤਾਂ ਫੇਰ ਹੀ ਅਸੀਂ ਆਪਣੇ ਅੰਦਰ ਉਤਰਾਂਗੇ। ਕਿਉਂਕਿ ਸਾਨੂੰ ਬਣਾਉਣ ਵਾਲੀ ਜਿਹੜੀ ਸ਼ਕਤੀ ਹੈ ਨਾ, ਕਿੱਥੇ ਬੈਠੀ ਹੈ? ਵੈਸੇ ਤਾਂ ਹਰ ਜਗ੍ਹਾ ਹੀ ਹੈ। ਜਿੱਦਾਂ ਅਸੀਂ ਕੱਲ ਵੀ ਦੱਸ ਰਹੇ ਸੀ ਕਿ ਬੁੱਲੇ ਸ਼ਾਹ ਨੇ ਕਿਹਾ ਕਿ ਜੇ ਮੈਂ ਤੈਨੂੰ ਬਾਹਰ ਢੂੰਡਾਂ, ਮੇਰੇ ਅੰਦਰ ਕੌਣ ਸਮਾਨਾ?
ਕਹਿੰਦੇ ਜੇ ਮੈਂ ਤੈਨੂੰ ਬਾਹਰ ਲੱਭਦਾ ਫਿਰਾਂ ਕਿ ਪ੍ਰਮਾਤਮਾ ਮੰਦਿਰ 'ਚ ਹੈ, ਪ੍ਰਮਾਤਮਾ ਮਸਜਿਦ 'ਚ ਹੈ, ਪ੍ਰਮਾਤਮਾ ਤੀਰਥਾਂ ਤੇ ਹੈ, ਪ੍ਰਮਾਤਮਾ ਜੰਗਲਾਂ 'ਚ ਹੈ, ਪਹਾੜਾਂ ਤੇ ਹੈ, ਜੇ ਮੈਂ ਬਾਹਰ ਹੀ ਤੈਨੂੰ ਲੱਭੀ ਜਾਵਾਂ ਤੇ ਇੱਕ ਗੱਲ ਦੱਸੋ ਕਿ ਮੇਰੇ ਅੰਦਰ ਕੌਣ ਹੈ ਫਿਰ? ਕਹਿੰਦੇ ਨਾ ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ, ਜਿਹੜਾ ਨਿਤ ਤੇਰੇ ਵਿੱਚ ਬੋਲਦਾ ਏ। ਭੁੱਲਾ ਆਪ ਫਿਰੇ ਟੋਲੇ ਬਾਹਰ, ਉਸ ਨੂੰ ਬਾਗ ਮੁਰਗੀਆਂ ਦੇ ਕੂੜਾ ਫੋਲਦਾ ਏ। ਜਰਾ ਬੁੱਝ ਤਾਂ ਕੌਣ ਹੈ ਵਿੱਚ ਤੇਰੇ, ਜਰਾ ਬੁੱਝ ਤਾਂ ਕੌਣ ਹੈ ਵਿੱਚ ਤੇਰੇ, ਸ਼ਾਇਦ ਉਹੀ ਹੋਵੇਂ ਜਿਹਨੂੰ ਟੋਲਦਾ ਏ। ਬੁੱਲੇ ਸ਼ਾਹ ਰੱਬ ਤੇ ਤੋਂ ਵੱਖ ਨਹੀਂ, ਆਪੇ ਆਵਾਜ਼ ਮਾਰੇ ਆਪੇ ਬੋਲਦਾ ਏ। ਕਹਿੰਦੇ ਬੁੱਝ ਕੇ ਤਾਂ ਦੇਖ ਤੇਰੇ ਅੰਦਰ ਕੌਣ ਬੈਠਾ ਬੋਲ ਰਿਹਾ ਹੈ, ਇਹ ਤੂੰ ਬੋਲਦਾ ਆ? ਬੰਦਾ ਕਹਿੰਦਾ ਮੇਰਾ ਸਰੀਰ ਬੋਲ ਰਿਹਾ ਹੈ। ਤੇ ਇੱਕ ਗੱਲ ਦਾ ਜਵਾਬ ਦੇਣਾ, ਜੇ ਤੁਸੀਂ ਸੋਚਦੇ ਹੋ ਤੁਹਾਡਾ ਸਰੀਰ ਬੋਲ ਰਿਹਾ ਹੈ ਤਾਂ ਮੁਰਦੇ ਦਾ ਸਰੀਰ ਵੀ ਹੁੰਦਾ ਹੈ, ਉਹ ਕਿਉਂ ਨਹੀਂ ਬੋਲਦਾ? ਜੇ ਤੁਸੀਂ ਕਹਿੰਦੇ ਹੋ ਤੁਹਾਡੀ ਅੱਖ ਦੇਖ ਰਹੀ ਹੈ ਤਾਂ ਮੁਰਦੇ ਕੋਲ ਵੀ ਅੱਖ ਹੈ, ਤਾਂ ਮੁਰਦੇ ਨੂੰ ਪੁੱਛੋ ਤੂੰ ਦੇਖ ਸਕਦਾ? ਅੱਖ ਤਾਂ ਤੇਰੀ ਹੈ। ਜੇ ਬਾਬੂ ਬੰਦਾ ਕਹੇ ਮੇਰੇ ਕੰਨ ਸੁਣਦੇ ਐ ਤਾਂ ਫਿਰ ਕੰਨ ਤਾਂ ਮੁਰਦੇ ਕੋਲ ਵੀ ਹੁੰਦੇ ਐ। ਮੇਰੇ ਹੱਥ ਪੈਰ ਚੱਲਦੇ ਐ ਤਾਂ ਫਿਰ ਹੱਥ ਪੈਰ ਤਾਂ ਮੁਰਦੇ ਕੋਲ ਵੀ ਹੁੰਦੇ, ਉਹ ਕਿਉਂ ਨਹੀਂ ਚੱਲਦਾ? ਜਦੋਂ ਉਹਨੂੰ ਅੱਗ 'ਚ ਰੱਖਿਆ ਜਾਂਦਾ ਕਿਉਂ ਨਹੀਂ ਚੀਕਾਂ ਮਾਰ ਕੇ ਦੌੜਦਾ ਕਿ ਮੈਨੂੰ ਸੇਕ ਲੱਗਦਾ ਜਾਵਾਂ ਮੈਂ? ਇਹਦਾ ਮਤਲਬ ਕਿ ਸਰੀਰ ਸਿਰਫ ਇੱਕ ਸਾਧਨ ਹੈ। ਜਿੱਦਾਂ ਗੱਡੀ ਖੜੀ ਹੈ ਨਾ, ਗੱਡੀ ਆਪਣੇ ਆਪ ਨਹੀਂ ਚੱਲਣੀ, ਉਹਦੇ ਅੰਦਰ ਇੱਕ ਡਰਾਈਵਰ ਬੈਠਾ ਹੁੰਦਾ, ਉਹ ਬੈਠੇਗਾ, ਰੇਸ ਦੇਏਗਾ, ਸਟੀਅਰਿੰਗ ਘੁਮਾਏਗਾ, ਗੇਅਰ ਪਾਏਗਾ, ਗੱਡੀ ਫੇਰ ਹੀ ਚੱਲਣੀ ਹੈ। ਇਸੇ ਤਰ੍ਹਾਂ ਤੁਹਾਡਾ ਸਰੀਰ ਵੀ ਇੱਕ ਗੱਡੀ ਦਾ ਕੰਮ ਕਰਦਾ, ਚਲਾਉਣ ਵਾਲੀ ਤਾਕਤ ਤਾਂ ਉਹ ਹੈ। ਬਸ ਉਹਨੂੰ ਸਮਝਣਾ ਹੈ ਕਿ ਮੇਰੇ ਅੰਦਰ ਉਹ ਤਾਕਤ ਜਿਹੜੀ ਹੈ ਨਾ ਬੈਠੀ ਮੈਨੂੰ ਚਲਾ ਰਹੀ ਹੈ। ਬਸ ਉਹਨੂੰ ਜਦੋਂ ਜਾਣ ਲਿਆ ਤਾਂ ਫਿਰ ਇਨਸਾਨ ਦੇ ਜੀਵਨ ਦੀਆਂ ਤਕਲੀਫਾਂ, ਦੁੱਖ, ਸਾਰੇ ਡਰ, ਸਾਰੇ ਭੈ ਦੂਰ ਹੋ ਜਾਂਦੇ ਆ। ਸਮਝਣਾ ਜ਼ਰਾ ਸਾਰਿਆਂ ਨੇ, ਕਿਉਂਕਿ ਅੱਜ ਦੇਖੋ ਬੰਦਾ ਕਿੰਨਾ ਡਰਿਆ ਹੋਇਆ ਹੈ। ਕਿਹੜੀ ਚੀਜ਼ ਤੋਂ ਡਰਿਆ ਹੈ ਪਤਾ ਤੁਹਾਨੂੰ? ਬੋਲ ਕੇ ਦੱਸ ਦਿਓ। ਕੋਰੋਨਾ ਤੋਂ ਡਰਿਆ ਬੰਦਾ? ਸਿਰਫ ਸਾਡਾ ਇੰਡੀਆ ਹੀ ਡਰਿਆ, ਭਾਰਤ ਹੀ ਡਰਿਆ, ਜਾਂ ਬੜੇ ਬੜੇ ਦੇਸ਼ ਦੇਖ ਲਓ, ਅਮਰੀਕਾ, ਕੈਨੇਡਾ, ਇਟਲੀ, ਜਾਪਾਨ, ਚਾਈਨਾ, ਸਾਰੇ ਡਰੇ ਹੋਏ ਆ। ਇੱਕ ਵਾਰੀ ਅਸੀਂ ਬੈਠ ਕੇ ਸੋਚ ਰਹੇ ਸੀਗੇ ਕਿ ਦੇਸ਼ ਕਹਿੰਦੇ ਸੀ ਕਿ ਮੇਰੇ ਕੋਲ ਇੰਨਾ ਪਰਮਾਣੂ ਹਥਿਆਰ ਹੈ, ਸਾਡੇ ਕੋਲ ਇੰਨੇ ਪਰਮਾਣੂ, ਅਸੀਂ ਸ਼ਕਤੀਸ਼ਾਲੀ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਜਿਹੜੇ ਕੋ ਜਿੰਨੀ ਜ਼ਿਆਦਾ ਪਰਮਾਣੂ ਸ਼ਕਤੀ ਬੜੀ ਹੈ ਉਹ ਦੇਸ਼ ਨੂੰ ਉਨਾ ਸ਼ਕਤੀਸ਼ਾਲੀ ਮੰਨਿਆ ਜਾਂਦਾ। ਪਰਮਾਣੂ ਸਮਝਦੇ ਹੋ ਨਾ ਤੁਸੀਂ? ਪਰਮਾਣੂ ਇੱਕ ਬੰਬ ਹੁੰਦਾ ਹੈ, ਕਹਿੰਦੇ ਇੱਕ ਚਲਾ ਦਿਓ ਤਾਂ ਫਿਰ ਸਾਰਾ ਕੁਝ ਤਹਿਸ ਨਹਿਸ ਖਤਮ। ਹੁਣ ਜਿਹਨਾਂ ਕੋ ਜਿੰਨੇ ਜ਼ਿਆਦਾ ਕਹਿੰਦੇ ਦੇਸ਼ ਦੇ ਕੋ ਪਰਮਾਣੂ ਬੰਬ ਹੈ, ਪਰਮਾਣੂ ਹੈ, ਉਹ ਉਨਾ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਅਮਰੀਕਾ ਕਹਿੰਦੀ ਮੇਰੇ ਕੋ ਇੰਨੇ ਪਰਮਾਣੂ ਹੈ, ਪਰਮਾਣੂ ਬੰਬ ਹੈ, ਮੈਂ ਸ਼ਕਤੀਸ਼ਾਲੀ। ਚਾਈਨਾ ਕਹਿੰਦਾ ਮੈਂ ਸ਼ਕਤੀਸ਼ਾਲੀ। ਇਟਲੀ, ਜਾਪਾਨ ਜਾਂ ਹੋਰ ਦੇਸ਼ ਹੈ ਜਿਹੜੇ ਕਹਿੰਦੇ ਅਸੀਂ ਸ਼ਕਤੀਸ਼ਾਲੀ ਹਾਂ। ਤਾਂ ਹੁਣ ਜਰਾ ਗੌਰ ਕਰਨਾ, ਪਰਮਾਤਮਾ ਨੇ ਹੰਕਾਰ ਕਿਦਾਂ ਤੋੜਿਆ ਕਿ ਜਿਹੜੇ ਕਹਿੰਦੇ ਸੀ ਸਾਡੇ ਕੋਲ ਇੰਨੇ ਪਰਮਾਣੂ, ਅਸੀਂ ਸ਼ਕਤੀਸ਼ਾਲੀ, ਪਰਮਾਤਮਾ ਨੇ ਭੇਜਿਆ ਇੱਕ ਕੀਟਾਣੂ। ਤਾਂ ਦੇਖ ਲਓ ਸਾਰੇ ਦੀ ਟੈਂਟ ਫਿਸ਼ ਹੋ ਗਈ। ਪਰਮਾਤਮਾ ਕਹਿੰਦਾ ਤੂੰ ਪਰਮਾਣੂਆਂ ਤੇ ਕਹਿੰਦਾ ਮੈਂ ਇੱਕ ਜੀਵਾਣੂ ਭੇਜ ਦੇ, ਮੈਂ ਇੱਕ ਕੀਟਾਣੂ ਭੇਜ ਦੇ, ਮੈਂ ਨਾ ਉਹੀ ਤੁਹਾਡੀ ਬਸ ਕਰਾ ਸਕਦਾ ਹੈ। ਕਿੱਥੇ ਪਰਮਾਣੂਆਂ ਨੂੰ ਲੈ ਕੇ ਹੰਕਾਰ 'ਚ ਬੈਠੇ ਹੋ ਤੁਸੀਂ? ਹੁਣ ਕੀਟਾਣੂ ਇੱਕੋ ਹੀ ਹੈ ਨਾ, ਛੋਟਾ ਜਿਹਾ ਕੀਟਾਣੂ ਹੁੰਦਾ ਹੈ ਜੀਵਾਣੂ, ਜਿਹੜਾ ਕਿ ਨਜ਼ਰ ਵੀ ਨਹੀਂ ਆਉਂਦਾ, ਪਤਾ ਹੀ ਨਹੀਂ ਕਿਸੇ ਨੂੰ। ਇਹ ਕਰੋਨਾ ਦਾ ਕੀਟਾਣੂ ਹੁੰਦਾ ਕਿੱਦਾਂ? ਕਹਿੰਦੇ ਬੜਾ ਖੋਜਬੀਨ ਕਰਨ ਤੋਂ ਬਾਅਦ ਵੀ ਕਿਤੇ ਮਾਈਕਰੋਸਕੋਪ ਜਾ ਕੇ ਦੇਖੋ ਫਿਰ ਪਤਾ ਲੱਗਦਾ ਆਹ ਚੀਜ਼ ਹੈ, ਉਹਦਾ ਅੱਖਾਂ ਨਾਲ ਦੇਖੇ ਨਹੀਂ ਜਾ ਸਕਦਾ। ਰੱਬ ਵੀ ਹੰਕਾਰ ਕਿੱਦਾਂ ਤੋੜਦਾ, ਕਹਿੰਦਾ ਅੱਛਾ ਪਰਮਾਣੂਆਂ ਤੇ ਇੰਨਾ ਕਿ ਮੇਰੇ ਕੋਲ ਇੰਨੇ ਪਰਮਾਣੂ, ਮੈਂ ਸ਼ਕਤੀਸ਼ਾਲੀ, ਮੇਰੇ ਵਰਗਾ ਕੋਈ ਨਹੀਂ ਹੈ, ਤਾਂ ਲੈ ਮੈਂ ਇੱਕ ਛੋਟਾ ਜਿਹਾ ਕੀਟਾਣੂ ਭੇਜ ਰਿਹਾ, ਕੰਟਰੋਲ ਕਰਕੇ ਦਿਖਾ ਦੇ। ਤਾਂ ਸਾਰੇ ਦੇਸ਼ ਅੱਜ ਦੇਖ ਲਓ ਕਿੱਦਾਂ ਡਰੇ ਹੋਏ ਆ। ਕਿੱਥੇ ਗਏ ਪਰਮਾਣੂ? ਕਹੋ ਚਲਾ ਭਾਈ ਪਰਮਾਣੂ ਹਥਿਆਰ, ਕਰ ਲੇਗਾ ਕੁਛ ਤੂੰ। ਹੁਣ ਇਹਦਾ ਮਤਲਬ ਕੀ ਹੈ ਕਿ ਕੁਦਰਤ ਦੇ ਸਾਹਮਣੇ ਸਾਰੇ ਬੜੇ ਤੋਂ ਬੜੇ ਦੇਸ਼, ਬੜੀ ਤੋਂ ਬੜੀਆਂ ਸ਼ਕਤੀਆਂ, ਜਿਹਨੂੰ ਬੰਦਾ ਮੰਨਦਾ ਹੈ ਨਾ ਕਿ ਮੈਂ ਸ਼ਕਤੀਸ਼ਾਲੀ, ਮੈਂ ਇੰਨਾ ਤਾਕਤਵਰ, ਮੈਂ ਇਹ ਮੈਂ ਉਹ ਰੱਬ ਕਹਿੰਦਾ ਮੇਰੇ ਤੋਂ ਬੜਾ ਨਾ ਕੋਈ ਹੋਇਆ ਤਾਂ ਨਾ ਹੀ ਕੋਈ ਹੋ ਸਕਦਾ। ਜੇ ਤੂੰ ਹੰਕਾਰ ਕਰਦਾ ਤਾਂ ਹੰਕਾਰ ਤੋੜਨਾ ਵੀ ਮੈਨੂੰ ਆਉਂਦਾ ਹੈ। ਸਾਰੇ ਬੇਵਸ਼ ਹੋ ਗਏ ਕਿ ਨਹੀਂ? ਸਾਰਿਆਂ ਦੀ ਬਸ ਹੋ ਗਈ, ਸਾਰਿਆਂ ਨੇ ਹੱਥ ਖੜੇ ਕਰਤੇ। ਜ਼ਰਾ ਸਮਝਣਾ ਸਾਰਿਆਂ ਨੇ, ਕਿਉਂਕਿ ਕੁਦਰਤ ਦੀ ਸ਼ਕਤੀ ਦੇ ਸਾਹਮਣੇ ਨਾ ਕਿਸੇ ਦੀ ਚੱਲੀ ਹੈ ਤਾਂ ਨਾ ਹੀ ਕਿਸੇ ਦੀ ਚੱਲਣੀ ਹੈ। ਪਰ ਇੱਕ ਤਾਕਤ ਹੈ, ਤਾਂ ਤੁਹਾਨੂੰ ਕਹਾਂਗੇ ਜਿੱਦਾਂ ਆਪਾਂ ਕਹਿ ਰਹੇ ਸੀ ਨਾ, ਬੰਦਾ ਡਰਿਆ ਹੋਇਆ ਹੈ। ਅੱਜ ਬੰਦਾ ਬੜਾ ਡਰਿਆ ਹੋਇਆ ਹੈ, ਪਰ ਇੱਕ ਸ਼ਕਤੀ ਐਸੀ ਹੈ, ਅਗਰ ਉਹ ਸ਼ਕਤੀ ਨੂੰ ਤੁਸੀਂ ਜਾਣ ਲਵੋ ਤਾਂ ਤੁਹਾਡੇ ਸਾਰੇ ਡਰ, ਤੁਹਾਡੀਆਂ ਸਾਰੀਆਂ ਚਿੰਤਾਵਾਂ, ਤੁਹਾਡੀਆਂ ਸਾਰੀਆਂ ਟੈਨਸ਼ਨਾਂ ਹੀ ਦੂਰ ਹੋ ਜਾਣਗੀਆਂ। ਉਹ ਸ਼ਕਤੀ ਕਿਹੜੀ ਹੈ ਪਤਾ ਕਿਸੇ ਨੂੰ? ਉਹ ਸ਼ਕਤੀ ਹੈ, ਉਹ ਸਾਨੂੰ ਜਨਮ ਦੇਣ ਵਾਲਾ ਸਾਡਾ ਮਾਲਿਕ, ਸਾਡਾ ਪਰਮਾਤਮਾ, ਸਾਡਾ ਪ੍ਰਭੂ। ਹੁਣ ਇਹਨੂੰ ਏਦਾਂ ਸਮਝ ਲਈਏ ਕਿ ਛੋਟੀ ਜਿਹੀ ਕਹਾਣੀ ਅਸੀਂ ਤੁਹਾਨੂੰ ਸੁਣਾਣੀ ਹੈ, ਫਿਰ ਜਵਾਬ ਲੈਣਾ ਤੁਹਾਡੇ ਕੋਲੋਂ। ਜਵਾਬ ਦਓਗੇ? ਹੁਣ ਏਦਾਂ ਸਮਝ ਲਓ ਕਿ ਇੱਕ ਆਦਮੀ ਹੈ, ਉਹ ਇੱਕ ਗਲੀ ਚੋਂ ਲੰਘ ਰਿਹਾ ਹੈ, ਇੱਕ ਗਲੀ ਚੋਂ ਲੰਘ ਰਿਹਾ ਹੈ, ਔਰ ਉਸ ਗਲੀ ਦੇ ਦਰਵਾਜ਼ੇ ਦੇ ਇੱਕ ਘਰ ਹੈ, ਯਾਨੀ ਗਲੀ ਦੇ ਉੱਤੇ ਇੱਕ ਘਰ ਹੈ, ਔਰ ਉਹ ਦਰਵਾਜ਼ੇ ਉੱਪਰ ਇੱਕ ਕੁੱਤਾ ਵੱਜਾ ਹੋਇਆ ਹੈ, ਜਿਹਦੇ ਗਲ 'ਚ ਸੰਗਲੀ ਹੈ, ਪਰ ਸੰਗਲੀ ਥੋੜੀ ਲੰਬੀ ਹੈ, ਔਰ ਕੁੱਤਾ ਬੜਾ ਖੁੰਖਾਰ ਹੈ।
ਕੁੱਤਾ ਵੀ ਇਦਾਂ ਖੁੰਖਾਰ ਹੈ ਕਿ ਉਹਦੇ ਚਿਹਰੇ ਤੋਂ ਦੇਖ ਕੇ ਪਤਾ ਲੱਗ ਜਾਂਦਾ ਭਾਈ ਦੰਦ ਲੰਬੇ ਲੰਬੇ ਆ, ਬੜਾ ਖਤਰਨਾਕ ਕੁੱਤਾ ਹੈ, ਕਿਉਂਕਿ ਕਈਆਂ ਕੁੱਤਿਆਂ ਦੀ ਸ਼ਕਲ ਇਦਾਂ ਦੀ ਹੁੰਦੀ, ਦੇਖ ਕੇ ਬੰਦਾ ਡਰ ਜਾਂਦਾ। ਬਸ ਸਮਝ ਲਓ ਇਦਾਂ ਦਾ ਕੁੱਤਾ ਸੀ ਉਹ। ਹੁਣ ਉਹ ਬੈਠਾ ਹੋਇਆ, ਇੱਕ ਰਾਹਗੀਰ ਉੱਥੋਂ ਦੀ ਲੰਘਣ ਲੱਗਾ। ਜਦੋਂ ਰਾਹਗੀਰ ਉੱਥੋਂ ਦੀ ਲੰਘਣ ਲੱਗਾ, ਉਹਨੇ ਕੀ ਦੇਖਿਆ? ਸਾਹਮਣੇ ਕੁੱਤਾ ਗਲੀ 'ਚ ਬੈਠਾ ਹੈ, ਪਰ ਗਲੀ ਇੰਨੀ ਛੋਟੀ ਹੈ ਕਿ ਜੇ ਮੈਂ ਜਾਵਾਂ ਤਾਂ ਇਹ ਕੁੱਤਾ ਮੇਰੀ ਲੱਤ ਆਰਾਮ ਨਾਲ ਫੜ ਸਕਦਾ ਹੈ, ਕਿਉਂਕਿ ਸੰਗਲੀ ਇਹਦੀ ਇੰਨੀ ਲੰਬੀ ਹੈ। ਇਸ ਲਈ ਜਦੋਂ ਅੱਗੇ ਨੂੰ ਹੋਇਆ ਤਾਂ ਕੁੱਤਾ ਉੱਠ ਕੇ ਭੌਂਕਣ ਲੱਗ ਪਿਆ। ਇਦਾਂ ਆਵੇ ਉਹਦੇ ਨੂੰ ਖਾ ਲੈਣਾ ਪਰੇ, ਤਾਂ ਉਹਦੇ ਗਲ 'ਚ ਸੰਗਲੀ ਸੀ ਕਿ ਅੱਗੇ ਜਾ ਨਹੀਂ ਸਕਦਾ ਸੀ, ਕਿਉਂਕਿ ਜਿੰਨੀ ਕਿ ਸੰਗਲੀ ਸੀ ਉਨਾ ਖਾਂਦਾ ਸੀ, ਪਰ ਉੱਥੇ ਰੁਕ ਜਾਂਦਾ ਸੀ। ਉਹ ਰਾਹਗੀਰ ਡਰ ਗਿਆ, ਕਹਿੰਦਾ ਹੁਣ ਗਲੀ ਤੋਂ ਪਾਰ ਜਾਣਾ ਵੀ ਜ਼ਰੂਰੀ ਹੈ, ਇਹ ਗਲੀ ਤੋਂ ਪਾਰ ਜਾਣਾ ਵੀ ਜ਼ਰੂਰੀ ਹੈ, ਕਿਉਂਕਿ ਹੋਰ ਕੋਈ ਰਸਤਾ ਵੀ ਨਹੀਂ ਹੈ। ਪਰ ਜੇ ਮੈਂ ਅੱਗੇ ਜਾਂਦਾ ਕੁੱਤੇ ਨੇ ਮੇਰੀ ਲੱਤ ਫੜ ਲੈਣੀ ਹੈ, ਔਰ ਜੇ ਮੇਰੀ ਲੱਤ ਫੜ ਲਈ ਫਿਰ ਤਾਂ ਮੈਂ ਗਿਆ, ਫਿਰ ਤਾਂ ਚੀਰ ਫਾੜ ਕਰ ਦੇਗਾ ਮੇਰੀ, ਖਤਮ ਕਰ ਦੇਗਾ ਮੈਨੂੰ। ਤਾਂ ਹੁਣ ਕੀ ਕਰਾਂ ਮੈਂ ਕਿ ਕਿਸ ਤਰ੍ਹਾਂ ਮੈਂ ਸਹੀ ਸਲਾਮਤ ਇਹ ਗਲੀ ਤੋਂ ਪਾਰ ਜਾ ਸਕਦਾ? ਕੀ ਕਰਾਂ ਮੈਂ? ਤਾਂ ਫਿਰ ਕੀ ਕੀਤਾ ਉਸਨੇ? ਜਵਾਬ ਦਿਓ ਸਾਨੂੰ। ਪਾਰ ਜਾਣ ਵਾਸਤੇ ਕੀ ਕੀਤਾ ਉਸਨੇ? ਸੋਚਿਆ ਕੁਛ? ਜ਼ਰਾ ਸਮਝਣਾ। ਹੁਣ ਉਹਦੇ ਮਨ 'ਚ ਇੱਕੋ ਹੀ ਖਿਆਲ ਆਇਆ, ਇੱਕੋ ਹੀ ਉਹਦੇ ਧਿਆਨ 'ਚ ਗੱਲ ਆਈ ਕਿ ਕੁੱਤੇ ਨੂੰ ਮੈਂ ਤਾਂ ਕੰਟਰੋਲ ਕਰ ਨਹੀਂ ਸਕਦਾ, ਕਿਉਂਕਿ ਮੇਰੇ ਬਸ ਤੋਂ ਬਾਹਰ ਹੈ। ਪਰ ਇੱਕ ਚੀਜ਼ ਐਸੀ ਹੈ, ਇੱਕ ਤਾਕਤ ਐਸੀ ਹੈ ਜਿਹੜੀ ਇਹਨੂੰ ਕੰਟਰੋਲ ਕਰ ਸਕਦੀ ਹੈ। ਉਹ ਕੌਣ ਹੈ? ਕੁੱਤੇ ਦਾ ਮਾਲਿਕ। ਉਹਨੇ ਆਵਾਜ਼ ਮਾਰੀ ਘਰ ਦੇ ਮਾਲਿਕ ਨੂੰ ਕਿ ਘਰ 'ਚ ਕੋਈ ਹੈ ਕੋਈ ਘਰ ਦਾ ਮਾਲਿਕ ਮੇਰੀ ਆਵਾਜ਼ ਸੁਣ ਰਿਹਾ? ਆਵਾਜ਼ ਉਹਦੀ ਸੁਣ ਕੇ ਘਰ ਦਾ ਮਾਲਿਕ ਬਾਹਰ ਆਇਆ। ਕਹਿੰਦੇ ਹਾਂਜੀ ਭਾਜੀ ਦੱਸੋ ਕੀ ਗੱਲ ਹੈ? ਉਹ ਕਹਿੰਦਾ ਮਹਾਰਾਜ ਤੁਹਾਡਾ ਕੁੱਤਾ, ਮੈਂ ਪਾਰ ਜਾਣਾ, ਕੁੱਤਾ ਮੈਨੂੰ ਜਾਣ ਨਹੀਂ ਦੇ ਰਿਹਾ। ਉਹ ਕਹਿੰਦਾ ਹੈ ਇੰਨੀ ਹਿੰਮਤ ਇਹਦੀ? ਨਾਲ ਹੀ ਉਹਨੇ ਇਸ਼ਾਰਾ ਕੀਤਾ, ਟੌਮੀ ਬੈਠ। ਗਿਆ ਵੀ ਨਹੀਂ ਕੋਲ, ਦੂਰੋਂ ਹੀ ਇਸ਼ਾਰਾ ਕੀਤਾ, ਟੌਮੀ ਬਹਿ ਜਾ। ਤਾਂ ਕੁੱਤਾ ਕੀ ਕੀਤਾ ਹੈ? ਚੁੱਪ ਕਰਕੇ ਬਹਿ ਗਿਆ, ਕਿਉਂਕਿ ਮਾਲਿਕ ਦਾ ਡਰ ਤਾਂ ਹੁੰਦਾ ਹੀ ਹੈ, ਹੁੰਦਾ ਕਿ ਨਹੀਂ? ਕਈ ਕੁੱਤੇ ਇਸ਼ਾਰੇ ਨੂੰ ਸਮਝ ਲੈਂਦੇ ਆ, ਮਾਲਕ ਇਸ਼ਾਰਾ ਕਰਦਾ ਉੱਠ ਕੇ ਆ ਜਾਂਦੇ ਆ, ਤਾਂ ਕਈ ਮਾਲਕ ਇਦਾਂ ਇਸ਼ਾਰਾ ਕਰਦੇ ਤਾਂ ਹੋ ਜਾਂਦੇ ਆ, ਮਾਲਕ ਇਦਾਂ ਹੱਥ ਕਰਦੇ ਤਾਂ ਉਹ ਵੀ ਹੱਥ ਚੱਕ ਕੇ ਹੱਥੇ ਰੱਖ ਦਿੰਦੇ, ਇਹਨੂੰ ਹੈਂਡਸ਼ੇਕ ਕਹਿ ਦਿੰਦੇ ਆ ਨਾ। ਇਹ ਕਿੱਦਾਂ ਕਈਆਂ ਜਾਨਵਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਇਦਾਂ ਦੀ। ਮਾਲਕ ਨੇ ਇੱਦਾਂ ਕਿਹਾ, ਟੌਮੀ ਬੈਠ। ਕੁੱਤਾ ਆਰਾਮ ਨਾਲ ਬਹਿ ਗਿਆ। ਉਹ ਕਹਿੰਦਾ ਜਾਓ, ਰਸਤਾ ਸਾਫ਼। ਉਹ ਆਦਮੀ ਜਦੋਂ ਗਿਆ ਕਹਿੰਦਾ ਸ਼ੁਕਰੀਆ ਜੀ ਕਹਿ ਕੇ ਅੱਗੇ ਚਲਾ ਗਿਆ, ਆਰਾਮ ਨਾਲ ਚਲਾ ਗਿਆ। ਜਿੱਥੇ ਪਹਿਲਾਂ ਕੁੱਤੇ ਦਾ ਡਰ ਸੀ, ਕੁੱਤੇ ਤੋਂ ਡਰ ਰਿਹਾ ਸੀ, ਉੱਥੇ ਹੁਣ ਆਰਾਮ ਨਾਲ ਚਲਾ ਗਿਆ, ਕਿਉਂਕਿ ਉਹਨੂੰ ਪਤਾ ਜੇ ਮੈਂ ਸਿੱਧਾ ਕੁੱਤੇ ਨਾਲ ਪੰਗਾ ਲੈਂਦਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਸੀ। ਸਮਝਦੇ ਹੋ ਕਿ ਨਹੀਂ? ਜੇ ਸਿੱਧਾ ਕੁੱਤੇ ਨਾਲ ਲੜਨ ਦੀ ਕੋਸ਼ਿਸ਼ ਕਰਦਾ ਕਿ ਕੁੱਤੇ ਨੂੰ ਫੜ ਕੇ ਮੈਂ ਇਹਦਾ ਮੂੰਹ ਬੰਦ ਕਰਾਂ, ਕੁਝ ਕਰਾਂ, ਫਿਰ ਤਾਂ ਮਰੀ ਜਾਣਾ ਸੀ। ਪਰ ਉਹਨੂੰ ਪਤਾ ਕੁੱਤੇ ਦਾ ਮੈਂ ਕੁਝ ਨਹੀਂ ਕਰ ਸਕਦਾ, ਕੁੱਤੇ ਤੇ ਮੇਰਾ ਕੋਈ ਕੰਟਰੋਲ ਨਹੀਂ ਹੈ। ਪਰ ਇੱਕ ਤਾਕਤ ਹੈ ਜੋ ਕੁੱਤੇ ਦੀ ਮਾਲਿਕ ਹੈ, ਉਹਦਾ ਪੂਰਾ ਕੰਟਰੋਲ ਕੁੱਤੇ ਤੇ ਹੈ। ਜੇ ਮੈਂ ਉਹ ਮਾਲਿਕ ਨੂੰ ਯਾਦ ਕਰ ਲਵਾਂ, ਉਹਨੂੰ ਪੁਕਾਰ ਲਵਾਂ, ਤਾਂ ਆਪੇ ਹੀ ਕੁੱਤੇ ਨੂੰ ਏਦਾਂ ਬਿਠਾ ਦੇਗਾ। ਇਸੇ ਤਰ੍ਹਾਂ ਤੁਹਾਨੂੰ ਵੀ ਕਹਾਂਗੇ, ਆ ਜਿਹੜਾ ਕਰੋਨਾ ਦਾ ਡਰ ਹੈ ਨਾ, ਇਹ ਵੀ ਇੱਕ ਕੁੱਤਾ ਸਮਝ ਲਓ। ਅਸੀਂ ਸਿੱਧਾ ਕੁੱਤੇ ਨਾਲ ਲੜ ਨਹੀਂ ਸਕਦੇ, ਸਿੱਧਾ ਕਰੋਨਾ ਨਾਲ ਲੜ ਨਹੀਂ ਸਕਦੇ ਅਸੀਂ, ਕਿਉਂਕਿ ਇਹ ਨਜ਼ਰ ਹੀ ਨਹੀਂ ਆਉਂਦਾ। ਪਰ ਇਹ ਕਰੋਨਾ ਦੇ ਉੱਪਰ ਵੀ ਇੱਕ ਤਾਕਤ ਹੈ ਜਿਹਨੂੰ ਅਸੀਂ ਸਾਰੇ ਸੰਸਾਰ ਦਾ ਮਾਲਕ ਕਹਿੰਦੇ ਆ। ਜਦੋਂ ਉਹਨੂੰ ਪੁਕਾਰਾਂਗੇ, ਉਹਨੂੰ ਯਾਦ ਕਰਾਂਗੇ, ਉਹ ਆਏਗਾ, ਇਸ਼ਾਰਾ ਕਰੇਗਾ, ਓਏ ਬੈਠ। ਤਾਂ ਕਿਹਦੀ ਤਾਕਤ ਹੈ ਜਿਹੜਾ ਮਾਲਕ ਦੇ ਪਿਆਰਿਆਂ ਦਾ ਕੁਝ ਵਿਗਾੜ ਦੇਵੇ? ਸੋਚ ਕੇ ਦੇਖੋ ਜ਼ਰਾ। ਕੋਈ ਹੈ ਤੋਂ ਬੜੀ ਤਾਕਤ? ਕੋਈ ਹੈ ਤੋਂ ਬੜੀ ਸ਼ਕਤੀ? ਪਰ ਅੱਜ ਇਨਸਾਨ ਕੀ ਕਰਦਾ ਹੈ? ਅੱਜ ਇਨਸਾਨ ਤੇ ਜਦੋਂ ਮੁਸੀਬਤ ਆਉਂਦੀ ਹੈ ਨਾ, ਤਾਂ ਬੰਦਾ ਉਹ ਰੱਬ ਨੂੰ ਪਤਾ ਕੀ ਕਰਦਾ ਹੈ? ਰੱਬਾ ਕੀ ਭੇਜ ਦਿੱਤਾ, ਰੱਬਾ ਤੂੰ ਕੀ ਕਰੀ ਜਾਂਦਾ, ਕਿੰਨੇ ਬੰਦੇ ਮਰ ਗਏ। ਉਹ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਉਹਦਾ ਨਾਮ ਲੈਣ ਦੀ ਬਜਾਏ, ਉਹਨੂੰ ਯਾਦ ਕਰਨ ਦੀ ਬਜਾਏ, ਉਹਨੂੰ ਇਹ ਕਹਿਣ ਦੀ ਬਜਾਏ ਕਿ ਪ੍ਰਮਾਤਮਾ ਇਸ ਔਖੀ ਘੜੀ 'ਚ ਤੂੰ ਹੀ ਸਾਨੂੰ ਬਚਾ ਸਕਦਾ, ਤੂੰ ਹੀ ਸਾਡੀ ਮਦਦ ਕਰ ਸਕਦਾ ਆ, ਤੂੰ ਹੀ ਸਾਨੂੰ ਕੱਢ ਸਕਦਾ। ਇਦਾਂ ਬੇਨਤੀ ਕਰਨ ਦੀ ਬਜਾਏ ਅਸੀਂ ਉਲਟਾ ਰੱਬ ਨੂੰ ਹੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਤਾਨੇ ਦੇਣੇ ਸ਼ੁਰੂ ਕਰ ਦਿੰਦੇ ਆ। ਰੱਬ ਕੀ ਕਰੀ ਜਾਂਦਾ ਹੈ? ਬੋਲੋ, ਸਮਝਦੇ ਹੋ ਕਿ ਨਹੀਂ? ਇੱਥੇ ਤੱਕ ਵੀ ਦੇਖਿਆ ਕਿ ਬੰਦੇ ਨੇ ਦੇਖ ਕੇ ਆਪ ਨਹੀਂ ਚੱਲਣਾ। ਜੇ ਦੇਖ ਕੇ ਆਪ ਨਹੀਂ ਚੱਲਦਾ ਔਰ ਗਿਰ ਜਾਂਦਾ, ਗੋਡੇ ਤੇ ਰਗੜ ਲੱਗ ਜਾਂਦੀ, ਰੱਬਾ ਇਹ ਕੀ ਕੀਤਾ? ਕਮਾਲ ਦੀ ਗੱਲ ਹੈ, ਰੱਬ ਕਹਿੰਦਾ ਮੈਂ ਕੀਤਾ। ਸਮਝਦੇ ਹੋ ਕਿ ਨਹੀਂ? ਹੁਣ ਤੁਹਾਡਾ ਬੱਚਾ ਗਰਾਊਂਡ 'ਚ ਜਾ ਕੇ ਖੇਡਦਾ ਖੇਡਦਾ ਸੱਟ ਲਵਾ ਲਾਵੇ ਔਰ ਘਰ ਆ ਕੇ ਕਹੇ ਮੰਮੀ ਇਹ ਕੀ ਕੀਤਾ ਤੂੰ ਮੇਰੇ? ਉਹ ਮੰਮੀ ਨੇ ਕਹਿਣਾ ਮੈਂ ਤਾਂ ਆਪਣਾ ਕੰਮ ਕਰ ਰਹੀ ਸੀ, ਮੈਂ ਕੀ ਕੀਤਾ? ਕੋਈ ਮੈਂ ਆ ਕੇ ਤੇਰੇ ਪੱਥਰ ਮਾਰਿਆ ਕਿ ਤੇਰੇ ਤਾਂ ਸੱਟ ਲੱਗੀ? ਜਾਂ ਪਾਪਾ ਨੂੰ ਕਹੇ ਪਾਪਾ ਡੈਡੀ ਇਹ ਤੁਸੀਂ ਕੀ ਕੀਤਾ? ਆ ਦੇਖੋ ਮੇਰੇ ਗੋਡੇ 'ਚੋਂ ਖੂਨ ਕੱਢ ਦਿੱਤਾ ਤੁਸੀਂ। ਉਹ ਪੇ ਨੇ ਕਹਿਣਾ ਖੇਲਿਆ ਤੂੰ ਆਪ ਨਹੀਂ ਧਿਆਨ ਨਾਲ, ਤਾਂ ਦੋਸ਼ ਮੈਨੂੰ ਦੇਈ ਜਾਂਦਾ। ਮੈਂ ਤਾਂ ਹਮੇਸ਼ਾ ਤੇਰੀ ਸੁੱਖ ਮੰਗਦਾ ਹਾਂ, ਮੈਂ ਤਾਂ ਤੈਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਮੈਂ ਤੈਨੂੰ ਦੁੱਖ ਦੇਣਾ ਹੁੰਦਾ ਤਾਂ ਤੇਰੇ ਵਾਸਤੇ ਇੰਨਾ ਸੋਹਣਾ ਘਰ ਨਾ ਬਣਾਉਂਦਾ, ਤੇਰੇ ਵਾਸਤੇ ਪੱਖੇ ਨਾ ਲਵਾਉਂਦਾ, ਏਸੀ ਨਾ ਲਵਾਉਂਦਾ। ਮੈਂ ਤਾਂ ਸਭ ਕੁਝ ਕਰ ਰਿਹਾ ਤਾਂ ਕਿ ਮੇਰਾ ਬੱਚਾ ਖੁਸ਼ੀ ਦੇ ਨਾਲ ਰਵੇ। ਪਰ ਜੇ ਬਾਹਰ ਜਾ ਕੇ ਗਲਤੀਆਂ ਕਰਕੇ ਤੂੰ ਆਪ ਹੀ ਸੱਟਾਂ ਚੋਟਾਂ ਲਵਾਵੇਂ ਤਾਂ ਤੇਰਾ ਪੇ ਕੀ ਕਰ ਸਕਦਾ? ਇਦਾਂ ਹੀ ਪ੍ਰਮਾਤਮਾ ਨੇ ਵੀ ਇਹ ਦੁਨੀਆ ਬਣਾਈ ਹੈ। ਜੇ ਉਹਨਾਂ ਸਾਨੂੰ ਸਜ਼ਾ ਹੀ ਦੇਣੀ ਹੋਵੇ ਜਾਂ ਉਹ ਸਾਡੇ ਨਾਲ ਨਫ਼ਰਤ ਕਰਦਾ ਹੋਵੇ ਤਾਂ ਰੱਬ ਇੱਕ ਦਿਨ ਸੂਰਜ ਨੂੰ ਕਹਿ ਦੇਵੇ ਅੱਜ ਤੂੰ ਨਹੀਂ ਚੜ੍ਹਨਾ, ਤਾਂ ਸਾਰੀ ਦੁਨੀਆ ਖਤਮ, ਕਿਉਂਕਿ ਸੂਰਜ ਕਿਹਦੇ ਹੁਕਮ ਨਾਲ ਚੜ ਰਿਹਾ ਹੈ?
ਜਵਾਬ ਦਿਓ ਸਾਨੂੰ। ਕੋਈ ਬੰਦੇ ਦੇ ਹੱਥ 'ਚ ਇਹਦਾ ਰਿਮੋਟ ਕਿ ਲੈ ਵੀ ਬਟਨ ਦਬਾ ਦਿੱਤਾ, ਆ ਗਿਆ ਸੂਰਜ, ਹੁਣ ਇੱਥੇ ਰੋਕ ਦਿਓ, ਇੱਥੋਂ ਤੋੜ ਦਿਓ। ਜਿੱਦਾਂ ਟੀਵੀ ਦੇ ਵਿੱਚ ਹੁੰਦਾ ਨਾ, ਫਿਲਮ ਚੱਲਦੀ ਹੈ ਤਾਂ ਰਿਮੋਟ ਦੇ ਉੱਤੇ ਨਾਲ ਅਸੀਂ ਉਹਨੂੰ ਰੋਕ ਵੀ ਲੈਂਦੇ ਤਾਂ ਅੱਗੇ ਦੜਾ ਵੀ ਦਿੰਦੇ ਆ, ਜਾਨੀ ਤੇਜ਼ੀ ਨਾਲ ਵੀ ਅੱਗੇ ਫਾਰਵਰਡ ਵੀ ਕਰ ਦਿੰਦੇ, ਫਿਰ ਰਿਵਰਸ ਵੀ ਕਰ ਲੈਂਦੇ ਆ। ਉਹ ਚੀਜ਼ਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ। ਇਸ ਲਈ ਸਮਝ ਲੈਣਾ ਸਾਰਿਆਂ ਨੇ ਕਿ ਇੱਥੇ ਇੱਕ ਗੱਲ ਕਲੀਅਰ ਕਰਾਂਗੇ ਤੁਹਾਡੇ ਨਾਲ ਕਿ ਹਵਾਵਾਂ ਚੱਲਦੀਆਂ ਨੇ, ਬੰਦੇ ਦੇ ਹੱਥ 'ਚ ਨਹੀਂ ਹੈ। ਕਿਹਦੇ ਹੱਥ 'ਚ ਹੈ? ਪ੍ਰਮਾਤਮਾ ਦੇ ਹੱਥ 'ਚ। ਸੂਰਜ ਚੜ੍ਹਦਾ ਹੈ, ਇਹ ਬੰਦੇ ਦੇ ਹੱਥ 'ਚ ਨਹੀਂ ਹੈ। ਕਿਹਦੇ ਹੱਥ 'ਚ ਹੈ? ਪ੍ਰਮਾਤਮਾ ਦੇ ਹੱਥ 'ਚ। ਧਰਤੀ 'ਚੋਂ ਪਾਣੀ ਨਿਕਲਦਾ ਹੈ, ਅੰਨ ਜਲ ਨਿਕਲਦਾ ਹੈ, ਇਹ ਕਿਹਦੇ ਹੱਥ 'ਚ ਹੈ? ਇਹੀ ਕਈ ਵਾਰ ਦੱਸੀ ਨਾ, ਕਿਸਾਨ ਤਾਂ ਇੱਕ ਬੀਜ ਬੋ ਕੇ ਘਰ ਚਲਾ ਜਾਂਦਾ ਹੈ, ਪਰ ਇੱਕ ਬੀਜ ਨੂੰ ਬੇਲ ਵਿੱਚ ਕੌਣ ਬਦਲਦਾ ਹੈ? ਉਹ ਬੇਲ ਦੇ ਵਿੱਚ ਦਾਣੇ ਪੈਦਾ ਕੌਣ ਕਰਦਾ ਹੈ? ਇਹ ਕਿਹੜੀ ਤਾਕਤ ਹੈ? ਉਹ ਪ੍ਰਮਾਤਮਾ ਹੈ। ਹਰ ਚੀਜ਼ ਤਾਂ ਉਹ ਕਰ ਰਿਹਾ ਹੈ। ਔਰ ਇੱਥੇ ਤੱਕ ਵੀ ਤੁਹਾਨੂੰ ਕਵਾਂਗੇ, ਇਸ ਲਈ ਤੁਸੀਂ ਬੈਠੇ ਹੋ ਨਾ, ਤਾਂ ਤੁਹਾਡਾ ਦਿਲ ਆਪਣਾ ਕੰਮ ਕਰ ਰਿਹਾ ਹੈ। ਕਿਉਂਕਿ ਜੇ ਦਿਲ ਕੁਝ ਸੈਕਿੰਡ ਵਾਸਤੇ ਵੀ ਰੁਕ ਜਾਵੇ ਤਾਂ ਬੰਦਾ ਮਰ ਜਾਂਦਾ ਹੈ। ਕਹਿੰਦੇ ਨਾ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਦਾ ਮਤਲਬ ਕੀ ਹੈ? ਕਿ ਦਿਲ ਰੁਕ ਗਿਆ ਤਾਂ ਬੰਦਾ ਖਤਮ। ਪਰ ਅੰਦਰ ਤੁਹਾਡਾ ਦਿਲ ਤੁਹਾਨੂੰ ਪਤਾ ਵੀ ਨਹੀਂ ਹੈ, ਤੁਸੀਂ ਆਪਣੀਆਂ ਗੱਲਾਂ 'ਚ ਲੱਗੇ ਹੋ, ਤਾਂ ਦਿਲ, ਤੁਹਾਡੇ ਗੁਰਦੇ, ਤੁਹਾਡੇ ਫੇਫੜੇ, ਤੁਹਾਡਾ ਲੀਵਰ, ਤੁਹਾਡੀ ਸਰੀਰ ਦੇ ਸਾਰੇ ਅੰਗ ਆਪਣਾ ਕੰਮ ਕਰੀ ਜਾ ਰਹੇ ਹੈ ਔਰ ਤੁਹਾਨੂੰ ਪਤਾ ਵੀ ਨਹੀਂ ਹੈ। ਇਹ ਕਿਹੜੀ ਤਾਕਤ ਹੈ? ਉਹੀ ਤਾਂ ਹੈ। ਤਾਂ ਬੰਦਾ ਕਹਿੰਦਾ, ਰੱਬਾ ਕਿਹੜੇ ਜਨਮ ਦਾ ਬੈਰ ਲੈ ਰਿਹਾ? ਕੀ ਦੁਸ਼ਮਣੀ ਹੈ ਤੈਨੂੰ? ਜੇ ਉਹਨਾਂ ਦੁਸ਼ਮਣੀ ਕਰਨੀ ਹੋਵੇ ਤਾਂ ਦਿਲ ਨੂੰ ਕਹੇ, ਰੁਕ ਜਾ ਭਾਈ, ਇਹਨੂੰ ਖਤਮ ਹੀ ਕਰਾਂ ਮੈਂ। ਕਿਉਂਕਿ ਜਿਹੜੀ ਚੀਜ਼ ਉਹਦੇ ਕੰਟਰੋਲ 'ਚ, ਕੁਝ ਵੀ ਕਰ ਸਕਦਾ ਹੈ ਉਹ। ਇਸ ਲਈ ਪ੍ਰਮਾਤਮਾ ਨੇ ਦੁਨੀਆ ਬਣਾਈ ਤਾਂ ਜ਼ਰਾ ਧਿਆਨ ਦੇ ਕੇ ਸੋਚੋ ਕਦੀ। ਉਹ ਸਾਡਾ ਬੈਰੀ ਨਹੀਂ ਹੈ, ਉਹ ਸਾਡੇ ਨਾਲ ਬੁਰਾ ਨਹੀਂ ਕਰਨਾ ਚਾਹੁੰਦਾ, ਬਲਕਿ ਉਹ ਸਾਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹੈ। ਤਾਂ ਹੀ ਤਾਂ ਠੰਡੀਆਂ ਹਵਾਵਾਂ ਚਲਾਉਂਦਾ ਹੈ ਉਹ। ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਹੁਣ ਵੀ ਦੇਖੋ, ਧੁੱਪ ਸੀਗੀ, ਬੱਦਲ ਹੋ ਗਏ ਤਾਂ ਕਿ ਸਤਸੰਗ ਹੋਣਾ ਆ। ਸਤਸੰਗ 'ਚ ਪ੍ਰੇਮੀਆਂ ਨੇ ਬੈਠਣਾ, ਉਹਨੂੰ ਗਰਮੀ ਨਾ ਲੱਗੇ। ਕਿੰਨਾ ਫਿਕਰ ਹੈ ਉਸ ਨੂੰ। ਸਮਝਦੇ ਹੋ ਕਿ ਨਹੀਂ? ਸਾਨੂੰ ਇੱਕ ਵਾਰ ਇਹੀ ਦੱਸਣਾ ਚਾਹੁੰਦੇ ਕਿ ਬਗਦਾਦ ਜਾਣ ਦਾ ਟਾਈਮ ਮੌਕਾ ਮਿਲਿਆ। ਜਰਾ ਧਿਆਨ ਦੇਣ ਵਾਲੀ ਗੱਲ ਹੈ। ਹਜ਼ੂਰ ਦਾ ਦਰਬਾਰ ਹੈ ਬਗਦਾਦ ਵਿੱਚ, ਜਿੱਥੇ ਉਹਨਾਂ ਨੇ 12 ਸਾਲ ਦੇ ਡੁੱਬੇ ਬੇੜੇ ਬੰਨੇ ਲਾਈ ਸੀ, ਹਜ਼ੂਰ ਗੌਂਸ। ਸੋ ਉਹਦੇ ਬਿਲਕੁਲ ਨਜ਼ਦੀਕ ਹੀ ਸਾਡਾ ਰੂਮ ਸੀਗਾ, ਹੋਟਲ ਸੀ, ਜਿੱਥੇ ਅਸੀਂ ਰੁਕੇ ਹੋਏ ਸੀ। ਅਸੀਂ ਕੋਸ਼ਿਸ਼ ਕੀਤੀ ਸੀ ਕਿ ਦਰਬਾਰ ਦੇ ਬਿਲਕੁਲ ਨੇੜੇ ਰੂਮ ਲਿਆ ਜਾਵੇ ਤਾਂ ਕਿ ਦਰਸ਼ਨ ਕਰਨੇ ਈਜ਼ੀ ਰਹਿਣ। ਕਿਉਂਕਿ ਤੜਕੇ 4 ਵਜੇ ਸ਼ੁਰੂ ਹੋ ਜਾਂਦਾ ਸੀ, ਰਾਤ ਨੂੰ 1-1, 2-2 ਵਜੇ ਤੱਕ ਸੰਗਤ ਆਂਦੀ ਜਾਂਦੀ ਰਹਿੰਦੀ ਸੀ, ਲੋਕ ਆਂਦੇ ਦਰਸ਼ਨ ਕਰਦੇ। ਹੁਣ ਜ਼ਰਾ ਸਮਝਣ ਵਾਲੀ ਗੱਲ ਹੈ ਕਿ ਕਿੰਨੀ ਫਿਕਰ ਹੁੰਦੀ ਹੈ ਉਹ ਪ੍ਰਮਾਤਮਾ ਨੂੰ ਸਾਡੀ, ਕਿ ਰਾਤ ਨੂੰ 1:30 ਵਜੇ ਦਾ ਟਾਈਮ ਹੈ। ਅਸੀਂ ਦਰਬਾਰ ਚੋਂ ਨਿਕਲੇ, ਜਦੋਂ ਆਏ ਤਾਂ ਇੱਕ ਉੱਥੇ ਲਾਂਗਰੀ ਸੀ, ਜਿਹੜੇ ਲੰਗਰ ਵਰਤਾਨ ਵਾਲੇ, ਉਹਨਾਂ ਨੇ, ਕਿਉਂਕਿ ਪੈਕ ਕਰਕੇ ਲੰਗਰ ਦਿੰਦੇ ਆ ਉਹ, ਜਿੱਦਾਂ ਨਾ ਚਿੱਟੀਆਂ ਪਲੇਟਾਂ ਹੁੰਦੀਆਂ ਡਿਸਪੋਜ਼ੇਬਲ, ਉਹ 'ਚ ਪੈਕ ਕਰਕੇ ਲੰਗਰ ਦੇ ਦਿੰਦੇ ਕਿ ਲਓ ਖਾਓ। ਤੇ ਅਸੀਂ ਜਾ ਰਹੇ ਹਾਂ, ਸਾਡੇ ਹੱਥੇ ਰੱਖ ਦਿੱਤਾ ਕਿ ਲਓ ਜੀ ਇਹ ਲੰਗਰ ਖਾ ਲਿਓ। ਕਿਉਂਕਿ ਸਾਡੀ ਆਦਤ ਹੈ, ਅਸੀਂ ਸ਼ਾਮ ਨੂੰ 4-5 ਵਜੇ ਤੱਕ ਖਾਣਾ ਖਾ ਲਈਦਾ, ਉਸ ਤੋਂ ਬਾਅਦ ਹੀ ਖਾਂਦੇ ਕੁਛ ਨਹੀਂ। ਕਿਉਂਕਿ ਰਾਤ ਨੂੰ ਬੰਦਗੀ ਤੇ ਬੈਠਣਾ, ਧਿਆਨ ਤੇ ਬੈਠਣਾ। ਤਾਂ ਜੇ ਰਾਤ ਨੂੰ 9-10 ਵਜੇ ਬੰਦਾ ਖਾਵੇ ਤਾਂ ਫਿਰ ਤਾਂ ਬੰਦੇ ਦਾ ਪੇਟ ਇੱਦਾਂ ਭਰ ਜਾਂਦਾ ਕਿ ਬੰਦੇ ਦੀ ਸਵੇਰੇ ਅੱਖ ਹੀ 7-8 ਵਜੇ ਖੁੱਲਦੀ ਹੈ। ਇਸੇ ਲਈ ਤਾਂ ਕਹਿੰਦੇ ਟਾਈਮ ਨਾਲ ਖਾ ਲੈਣਾ ਚਾਹੀਦਾ ਹੈ। ਹੁਣ ਕੀ ਹੁੰਦਾ ਹੈ, ਹੁਣ ਜ਼ਰਾ ਦੱਸਣ ਲੱਗੇ ਆ ਕਿ ਜਦੋਂ ਉਹਨਾਂ ਨੇ ਉਹ ਫੜਾ ਦਿੱਤਾ ਸਾਨੂੰ, ਅੱਧੀ ਰਾਤ ਦਾ ਟਾਈਮ, 1-1:30 ਵਜੇ ਦਾ ਟਾਈਮ ਸੀ। ਅਸੀਂ ਕਿਹਾ ਇਹ ਟਾਈਮ ਤਾਂ ਸਾਡੇ ਖਾਣ ਦਾ ਹੈ ਹੀ ਨਹੀਂ। ਮਨਾ ਕੀਤਾ ਸੀ ਕਿ ਵੀ ਸਾਨੂੰ ਇਹ ਖਾਣਾ ਨਹੀਂ ਚਾਹੀਦਾ, ਸਾਨੂੰ ਇਹ ਖਾਣਾ ਨਹੀਂ ਚਾਹੀਦਾ, ਕਿਉਂਕਿ ਇਹ ਟਾਈਮ ਹੀ ਹੈ ਨਹੀਂ ਖਾਣ ਦਾ। ਇਸ ਲਈ ਤੁਸੀਂ ਲੈ ਜਾਓ। ਕਹਿੰਦੇ ਨਹੀਂ ਜੀ, ਹੁਣ ਤੁਹਾਡੇ ਹੱਥੇ ਰੱਖਤਾ, ਹੁਣ ਤਾਂ ਤੁਹਾਨੂੰ ਖਾਣਾ ਹੀ ਪੈਣਾ। ਹੁਣ ਅਸੀਂ ਉਹਨੂੰ ਲੈ ਕੇ ਬਾਹਰ ਤੁਰ ਪਏ। ਉਹ ਗੱਲ ਦੱਸਣ ਲੱਗੀ ਆ ਤੁਹਾਨੂੰ ਕਿ ਉਹਨੂੰ ਸਾਡੀ ਕਿੰਨੀ ਫਿਕਰ ਹੈ। ਜਿਸ ਲਈ ਬਾਹਰ ਤੁਰੇ ਜਾ ਰਹੇ ਹਾਂ ਅਸੀਂ, ਉਹ ਖਾਣਾ ਹੱਥੇ ਲੈ ਕੇ ਹੁਣ ਹੋਟਲ 'ਚ ਲੈ ਕੇ ਜਾਣਾ, ਪਰ ਹੋਟਲ 'ਚ ਵੀ ਇਹ ਪਿਆ ਖਰਾਬ ਹੋ ਜਾਣਾ, ਕਿਉਂਕਿ ਰਾਤ ਨੂੰ ਖਾਣ ਦੀ ਤਾਂ ਕੋਈ ਹੈ ਹੀ ਨਹੀਂ। ਹੁਣ ਜਦੋਂ ਲੈ ਕੇ ਜਾ ਰਹੇ ਹਾਂ ਤਾਂ ਰਸਤੇ 'ਚ ਹੀ ਇੱਕ ਲੰਗੜਾ ਬੰਦਾ ਖੜਾ ਹੈ, ਇੱਕ ਲੰਗੜਾ ਬੰਦਾ ਖੜਾ ਹੈ। ਕਿਉਂਕਿ ਇੱਕ ਗੱਲ ਯਾਦ ਰੱਖੋ, ਭੁੱਖੇ ਮੰਗਣ ਵਾਲੇ ਤੁਹਾਨੂੰ ਹਰ ਦੇਸ਼ 'ਚ ਮਿਲ ਜਾਣਗੇ। ਜੇ ਬੰਦਾ ਸੋਚੇ ਅਮਰੀਕਾ ਕੈਨੇਡਾ ਬਹੁਤ ਬੜੇ ਅਮੀਰ ਦੇਸ਼ ਆ, ਤਾਂ ਉੱਥੇ ਵੀ ਜਦੋਂ ਅਸੀਂ ਘੁੰਮਦੇ ਆ ਨਾ, ਤਾਂ ਉੱਥੇ ਵੀ ਕਈ ਬੈਠੇ ਹੁੰਦੇ ਜਿਹੜੇ ਕੱਪ ਜਿਹਾ ਲੈ ਕੇ ਬਹਿ ਜਾਂਦੇ ਕਿ ਸਾਨੂੰ 1 ਪੈਨੀ ਦੇ ਦਿਓ, 1 ਸਿੱਕਾ ਦੇ ਦਿਓ, 1 ਪਾਉਂਡ ਦੇ ਦਿਓ। ਇੰਗਲੈਂਡ ਦੀ ਗੱਲ ਹੈ, ਜਾਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਮੰਗਣ ਵਾਲੇ ਬਹੁਤ ਮਿਲ ਜਾਣਗੇ। ਜਿਨ੍ਹਾਂ ਦੇ ਬੱਚੇ ਰਹਿੰਦੇ, ਪੁੱਛ ਸਕਦੇ ਉਹਨਾਂ ਨੂੰ ਕਾਲ ਕਰਕੇ ਕਿ ਭਾਈ ਇੱਥੇ ਹੈ ਕਿ ਨਹੀਂ। ਸੋ ਉੱਥੇ ਵੀ ਉਹ ਲੰਗੜਾ ਸੀ। ਜਦੋਂ ਸਾਡੇ ਹੱਥ 'ਚ ਖਾਣਾ ਦੇਖਿਆ ਤਾਂ ਸਾਨੂੰ ਕਹਿਣ ਲੱਗਾ, ਇਹ ਖਾਣਾ ਖਾ ਲਿਆ ਜਾਂ ਹੈ ਇਹਦੇ 'ਚ? ਇਹ ਕਿਹਾ ਹੈ। ਕਹਿੰਦਾ ਮੈਨੂੰ ਦੇ ਦਿਓ, ਬੜੀ ਭੁੱਖ ਲੱਗੀ ਹੋਈ ਹੈ। ਅਸੀਂ ਉਹਨੂੰ ਦਿੱਤਾ ਤਾਂ ਉੱਥੇ ਬਹਿ ਕੇ ਰੋਡ ਦੇ ਉੱਪਰ ਨਾ ਇੱਕ ਸਾਈਡ ਨੂੰ ਬਹਿ ਕੇ ਖਾਣ ਲੱਗ ਪਿਆ, ਫਟਾਫਟ ਭੁੱਖਿਆ ਮੰਗੋ। ਉਸ ਲਈ ਅਸੀਂ ਰੱਬ ਵੱਲ ਦੇਖਿਆ, ਇਹ ਕਿ ਵਾਹ ਰੱਬਾ, ਤੈਨੂੰ ਸਭ ਦੀ ਕਿੰਨੀ ਫਿਕਰ ਹੈ। ਐਸੇ ਸੋਚਿਆ ਸੀ ਖਾਣਾ ਸਾਨੂੰ ਦਿੱਤਾ ਹੈ, ਪਰ ਸਾਨੂੰ ਤਾਂ ਭੁੱਖ ਹੀ ਨਹੀਂ ਸੀ, ਫਿਰ ਵੀ ਤੂੰ ਸਾਡੇ ਹੱਥ ਤੇ ਰਖਾਇਆ। ਇਹਦਾ ਮਤਲਬ ਤੈਨੂੰ ਪਤਾ ਸੀ ਇਹ ਲੰਗੜਾ ਬੰਦਾ ਉੱਥੇ ਨਹੀਂ ਜਾ ਸਕਦਾ, ਤਾਂ ਮੈਂ ਕਿਸੇ ਤਰ੍ਹਾਂ ਖਾਣਾ ਇਹਦੇ ਤੱਕ ਪਹੁੰਚਾ ਦੇਵਾਂ। ਕਿੰਨੀ ਫਿਕਰ ਹੈ ਤੈਨੂੰ ਸਾਰਿਆਂ ਦੀ। ਤਾਂ ਹੀ ਤਾਂ ਕਹਿੰਦੇ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜ਼ਕ ਦੇਵੇ, ਕਿਉਂਕਿ ਘਰ ਘਰ ਰਿਜ਼ਕ ਪਹੁੰਚਾਉਂਦਾ ਅੱਲਾ ਏ। ਇੱਕ ਸ਼ਬਦ ਹੈ ਨਾ, ਉਹ 'ਚ ਦੱਸਿਆ ਆ ਕਿ ਪੱਥਰਾਂ ਦੇ ਅੰਦਰ ਰਹਿਣ ਵਾਲੇ ਕੀੜਿਆਂ ਨੂੰ ਵੀ ਉਹ ਭੋਜਨ ਦਿੰਦਾ ਹੈ, ਰਿਜ਼ਕ ਦਿੰਦਾ ਹੈ। ਕਹਿੰਦੇ ਇੱਕ ਵਾਰ ਮੂਸਾ ਦੇ ਮਨ 'ਚ ਆ ਗਿਆ, ਹਜ਼ਰਤ ਮੂਸਾ
ਖੁਦਾ ਦੇ ਪੈਗੰਬਰ, ਬੜਾ ਪਿਆਰਾ ਕਿੱਸਾ ਯਾਦ ਆ ਗਿਆ ਭੋਜਨ ਤੋਂ ਸਾਨੂੰ, ਇਹ ਦੱਸਣਾ ਚਾਹਾਂਗੇ ਤੁਹਾਨੂੰ ਕਿ ਮੂਸਾ ਖੁਦਾ ਦੇ ਪੈਗੰਬਰ ਦੇ ਮਨ 'ਚ ਇੱਕ ਦਿਨ ਆ ਗਿਆ ਕਿ ਪ੍ਰਮਾਤਮਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਪ੍ਰਮਾਤਮਾ ਸਾਰਿਆਂ ਨੂੰ ਰੋਜ਼ੀ ਦਿੰਦਾ, ਰਿਜ਼ਕ ਦਿੰਦਾ ਹੈ। ਇੱਕ ਵਾਰ ਇਹ ਡਿਊਟੀ ਮੈਂ ਲੈ ਕੇ ਦੇਖਾਂ ਕਿ ਰੋਜ਼ੀ ਦੇਣ ਦਾ, ਰਿਜ਼ਕ ਦੇਣ ਦਾ ਮਜ਼ਾ ਕਿੰਨਾ ਕੁ ਆਉਂਦਾ ਹੈ। ਹੁਣ ਜ਼ਰਾ ਸਮਝਣਾ। ਕਹਿੰਦੇ ਅੱਜ ਰਾਤ ਨੂੰ ਜਦੋਂ ਮੂਸਾ ਬੈਠੇ, ਖੁਦਾ ਨਾਲ ਤਾਰ ਜੁੜੀ। ਇਹ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ, ਸਮਝਾਉਣ ਵਾਸਤੇ, ਜ਼ਰਾ ਸਮਝਣਾ ਤੁਸੀਂ। ਕਹਿੰਦੇ ਮੂਸਾ ਨੇ ਖੁਦਾ ਨੂੰ ਕਿਹਾ, ਜਦੋਂ ਆਵਾਜ਼ ਆਈ ਖੁਦਾ ਦੀ, ਮੂਸਾ ਕਿੱਦਾਂ ਠੀਕ ਆ, ਤਾਂ ਮੂਸਾ ਨੇ ਕਿਹਾ, ਖੁਦਾ ਮੇਰੇ ਮਨ 'ਚ ਇੱਕ ਸਵਾਲ ਹੈ, ਮੈਂ ਚਾਹੁੰਦਾ ਮੇਰਾ ਪੂਰਾ ਕਰ ਦੇਵੇਂ। ਖੁਦਾ ਨੇ ਕਿਹਾ, ਪੁੱਛ ਤੇਰਾ ਸਵਾਲ ਕੀ ਹੈ। ਉਹ ਪਰਮਾਤਮਾ, ਉਹ ਭਗਵਾਨ, ਉਹ ਵਾਹਿਗੁਰੂ ਨਿਰੰਕਾਰ ਬੋਲਿਆ, ਦੱਸ ਮੂਸਾ ਕੀ ਹੈ ਸਵਾਲ ਤੇਰਾ। ਤਾਂ ਮੂਸਾ ਨੇ ਕਿਹਾ, ਕਹਿੰਦੇ ਐ ਪਰਮਾਤਮਾ, ਐ ਪ੍ਰਭੂ, ਮੈਂ ਸੁਣਿਆ ਸਭ ਨੂੰ ਰਿਜ਼ਕ ਤੂੰ ਦਿੰਦਾ ਹਾਂ। ਤਾਂ ਖੁਦਾ ਨੇ ਕਿਹਾ, ਸਿਰਫ ਸੁਣਿਆ ਹੈ, ਮੰਨਦਾ ਨਹੀਂ। ਕਿਉਂਕਿ ਕਈ ਵਾਰ ਹੁੰਦਾ ਬੰਦਾ ਕਹਿੰਦਾ ਮੈਂ ਸੁਣਿਆ ਹੀ ਹੈ। ਮੂਸਾ ਨੇ ਕਿਹਾ, ਨਹੀਂ ਨਹੀਂ ਰੱਬਾ, ਐ ਪਰਮਾਤਮਾ, ਮੰਨਦਾ ਵੀ ਹਾਂ ਮੈਂ ਕਿ ਸਭ ਨੂੰ ਰਿਜ਼ਕ ਦੇਣ ਵਾਲਾ ਦਾਤਾ ਤੂੰ ਹੀ ਹੈ। ਤਾਂ ਉਸ ਵੇਲੇ ਖੁਦਾ ਨੇ ਕਿਹਾ, ਫਿਰ ਇਹ ਗੱਲ ਸਹੀ ਹੈ, ਮੈਂ ਸਭ ਨੂੰ ਰਿਜ਼ਕ ਦੇਣ ਵਾਲਾ ਹਾਂ। ਤਾਂ ਮੂਸਾ ਨੇ ਕਿਹਾ, ਐ ਪਰਮਾਤਮਾ, ਐ ਪ੍ਰਭੂ, ਮੈਂ ਚਾਹੁੰਦਾ ਹਾਂ ਕਿ ਇੱਕ ਦਿਨ ਤੂੰ ਮੈਨੂੰ ਇਹ ਡਿਊਟੀ ਦੇਵੇਂ ਕਿ ਮੈਂ ਸਭ ਨੂੰ ਰਿਜ਼ਕ ਦੇਵਾਂ। ਪਰਮਾਤਮਾ ਨੇ ਕਿਹਾ, ਮੂਸਾ ਤੇਰੇ ਤੋਂ ਇਹ ਕੰਮ ਨਹੀਂ ਹੋਣਾ, ਕਿਉਂਕਿ ਜਿਹੜਾ ਕੰਮ ਮੈਂ ਕਰ ਸਕਦਾ ਨਾ, ਉਹ ਮੈਂ ਹੀ ਕਰ ਸਕਦਾ, ਕੋਈ ਹੋਰ ਨਹੀਂ ਕਰ ਸਕਦਾ। ਤਾਂ ਮੂਸਾ ਨੇ ਕਿਹਾ, ਨਹੀਂ ਨਹੀਂ ਪਰਮਾਤਮਾ, ਨਹੀਂ ਭਗਵਾਨ, ਮੈਨੂੰ ਇੱਕ ਮੌਕਾ ਦੇ, ਐ ਨਿਰੰਕਾਰ, ਮੈਨੂੰ ਇੱਕ ਮੌਕਾ ਦੇ, ਮੈਂ ਇਹ ਡਿਊਟੀ ਕਰਨੀ ਚਾਹੁੰਦਾ ਹਾਂ। ਮੈਂ ਤੇਰਾ ਪਿਆਰਾ ਪੈਗੰਬਰ ਹਾਂ, ਜੇ ਮੈਨੂੰ ਆਪਣਾ ਪਿਆਰਾ ਮੰਨਦਾ ਹੈ ਤਾਂ ਮੈਨੂੰ ਇਹ ਮੌਕਾ ਦੇਣਾ ਹੀ ਪੈਣਾ ਹੈ। ਜਿੱਦਾਂ ਕਈ ਵੇਲੇ ਬੱਚੇ ਜਿੱਦ ਕਰਦੇ ਨਾ ਡੈਡੀ ਨਾਲ ਕਿ ਡੈਡੀ ਮੈਂ ਤੈਨੂੰ ਬੜਾ ਪਿਆਰ ਕਰਦਾ, ਜੇ ਤੂੰ ਵੀ ਮੈਨੂੰ ਪਿਆਰ ਕਰਦਾ, ਚੀਜ਼ ਲੈ ਕੇ ਦੇ ਮੈਨੂੰ। ਤਾਂ ਫਿਰ ਡੈਡੀ ਕਈ ਵਾਰ ਬੱਚੇ ਦੀ ਜਿੱਦ ਨੂੰ ਪੂਰਾ ਵੀ ਕਰ ਦਿੰਦਾ ਹੈ। ਰੱਬ ਨੇ ਕਿਹਾ, ਅੱਛਾ ਜਿੱਦ ਹੋ ਗਈ ਤਾਂ ਫਿਰ ਲੈ ਲਾ, ਕੱਲ ਦਾ ਦਿਨ ਤੇਰੀ ਡਿਊਟੀ, ਕੱਲ ਦਾ ਦਿਨ ਇਹ ਰਿਜ਼ਕ ਦੇਣ ਦੀ ਜ਼ਿੰਮੇਵਾਰੀ ਤੇਰੀ। ਪਰ ਮੂਸਾ ਇੱਕ ਗੱਲ ਦਾ ਖਿਆਲ ਰੱਖੀ, ਕੋਈ ਭੁੱਖਾ ਨਾ ਰਹਿ ਜਾਵੇ, ਕੋਈ ਭੁੱਖਾ ਨਾ ਰਹਿ ਜਾਵੇ, ਕੋਈ ਪਿਆਸਾ ਨਾ ਰਹਿ ਜਾਵੇ। ਮੂਸਾ ਕਹਿੰਦੇ ਜੀ ਫਿਕਰ ਨਾ ਕਰੋ। ਹੁਣ ਮੂਸਾ ਨੂੰ ਡਿਊਟੀ ਮਿਲ ਗਈ, ਯਾਨੀ ਅਗਲੇ ਦਿਨ ਮੂਸਾ ਨੇ ਜ਼ਿੰਮੇਵਾਰੀ ਲੈ ਲਈ ਕਿ ਸਭ ਨੂੰ ਰਿਜ਼ਕ ਮੈਂ ਦੇਣਾ ਹੈ। ਤਾਂ ਸਵੇਰ ਹੋਈ, ਸਵੇਰ ਹੁੰਦੇ ਹੀ ਮੂਸਾ ਦੇ ਸਾਹਮਣੇ ਸਾਰੇ ਜੀਆ ਜੰਤ ਘੁੰਮਣੇ ਸ਼ੁਰੂ ਹੋ ਗਏ। ਜੀਆ ਜੰਤ ਯਾਨੀ ਕਿਹਨੂੰ ਕਿਹਨੂੰ ਰਿਜ਼ਕ ਦੇਣਾ। ਮੂਸਾ ਸਭ ਨੂੰ ਕਹਿ ਰਿਹਾ, ਇਹਨੂੰ ਰਿਜ਼ਕ ਮਿਲ ਜਾਵੇ, ਇਹਨੂੰ ਮਿਲ ਜਾਵੇ, ਇਹਨੂੰ ਮਿਲ ਜਾਵੇ, ਉਹਨੂੰ ਮਿਲ ਜਾਵੇ। ਪਰ ਇੱਕ ਜਗ੍ਹਾ ਕੀ ਦੇਖਿਆ ਮੂਸਾ ਨੇ ਕਿ ਕੁਝ ਬੁਰੇ ਲੋਕ ਹੈ ਜਿਹੜੇ ਚੋਰੀ ਕਰ ਰਹੇ ਹੈ। ਮੂਸਾ ਨੇ ਕਿਹਾ, ਆਹ ਚੋਰ, ਦੂਜੇ ਨੂੰ ਤਕਲੀਫ, ਇਹਨੂੰ ਰਿਜ਼ਕ ਨਾ ਮਿਲੇ। ਇੱਕ ਜਗ੍ਹਾ ਦੇਖਿਆ ਇੱਕ ਬੰਦਾ ਸ਼ਰਾਬ ਪੀ ਕੇ ਰੱਬ ਨੂੰ ਗਾਲਾਂ ਕੱਢ ਰਿਹਾ ਹੈ। ਮੂਸਾ ਨੇ ਕਿਹਾ, ਇਹਨੂੰ ਵੀ ਰਿਜ਼ਕ ਨਾ ਮਿਲੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਹੋਈ ਜਾਂਦਾ ਨਾ ਬੰਦੇ ਨੂੰ, ਬੰਦਾ ਕਹਿੰਦਾ ਲੈ ਇਹਨਾਂ ਮੈਨੂੰ ਗਾਲ ਕੱਢੀ, ਇਹਨੂੰ ਨਹੀਂ ਵਿਆਹ 'ਚ ਸੱਦਣਾ, ਮੈਂ ਇਹਨੂੰ ਨਹੀਂ ਕਾਰਡ ਦੇਣਾ, ਬਾਕੀ ਸਾਰਿਆਂ ਨੂੰ ਬੁਲਾਣਾ ਹੈ, ਪਰ ਇਹਨਾਂ ਮੈਨੂੰ ਬੁਰਾ ਬੋਲਿਆ, ਇਹ ਮੇਰੇ ਘਰ ਨਹੀਂ ਬਣਨਾ ਚਾਹੀਦਾ। ਏਦਾਂ ਹੋ ਜਾਂਦੀ ਕਿ ਨਹੀਂ? ਇੱਕ ਗੱਲ ਯਾਦ ਰੱਖੋ, ਜੇ ਜਵਾਬ ਦੇਣਾ ਬੰਦ ਕਰਦੇ ਸਤਸੰਗ ਬੰਦ ਕਰ ਦੇਣਾ। ਜੇ ਆਨੰਦ ਆ ਰਿਹਾ ਤਾਂ ਜਵਾਬ ਦਿਓ। ਏਦਾਂ ਹੁੰਦੀ ਹੈ ਕਿ ਨਹੀਂ? ਕੋਈ ਬੰਦੇ ਨੂੰ ਬੁਰਾ ਬੋਲ ਦੇਵੇ, ਕੋਈ ਬੰਦੇ ਨੂੰ ਗਾਲੀ ਦੇ ਦੇਵੇ, ਝਗੜਾ ਹੀ ਕਰ ਲਵੇ, ਬੰਦਾ ਕਹਿੰਦਾ ਇਹਨੂੰ ਮੈਂ ਕੁਝ ਨਹੀਂ ਦੇਣਾ। ਹੋਰ ਭਾਵੇਂ ਪੂਰੇ ਪਿੰਡ ਨੂੰ ਲੰਗਰ ਛਕਾ ਦਿਓ, ਇਹਨੂੰ ਲੰਗਰ 'ਚ ਨਹੀਂ ਵੰਡ ਦੇਣਾ ਮੈਂ, ਇਹਨੂੰ ਕੋਈ ਖਾਣ ਪੀਣ ਦੀ ਚੀਜ਼ ਨਹੀਂ ਦੇਣੀ, ਕਿਉਂਕਿ ਇਹਨਾਂ ਮੈਨੂੰ ਗਾਲ ਕੱਢੀ ਸੀ। ਤਾਂ ਹੀ ਤਾਂ ਵਿਆਹਾਂ ਸ਼ਾਦੀਆਂ 'ਚ ਜਿਹੜਾ ਬੰਦੇ ਦਾ ਅੰਦਰਲਾ ਗੁੱਸਾ ਹੈ ਨਾ ਦੇਖਣ ਨੂੰ ਮਿਲਦਾ ਹੈ। ਸਾਰੇ ਦੇ ਘਾਟ ਜਾਣਗੇ। ਕਈ ਵਾਰ ਸਗਾ ਰਿਸ਼ਤੇਦਾਰ ਹੀ ਹੁੰਦਾ, ਭੂਆ ਹੁੰਦੀ ਹੈ, ਮਾਮਾ ਹੁੰਦਾ, ਮਾਸੜ ਹੁੰਦਾ ਹੈ, ਜਾਂ ਕਹਿ ਲਓ ਕਿ ਭਰਾ ਹੀ ਹੁੰਦਾ ਸਗਾ। ਨਹੀਂ, ਇਹ ਲੜਿਆ ਸੀ ਮੇਰੇ ਨਾਲ, ਇਹਨੂੰ ਨਹੀਂ ਬੁਲਾਣਾ। ਸਗਿਆਂ ਨਾਲ ਹੀ ਬੰਦਾ ਕ੍ਰੋਧ ਕਰਕੇ, ਗੁੱਸੇ ਕਰਕੇ ਹੋ ਜਾਂਦਾ ਹੈ। ਤਾਂ ਮੂਸਾ ਨੇ ਵੀ ਇੱਥੇ ਦੇਖਿਆ, ਇਹ ਮੇਰੇ ਰੱਬ ਨੂੰ ਗਾਲਾਂ ਕੱਢੀ ਜਾਂਦਾ ਹੈ। ਕਿਉਂਕਿ ਕਈ ਹੁੰਦੇ ਸ਼ਰਾਬ ਪੀ ਕੇ ਰੱਬ ਨੂੰ ਹੀ ਗਾਲਾਂ ਕੱਢਣ ਲੱਗ ਪੈਂਦੇ। ਕਿੱਥੇ ਆ ਰੱਬਾ, ਤੂੰ ਆ ਇੱਕ ਵਾਰੀ ਮੇਰੇ ਸਾਹਮਣੇ ਫੇਰ ਦੱਸਾਂ ਤੈਨੂੰ। ਕਈ ਦੇਖਿਆ ਸ਼ਰਾਬੀ ਕਹਿ ਦਿੰਦੇ ਆ, ਸਮਝਦੇ ਹੋ ਕਿ ਨਹੀਂ? ਮੂਸਾ ਨੇ ਕਿਹਾ, ਮੇਰੇ ਰੱਬ ਨੂੰ ਹੀ ਗਾਲਾਂ ਕੱਢੀ ਜਾਂਦਾ, ਇਹਨੂੰ ਰਿਜ਼ਕ ਨਹੀਂ ਦੇਣਾ, ਇਹਨੂੰ ਭੁੱਖਾ ਰੱਖਣਾ ਮੈਂ। ਕਿਉਂਕਿ ਜਿਹੜਾ ਮੇਰੇ ਰੱਬ ਨੂੰ ਬੁਰਾ ਬੋਲੇਗਾ, ਉਹਨੂੰ ਮੈਂ ਉਹਦਾ ਢਿੱਡ ਭਰਨੇ ਨਹੀਂ ਦੇਣਾ, ਉਹਦਾ ਪੇਟ ਭਰਨੇ ਨਹੀਂ ਦੇਣਾ। ਕਈਆਂ ਨੂੰ ਮੂਸਾ ਨੇ ਕਰ ਦਿੱਤਾ, ਇਹਨੂੰ ਨਹੀਂ ਦੇਣਾ, ਉਹਨੂੰ ਨਹੀਂ ਦੇਣਾ, ਬੁਰਿਆਂ ਨੂੰ, ਜਿੰਨੇ ਵੀ ਬੁਰੇ ਸੀ, ਇਹਨੂੰ ਨਹੀਂ ਮਿਲਣਾ ਚਾਹੀਦਾ, ਉਹਨੂੰ ਨਹੀਂ ਮਿਲਣਾ ਚਾਹੀਦਾ। ਸ਼ਾਮ ਹੋਈ, ਜਦੋਂ ਸ਼ਾਮ ਹੋਈ, ਉਹ ਟਾਈਮ ਆਇਆ ਮੂਸਾ ਦੇ ਬੈਠਣ ਦਾ। ਤਾਂ ਰੱਬ ਆਇਆ, ਰੱਬ ਨੇ ਕਿਹਾ, ਮੂਸਾ ਤੂੰ ਚੰਗਾ ਨਹੀਂ ਕੀਤਾ। ਅੱਜ ਕਿੰਨੇ ਜੀਵ ਭੁੱਖੇ ਰਹੇ, ਔਰ ਉਹਨਾਂ ਨੂੰ ਭੁੱਖੇ ਦੇਖ ਕੇ ਮੈਨੂੰ ਤਕਲੀਫ ਹੋਈ। ਮੂਸਾ ਨੇ ਕਿਹਾ, ਪ੍ਰਮਾਤਮਾ ਜਿੰਨੇ ਵੀ ਭੁੱਖੇ ਰਹੇ ਨਾ, ਬੁਰੇ ਬੰਦੇ ਸੀ। ਕੋਈ ਤੈਨੂੰ ਬੁਰਾ ਬੋਲਣ ਵਾਲਾ ਸੀ, ਕੋਈ ਚੋਰੀ ਕਰਨ ਵਾਲਾ ਸੀ, ਕੋਈ ਕਿਸੇ ਨੂੰ ਕਤਲ ਕਰਨ ਵਾਲਾ ਸੀ, ਕੋਈ ਮਾੜਾ ਕਰਨ ਵਾਲਾ ਸੀ। ਜਿੰਨੇ ਬੁਰੇ ਸੀ ਮੈਂ ਉਹਨਾਂ ਨੂੰ ਭੁੱਖਾ ਰੱਖਿਆ। ਇਸ ਲਈ ਜਿਹੜੇ ਚੰਗੇ ਸੀ ਮੈਂ ਸਭ ਨੂੰ ਰਿਜ਼ਕ ਦਿੱਤਾ ਹੈ। ਇਸ ਲਈ ਭੁੱਖਾ ਉਹੀ ਰੱਖਿਆ ਜਿਹੜਾ ਬੁਰਾ ਸੀ। ਤਾਂ ਉਸ ਲਈ ਖੁਦਾ ਨੇ ਕਿਹਾ, ਮੂਸਾ ਪਿਛਲੇ ਇੰਨੇ ਸਾਲਾਂ ਤੋਂ ਉਹਨਾਂ ਬੁਰਿਆਂ ਨੂੰ ਮੈਂ ਰਿਜ਼ਕ ਦੇ ਰਿਹਾ, ਅੱਜ ਤੈਨੂੰ ਇੱਕ ਦਿਨ ਵਾਸਤੇ ਡਿਊਟੀ ਦਿੱਤੀ, ਤੂੰ ਇੱਕ ਦਿਨ ਵਾਸਤੇ ਨਹੀਂ ਦੇ ਸਕਦਾ ਸੀ? ਕਿਹੜਾ ਤੂੰ ਆਪਣੇ ਜੇਬ ਚੋਂ ਦੇਣਾ ਸੀ? ਸਮਝਦੇ ਹੋ ਕਿ ਨਹੀਂ? ਜਰਾ ਇਹਨੂੰ ਆਪਾਂ ਇਦਾਂ ਕਵਾਂਗੇ, ਸੋਚ ਕੇ ਦੇਖੋ। ਅੱਜ ਤੁਸੀਂ ਕਹਿੰਦੇ ਹੋ ਇਹਨਾਂ ਮੈਨੂੰ ਗਾਲ ਕੱਢੀ, ਇਹਨੂੰ ਮੈਂ ਘਰ ਖਾਣੇ ਤੇ ਨਹੀਂ ਬੁਲਾਣਾ। ਤਾਂ ਜਰਾ ਸੋਚੋ, ਇਹ ਬੁਰਾ ਆਦਮੀ ਹੈ,
ਅਗਰ ਉਹਦੀ ਉਮਰ ਅੱਜ 25 ਸਾਲ ਹੈ, 30 ਸਾਲ ਹੈ, 40 ਸਾਲ ਹੈ, ਤਾਂ 40 ਸਾਲ ਤੋਂ ਸੱਚਾ ਰੱਬ ਉਹਨੂੰ ਰਿਜ਼ਕ ਦੇ ਰਿਹਾ। ਜੇ ਤੈਨੂੰ ਇੱਕ ਦਿਨ ਦੇਣ ਦਾ ਮੌਕਾ ਮਿਲੇ ਤਾਂ ਤੂੰ ਕਿਉਂ ਉਹਨਾਂ ਨੁਕਰ ਕਰ ਰਿਹਾ? ਸੋਚ ਕੇ ਦੇਖੋ ਜ਼ਰਾ। ਅੱਜ ਮੈਂ ਲੰਗਰ ਲਵਾਇਆ ਘਰ ਦੇ ਵਿੱਚ, ਇਹਨੂੰ ਨਹੀਂ ਬੁਲਾਣਾ। ਉਹ ਤੈਨੂੰ ਇੱਕ ਦਿਨ ਮੌਕਾ ਮਿਲਿਆ, ਤੈਨੂੰ ਚਾਹੀਦਾ ਉਹਨੂੰ ਬੁਲਾਵਾਂ, ਕਿਉਂਕਿ ਉਹਨੂੰ ਬੁਲਾਏਗਾ ਪਿਆਰ ਨਾਲ ਤਾਂ ਹੋ ਸਕਦਾ ਉਹਦੇ ਅੰਦਰਲੀ ਨਫ਼ਰਤ ਵੀ ਖਤਮ ਹੋ ਜਾਵੇ ਕਿ ਮੈਂ ਤਾਂ ਇਹਨਾਂ ਨਫ਼ਰਤ ਕਰਦਾ ਸੀ ਤਾਂ ਇਹਨਾਂ ਮੈਨੂੰ ਕਿੰਨੇ ਪਿਆਰ ਨਾਲ ਸੱਦਾ ਦਿੱਤਾ। ਕਿਉਂਕਿ ਇਦਾਂ ਦੇ ਟਾਈਮ ਦੇ ਵਿੱਚ ਹੀ ਤਾਂ ਮੌਕੇ ਹੁੰਦੇ ਅਸੀਂ ਦੂਜਿਆਂ ਦੀ ਨਫ਼ਰਤ ਨੂੰ ਪ੍ਰੇਮ 'ਚ ਬਦਲ ਸਕਦੇ ਹਾਂ। ਤਾਂ ਜੇ ਅਸੀਂ ਬੁਲਾਈਏ ਹੀ ਨਾ ਤਾਂ ਨਫ਼ਰਤ ਹੋਰ ਵੱਧਦੀ ਜਾਏਗੀ। ਤਾਂ ਹੀ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਹੈ, ਜਰਾ ਧਿਆਨ ਦੇਣਾ। ਬੁੱਲੇ ਸ਼ਾਹ ਕੀ ਕਹਿੰਦੇ? ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਿਆਂ ਢਹਿ ਜਾਂਦਾ। ਕਿਉਂਕਿ ਕੱਚੇ ਕੋਠੇ ਹੁੰਦੇ, ਅੱਜ ਕੱਲ ਤਾਂ ਲੈਂਟਰ ਪੈ ਗਏ, ਪੱਕੀਆਂ ਸੀਮੈਂਟ ਦੀਆਂ ਕੰਧਾਂ ਦੀਵਾਰਾਂ ਹੋ ਗਈਆਂ, ਪਰ ਪਹਿਲੇ ਸਮੇਂ ਸੀ ਜਦੋਂ ਕੱਚੇ ਕੋਠੇ ਲਿਪੇ ਜਾਂਦੇ ਸੀ। ਬਹੁਤ ਸਿਆਣੇ ਇੱਥੇ ਬੈਠੇ ਹੋਣਗੇ ਜਿਹਨਾਂ ਨੇ ਆਪਣੇ ਹੱਥੀ ਆਪਣੇ ਘਰ ਦੇ ਵਿਹੜੇ ਨੂੰ ਲਿਪਿਆ ਹੋਏਗਾ। ਹੈ ਕੋਈ? ਹੱਥ ਖੜਾ ਕਰਕੇ ਦੱਸਿਓ। ਉਹ ਦੇਖੋ ਸਿਆਣੇ ਬੈਠੇ ਆ। ਔਰ ਸ਼ਾਇਦ ਉਹ ਇਦਾਂ ਦੇ ਘਰਾਂ 'ਚ ਰਹੇ ਵੀ ਹੋਣਗੇ ਜਿੱਥੇ ਕੰਧਾਂ ਹੀ ਗੋਬਰ ਦੀਆਂ ਹੁੰਦੀਆਂ ਸੀ, ਕੱਚੀਆਂ ਇੱਟਾਂ ਦੀਆਂ ਹੁੰਦੀਆਂ ਸੀ, ਤੇ ਉੱਪਰ ਕੱਖਾਂ ਦੀ ਛੰਨ, ਕੱਖ ਯਾਨੀ ਘਾਸ ਫੂਸ ਦੀ ਝੋਪੜੀ, ਹੈ ਕਿ ਨਹੀਂ? ਹੁਣ ਜ਼ਰਾ ਸੋਚੋ ਉਸ ਵੇਲੇ ਕੀ ਹੁੰਦਾ ਸੀ ਜਦੋਂ ਕੋਠਾ ਕੱਚਾ ਹੁੰਦਾ ਸੀ ਨਾ, ਉਹ ਗੋਬਰ ਝੜਨਾ ਸ਼ੁਰੂ ਹੋ ਜਾਂਦਾ ਸੀ ਤਾਂ ਕਹਿੰਦੇ ਦੁਬਾਰਾ ਲਿਪ ਦਿਓ ਨਹੀਂ ਤਾਂ ਕੰਧ ਢਹਿ ਜਾਣੀ ਹੈ। ਤਾਂ ਬੁੱਲੇ ਸ਼ਾਹ ਕਹਿੰਦੇ ਉਹ ਹਾਲਾਤਾਂ ਨੂੰ ਦੇਖ ਕੇ ਕਿ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਿਆਂ ਢਹਿ ਜਾਂਦਾ। ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਗੱਲ ਕਹਿੰਦਿਆਂ ਕਹਿ ਜਾਂਦਾ। ਉਹ ਬੁੱਲੇ ਸ਼ਾਹ ਜਿਹਦਾ ਨਹੀਂ ਮੁਰਸ਼ਦ ਜਗ ਉੱਤੇ, ਪੱਠਾ ਬਹਿੰਦਿਆਂ ਬਹਿ ਜਾਂਦਾ। ਦੇਖੋ ਬੁੱਲੇ ਸ਼ਾਹ ਕੀ ਕਹਿ ਗਏ। ਬੁੱਲੇ ਸ਼ਾਹ ਕਹਿੰਦੇ ਜਿਹਦਾ ਕੋਈ ਗੁਰੂ ਨਹੀਂ ਹੈ ਨਾ, ਜਿਹਦਾ ਕੋਈ ਮੁਰਸ਼ਦ ਨਹੀਂ ਹੈ, ਫਿਰ ਉਹ ਆਦਮੀ ਦਾ ਪੱਠਾ ਬਹਿੰਦਿਆਂ ਬਹਿ ਜਾਂਦਾ। ਫਿਰ ਤਾਂ ਬਚਦਾ ਹੀ ਕੁਛ ਨਹੀਂ, ਕਿਉਂਕਿ ਗੁਰੂ ਵਾਲਾ ਹੋਏਗਾ ਤਾਂ ਗੁਰੂ ਸਹੀ ਰਸਤਾ ਦਿਖਾਏਗਾ, ਸਹੀ ਦਿਸ਼ਾ ਦੇਗਾ, ਸਹੀ ਮਾਰਗ ਤੇ ਚਲਾਏਗਾ, ਨਸ਼ਿਆਂ ਤੋਂ ਬੁਰਾਈਆਂ ਤੋਂ ਬਚਾਏਗਾ। ਕੋਈ ਜੀਵਨ 'ਚ ਤਕਲੀਫ ਦੁੱਖ ਆ ਗਈ ਤਾਂ ਗੁਰੂ ਨਾਲ ਖੜ ਕੇ ਸਾਨੂੰ ਉਹ ਪਰੇਸ਼ਾਨੀਆਂ ਚੋਂ ਬਾਹਰ ਕੱਢੇਗਾ। ਜਰਾ ਸੋਚ ਕੇ ਦੇਖੋ, ਕਿਤੇ ਕੋਈ ਕੇਸ ਗੱਲ ਪੈ ਜਾਵੇ ਤਾਂ ਬੰਦਾ ਆਪ ਲੜਦਾ ਜਾਂ ਵਕੀਲ ਨੂੰ ਖੜਾ ਕਰਦਾ ਹੈ? ਜਵਾਬ ਦਿਓ ਸਾਨੂੰ। ਵਕੀਲ ਨੂੰ ਖੜਾ ਕਰਦਾ ਨਾ। ਹੁਣ ਪਤਾ ਹੈ ਕਿ ਇਹ ਕੇਸ ਗੱਲ ਪੈ ਗਿਆ, ਅਦਾਲਤ ਵਿੱਚ ਜਾਣਾ, ਕੋਰਟ ਵਿੱਚ ਜਾਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ। ਇੱਥੇ ਤਾਂ ਵਕੀਲ ਹੀ ਹੋਵੇਗਾ ਤਾਂ ਮੈਨੂੰ ਬਚਾਏਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਬਹੁਤ ਇਦਾਂ ਦੇ ਕੇਸ ਲੜਨੇ ਪੈਂਦੇ ਐ। ਕਈ ਮੁਸੀਬਤਾਂ, ਕਈ ਪਰੇਸ਼ਾਨੀਆਂ, ਕਈ ਤਕਲੀਫਾਂ ਬੰਦੇ ਦੇ ਜੀਵਨ 'ਚ ਆਉਂਦੀਆਂ, ਜਿੱਥੇ ਗੁਰੂ ਰੂਪੀ ਵਕੀਲ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਬੰਦਾ ਕੇਸ ਹੀ ਹਾਰ ਕੇ ਬਹਿ ਜਾਵੇ। ਜੇ ਬੰਦਾ ਕਹੇ ਆਪੇ ਲੜ ਲਊਂ ਮੈਨੂੰ ਗੁਰੂ ਦੀ ਲੋੜ ਕੀ ਹੈ? ਇਹੀ ਤਾਂ ਗੱਲ ਹੈ, ਮੈਨੂੰ ਵਕੀਲ ਦੀ ਲੋੜ ਕੀ ਹੈ? ਆਪੇ ਜੱਜ ਸਾਹਮਣੇ ਪੇਸ਼ ਹੋ ਜਾਊਂ ਤਾਂ ਹੋ ਜਾ ਭਾਈ ਪੇਸ਼। ਫੇਰ ਦੇਖ ਪਹਿਲੀ ਪੇਸ਼ੀ ਦੇ ਕੀ ਬਣਦਾ ਤੇਰਾ। ਜਿੰਨਾ ਵਕੀਲ ਚੰਗਾ ਹੋਏਗਾ, ਜਿੰਨਾ ਵਕੀਲ ਦਮਦਾਰ ਹੋਏਗਾ ਨਾ, ਉਨੀ ਤੇਰੀ ਕੇਸ ਜਿੱਤਣ ਦੀ ਸੰਭਾਵਨਾ ਪੱਕੀ ਹੁੰਦੀ ਚਲੀ ਜਾਏਗੀ, ਵੱਧਦੀ ਚਲੀ ਜਾਏਗੀ। ਤਾਂ ਜੇ ਵਕੀਲ ਤੁਰੇ ਫਿਰੇ ਜਾਂਦੇ ਨੂੰ ਬਣਾ ਦਈਏ, ਲਾ ਪਾਲਾ ਕਾਲਾ ਕੋਟ ਆ ਜਾ, ਜਰਾ ਗੌਰ ਕਰਨਾ, ਤਾਂ ਫਿਰ ਕੀ ਹੋਏਗਾ? ਹੁਣ ਜਿਹਨੂੰ ABC ਦਾ ਗਿਆਨ ਹੀ ਨਹੀਂ ਹੈ, ਉਹਨਾਂ ਜਾ ਕੇ ਕੋਰਟਾਂ 'ਚ ਕੇਸ ਕੀ ਲੜਨੇ ਹੈ। ਇਸ ਲਈ ਕਹਿੰਦੇ ਵਕੀਲ ਕਰਨਾ ਤਾਂ ਸੋਚ ਸਮਝ ਕੇ ਕਰੋ। ਇਸੇ ਤਰ੍ਹਾਂ ਗੁਰੂ ਕਰਨਾ, ਮੁਰਸ਼ਿਦ ਕਰਨਾ ਤਾਂ ਵੀ ਸੋਚ ਸਮਝ ਕੇ ਕਰੋ, ਜੋ ਸਾਨੂੰ ਸਿੱਧਾ ਰਸਤਾ ਦਿਖਾਵੇ, ਗਿਆਨ ਦੇਵੇ, ਜੋ ਸਾਨੂੰ ਅੰਦਰਲੇ ਭੇਦ ਦੱਸੇ, ਜੋ ਸਾਨੂੰ ਅੰਦਰ ਉਸ ਭੰਡਾਰ ਨਾਲ ਜੋੜ ਦੇਵੇ, ਉਸ ਆਨੰਦ ਨਾਲ ਜੋੜ ਦੇਵੇ। ਤਾਂ ਜਿਹੜਾ ਕਹੇ ਬਸ ਬਹਿ ਜਾ ਭਾਈ, ਆ ਲੈ ਨਾਮ ਲੈ ਲੈ, ਜੱਪੀ ਜਾਪੀ ਸਭ ਕੁਝ ਹੋ ਜਾਏਗਾ, ਆਪੇ ਕੀ ਹੋਣਾ? ਬੋਲੋ ਸਮਝਦੇ ਹੋ ਕਿ ਨਹੀਂ? ਜਦ ਤੱਕ ਅੰਦਰਲੇ ਤੁਹਾਨੂੰ ਮਾਰਗ ਦਾ ਨਹੀਂ ਪਤਾ ਲੱਗੇਗਾ। ਹੁਣ ਬਾਹਰ ਬੰਦੇ ਨੇ ਜਾਣਾ ਹੋਵੇ ਤਾਂ ਬੰਦਾ ਕੋਈ ਕਹੇ ਗੱਡੀ 'ਚ ਬਹਿ ਜਾ, ਦਿੱਲੀ ਪਹੁੰਚ ਜਾਏਗਾ, ਇੱਦਾਂ ਹੀ ਪਹੁੰਚ ਜਾਣਾ। ਉਹ ਭਾਈ ਰਸਤਾ ਦੱਸ। ਅੱਗੇ ਗੜ ਸ਼ੰਕਰ ਆਣਾ ਹੈ, ਗੜ ਸ਼ੰਕਰ ਤੋਂ ਬਲਾਚੌਰ ਜਾਣਾ ਹੈ, ਬਲਾਚੌਰ ਤੋਂ ਅੱਗੇ ਰੋਪੜ ਆਣਾ ਹੈ, ਰੋਪੜ ਤੋਂ ਅੱਗੇ ਅੰਬਾਲਾ ਆਣਾ ਹੈ, ਚੰਡੀਗੜ੍ਹ ਅੰਬਾਲਾ ਆਣਾ, ਫਿਰ ਅੰਬਾਲੇ ਤੋਂ ਅੱਗੇ ਸੋਨੀਪਤ, ਪਾਣੀਪਤ। ਕੱਲੀ ਚੀਜ਼ ਦੱਸ ਉਹਨੂੰ, ਤਾਂ ਕਿ ਉਹਨੂੰ ਪਤਾ ਲੱਗੇ ਜਿੱਦਾਂ ਹੀ ਰਸਤੇ 'ਚ ਮੰਜ਼ਿਲ ਆਵੇ ਮੈਂ ਸਹੀ ਰਸਤੇ ਜਾ ਰਿਹਾ। ਨਹੀਂ ਭਾਈ ਤੂੰ ਬਹਿ ਜਾ ਗੱਡੀ 'ਚ, ਨਾਮ ਜਪ, ਬਸ ਪਹੁੰਚ ਜਾਏਗਾ। ਉਹ ਬਾਹਰ ਨਹੀਂ ਬੈਠਾ ਬੰਦਾ ਪਹੁੰਚ ਸਕਦਾ ਤਾਂ ਅੰਦਰ ਕਿੱਦਾਂ ਪਹੁੰਚ ਜਾਏਗਾ? ਅੰਦਰ ਤਾਂ ਦੱਸਣ ਵਾਲਾ ਵੀ ਹੋਰ ਕੋਈ, ਪਰ ਅੰਦਰਲਾ ਭੇਦ ਵੀ ਉਹੀ ਦੱਸ ਸਕਦਾ ਜਿਹਨੂੰ ਪਤਾ ਹੋਵੇ। ਜਿਹਨੂੰ ਪਤਾ ਨਾ ਹੋਵੇ ਨਾ, ਲੈ ਤੂੰ ਕਰ ਪੁੱਤ, ਆਪੇ ਹੋ ਜਾਏਗਾ ਸਭ ਕੁਝ, ਤੂੰ ਨਾਮ ਜਪ ਬਸ, ਬਾਕੀ ਛੱਡ ਦੇ, ਆਪੇ ਹੋਏਗਾ। ਕਮਾਲ ਦੀ ਗੱਲ, ਨਾਮ ਜਪ, ਨਾਮ 'ਚ ਮਨ ਨਾ ਲੱਗੇ, ਨਾਮ ਨਾਲ ਚਿੱਤ ਜੁੜੇ ਨਾ, ਤਾਂ ਬੰਦਾ ਕਰੇ ਕੀ ਹੁਣ? ਇਹ ਤਾਂ ਤੁਸੀਂ ਸੋਚ ਕੇ ਦੇਖੋ। ਨਾਮ ਤਾਂ ਬੰਦਾ ਲੈ ਲੈਂਦਾ, ਬਹਿੰਦਾ ਕਿੰਨੀ ਕੁ ਦੇਰ ਹੈ? ਕੁਝ ਯੁਕਤੀਆਂ ਐਸੀਆਂ ਹੁੰਦੀਆਂ ਕਿ ਗੁਰੂ ਵਾਲਾ ਹੋ ਕੇ ਨਾਮ ਹੀ ਜਪੇ ਤਾਂ ਗੁਰੂ ਹੋਰ ਐਸੇ ਕਈ ਰਸਤੇ ਦੱਸ ਦਿੰਦਾ ਕਿ ਜਿਹੜਾ ਅਸੀਂ ਉਸ ਆਨੰਦ ਤੱਕ ਪਹੁੰਚ ਜਾਂਦੇ ਆ। ਕਿਉਂਕਿ ਰੱਬ ਤੱਕ ਪਹੁੰਚਣ ਦਾ ਇੱਕੋ ਹੀ ਰਸਤਾ ਨਹੀਂ ਹੈ, ਬਹੁਤ ਰਸਤੇ ਹੈ, ਪਰ ਉਹਦੀ ਜਾਣਕਾਰੀ ਹੋਣੀ ਚਾਹੀਦੀ। ਜਿੱਦਾਂ ਬੰਦਾ ਕਹਿੰਦਾ ਦਿੱਲੀ ਪਹੁੰਚਣ ਦਾ ਇੱਕੋ ਹੀ ਰਸਤਾ ਨਹੀਂ ਹੈ, ਦਿੱਲੀ ਪਹੁੰਚਣ ਦੇ ਰਸਤੇ ਬਹੁਤ ਹੈ। ਕਿਸੇ ਨੇ ਜਲੰਧਰੋਂ ਜਾਣਾ, ਉਹ ਅਲੱਗ ਰਸਤਾ ਹੈ, ਕਿਸੇ ਨੇ ਹਿਮਾਚਲ ਤੋਂ ਆਣਾ ਅਲੱਗ ਰਸਤਾ ਹੈ, ਕਿਸੇ ਨੇ ਯੂਪੀ ਬਿਹਾਰ ਤੋਂ ਆਣਾ ਉਹ ਅਲੱਗ ਰਸਤਾ ਹੈ, ਇੱਕੋ ਹੀ ਰਸਤਾ ਨਹੀਂ ਹੈ। ਹੁਣ ਬੰਦਾ ਕਹੇ ਮੇਰਾ ਹੀ ਰਸਤਾ ਸਹੀ ਹੈ ਬਾਕੀ ਕੁਝ ਝੂਠ, ਤੇ ਇਹਦਾ ਮਤਲਬ ਸਮਝ ਵੀ ਥੋੜੀ ਹੈ।
ਜਿੱਦਾਂ ਕਹਿੰਦੇ ਨੇ ਕਿ ਛੱਪੜ ਦਾ ਡੱਡੂ ਜਾਂ ਕਿ ਕੂਏ ਦਾ ਮੇਂਢਕ ਹੁੰਦਾ, ਉਹ ਕਹਿੰਦਾ ਬਸ ਆਹੀ ਮੇਰੀ ਦੁਨੀਆ ਹੈ, ਇਹ ਤੋਂ ਬਾਹਰ ਦੁਨੀਆ ਹੈ ਹੀ ਨਹੀਂ। ਤਾਂ ਬਾਹਰ ਬਹੁਤ ਕੁਝ ਹੈ, ਕੂਏ ਤੋਂ ਬਾਹਰ ਬਹੁਤ ਕੁਝ ਹੈ, ਬਸ ਜਾਣਕਾਰੀ ਦੇਣ ਵਾਲਾ ਚਾਹੀਦਾ ਹੈ। ਇਸ ਲਈ ਜੀਵਨ 'ਚ ਮੁਰਸ਼ਦ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਕੇਸ ਜਿੱਤਣਾ ਹੈ। ਜਿਹਨੂੰ ਸ਼੍ਰੀ ਗੁਰੂ ਰਵਿਦਾਸ ਜੀ ਕਹਿ ਗਏ ਨਾ, ਬਹੁਤ ਜਨਮ ਵਿਛੜੇ ਥੇ ਮਾਧੋ ਜੇ ਜਨਮ ਤੁਮਾਰੇ ਲੇਖੇ। ਇਹ ਜੀਵਨ ਉਦੋਂ ਹੀ ਲੇਖੇ ਲੱਗਣਾ ਜਦੋਂ ਕਾਮਿਲ ਮੁਰਸ਼ਦ, ਕਾਮਿਲ ਗੁਰੂ ਮਿਲੇਗਾ, ਜਿਹੜਾ ਸਾਨੂੰ ਉਸ ਮੰਜ਼ਿਲ ਤੇ ਲੈ ਕੇ ਜਾਏਗਾ ਜਿੱਥੇ ਪਹੁੰਚ ਕੇ ਅਸੀਂ ਕਹਿ ਸਕੀਏ ਸਾਡੀ ਰੂਹ ਨੂੰ ਉਹਦੀ ਮੰਜ਼ਿਲ ਮਿਲ ਗਈ। ਇਸ ਲਈ ਹੁਣ ਜ਼ਰਾ ਸਮਝਣਾ, ਬੁੱਲੇ ਸ਼ਾਹ ਨੇ ਕੀ ਕਿਹਾ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਿਆਂ ਢਹਿ ਜਾਂਦਾ ਕਿ ਭਾਈ ਜੇ ਘਰ ਕੱਚਾ ਨਾ ਲਿਪਦਾ ਨਹੀਂ ਇਹਨੂੰ, ਇਹਦਾ ਖਿਆਲ ਰੱਖੀ ਨਹੀਂ ਤਾਂ ਢਹਿ ਜਾਏਗਾ। ਔਰ ਜਿੱਦਾਂ ਗੱਲ ਚੱਲ ਰਹੀ ਸੀ, ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਜ਼ਰਾ ਹੁਣ ਗੌਰ ਕਰੋ, ਪਤੀ ਪਤਨੀ ਰੁੱਸ ਕੇ ਬਹਿ ਜਾਣ, ਇੱਧਰ ਨੂੰ ਮੂੰਹ ਕਰਕੇ ਸੌਂ ਜਾਣ, ਇੱਕ ਰਾਤ ਗਈ, ਦੂਜੀ ਰਾਤ ਗਈ, ਤੀਜੀ ਰਾਤ ਗਈ, ਚੌਥੀ ਰਾਤ ਗਈ, ਤਾਂ ਫਿਰ ਇੱਕ ਫਰਕ ਆਉਂਦਾ ਹੁਣ ਤਲਾਕ ਹੀ ਲੈ ਲਈਏ, ਕਿਉਂਕਿ ਆਦਤ ਪੈ ਗਈ ਇੱਕ ਦੂਜੇ ਤੋਂ ਬਿਨਾਂ ਰਹਿਣ ਦੀ। ਪਰ ਜੇ ਪਹਿਲੀ ਰਾਤ ਨੂੰ ਹੀ 2-4 ਘੰਟੇ ਰੁੱਸੀ ਹੈ ਤਾਂ ਪਤੀ ਪਤਨੀ ਨੂੰ ਮਨਾ ਲਵੇ, ਪਤਨੀ ਪਤੀ ਨੂੰ ਮਨਾ ਲਵੇ, ਤਾਂ ਗੁੱਸਾ ਖਤਮ, ਤਾਂ ਪਿਆਰ ਵੱਧ ਜਾਂਦਾ। ਇਸੇ ਤਰ੍ਹਾਂ ਜੇ ਤੁਹਾਡੇ ਜੀਵਨ 'ਚ ਕੋਈ ਸੱਜਣ ਮਿੱਤਰ ਰਿਸ਼ਤੇਦਾਰ, ਹੁਣ ਇੱਕ ਗੱਲ ਦਾ ਜਵਾਬ ਦੇਣਾ ਸਾਨੂੰ ਕਿ ਤੁਹਾਡੇ ਕੋਲ ਮੋਤੀਆਂ ਦੀ ਮਾਲਾ ਹੈ ਜਾਂ ਸੋਨੇ ਦੀ ਕੀਮਤੀ ਮਾਲਾ ਹੈ, ਅਗਰ ਉਹ ਟੁੱਟ ਜਾਵੇ, ਮੋਤੀ ਵਿਖਰ ਜਾਣ, ਤਾਂ ਕੀ ਤੁਸੀਂ ਉੱਦਾਂ ਹੀ ਛੱਡ ਦੋਗੇ ਉਹਨੂੰ, ਜਾਂ ਤੁਸੀਂ ਉਹਨਾਂ ਨੂੰ ਦੁਬਾਰਾ ਇਕੱਠੇ ਕਰਕੇ ਮਾਲਾ ਨੂੰ ਗੰਢਣ ਦੀ ਕੋਸ਼ਿਸ਼ ਕਰੋਗੇ? ਜਵਾਬ ਦਿਓ ਸਾਨੂੰ, ਕਿਉਂਕਿ ਤੁਹਾਨੂੰ ਪਤਾ ਮੋਤੀ ਬੜੇ ਕੀਮਤੀ ਹੈ, ਇਹਨਾਂ ਨੂੰ ਇੱਦਾਂ ਨਹੀਂ ਜਾਣ ਦੇ ਸਕਦਾ, ਇਹਨਾਂ ਨੂੰ ਗੰਢ ਲਵਾਂ ਦੁਬਾਰਾ, ਜੇ ਟੁੱਟ ਗਿਆ ਹੈ ਕਿਸੇ ਕਾਰਨ ਤਾਂ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਾਂ, ਕਿਉਂਕਿ ਬੜੀ ਕੀਮਤੀ ਮਾਲਾ ਹੈ। ਤੇ ਇਸੇ ਤਰ੍ਹਾਂ ਜਿੱਦਾਂ ਮੋਤੀਆਂ ਦੀ ਕੀਮਤ ਹੈ ਨਾ, ਇਹ ਰਿਸ਼ਤਿਆਂ ਦੀ ਕੀਮਤ ਮੋਤੀਆਂ ਤੋਂ ਵੀ ਜ਼ਿਆਦਾ ਹੈ। ਜੇ ਰਿਸ਼ਤੇ ਟੁੱਟ ਜਾਣ ਤਾਂ ਦੁਬਾਰਾ ਗੰਢਣ ਦੀ ਕੋਸ਼ਿਸ਼ ਕਰੋ, ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੋ, ਇਹ ਨਾ ਕਹੋ ਮੈਨੂੰ ਪਰਵਾਹ ਨਹੀਂ, ਜੋ ਹੁੰਦਾ ਹੋਈ ਜਾਵੇ, ਲੈ ਮੈਂ ਨਹੀਂ ਉਹਨੂੰ ਬੁਲਾਣਾ। ਸਮਝਦੇ ਹੋ ਕਿ ਨਹੀਂ? ਰਿਸ਼ਤੇ ਵੀ ਕੁਝ ਚੀਜ਼ ਹੁੰਦੀ ਹੈ, ਪ੍ਰੇਮ ਵੀ ਕੋਈ ਚੀਜ਼ ਹੁੰਦਾ। ਇਸ ਲਈ ਲੜੇ ਰੁੱਸੇ ਨੂੰ ਵੀ ਇਦਾਂ ਦੇ ਮੌਕੇ ਹੀ ਹੁੰਦੇ ਆ, ਖੁਸ਼ੀ ਦੇ ਮੌਕੇ, ਵਿਆਹ ਸ਼ਾਦੀ ਦਾ ਮੌਕਾ ਆ ਗਿਆ, ਘਰ 'ਚ ਬੱਚੇ ਦਾ ਜਨਮ ਦਿਨ ਆ ਗਿਆ, ਤਾਂ ਬੰਦਾ ਇਹ ਨਾ ਕਹੇ ਉਹਨੂੰ ਨਹੀਂ ਸੱਦਣਾ, ਬੰਦਾ ਇਹ ਕਹੇ ਅੱਜ ਮੌਕਾ ਹੈ, ਉਹਨੂੰ ਵੀ ਸੱਦਾ ਦਈਏ। ਜੇ ਉਹਦੇ ਮਨ 'ਚ ਕੋਈ ਨਫ਼ਰਤ ਹੋਏਗੀ, ਉਹਦੇ ਮਨ 'ਚ ਕੋਈ ਮਾੜੀ ਮੋਟੀ ਮੈਲ ਹੋਏਗੀ, ਤਾਂ ਮੈਂ ਪਿਆਰ ਨਾਲ ਬੁਲਾਉਂਗਾ, ਤਾਂ ਉਹਦਾ ਮਨ ਵੀ ਸਾਫ਼ ਹੋ ਜਾਏਗਾ। ਹਾਂ, ਉਹਦੀ ਗੱਲ ਅੱਗੇ ਹੋਰ ਹੈ, ਉਹ ਆਵੇ ਨਾ ਆਵੇ ਉਹ ਤੇ ਹੈ, ਤੁਸੀਂ ਤਾਂ ਆਪਣੇ ਵੱਲੋਂ ਆਪਣਾ ਫਰਜ਼ ਪੂਰਾ ਕਰੋ। ਤੁਹਾਡੇ ਮਨ 'ਚ ਨਾ ਰਵੇ ਕਿ ਮੈਂ ਮੌਕਾ ਨਹੀਂ ਦਿੱਤਾ, ਮੈਂ ਕੋਸ਼ਿਸ਼ ਨਹੀਂ ਕੀਤੀ। ਭਾਈ ਮੈਂ ਕੋਸ਼ਿਸ਼ ਕਰ ਲਈ, ਮੈਂ ਦਿਲੋਂ ਕੋਸ਼ਿਸ਼ ਕੀਤੀ, ਅਗਲੇ ਨੇ ਮੰਨ ਲਈ ਤਾਂ ਠੀਕ, ਅਗਰ ਨਹੀਂ ਮੰਨੀ ਤਾਂ ਰੱਬ ਦੇ ਘਰ ਤਾਂ ਮੈਂ ਸੱਚਾ ਹੋ ਗਿਆ ਕਿ ਰੱਬਾ ਮੈਂ ਤਾਂ ਟੁੱਟਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹੀ ਨਹੀਂ ਮੰਨਿਆ, ਉਹਦੇ ਘਰ ਤਾਂ ਸੱਚੇ ਹੋ ਜਾਓਗੇ ਕਿ ਨਹੀਂ? ਇਸ ਲਈ ਜ਼ਰਾ ਸਮਝਣਾ, ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਗੱਲ ਕਹਿੰਦਿਆਂ ਜਿਹਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਉਹਨੂੰ ਜਿੰਨਾ ਮਰਜ਼ੀ ਰੋਕੋ, ਭਾਈ ਚੁਗਲੀ ਨਾ ਕਰ, ਜਾਂਦੇ ਜਾਂਦੇ ਨੇ ਗੱਲ ਫਿਰ ਵੀ ਕਹਿ ਜਾਣੀ ਹੈ। ਬੰਦੇ ਦੇ ਮਨ 'ਚ ਸ਼ੰਕਾ ਦਾ ਜਿਹੜਾ ਬੀਜ ਹੈ ਨਾ, ਚੁਗਲਖੋਰ ਨੇ ਬੀਜ ਦੇਣਾ ਹੈ। ਇਸ ਲਈ ਕਹਿੰਦੇ ਚੁਗਲਖੋਰਾਂ ਤੋਂ ਬਚ ਕੇ ਰਹੋ। ਇਸ ਲਈ ਜਿਹਨੂੰ ਚੁਗਲੀ ਕਰਨ ਦੀ ਆਦਤ ਹੈ ਨਾ, ਗੱਲ ਯਾਦ ਰੱਖੋ, ਉਹਨਾਂ ਦੀ ਸੱਚਾਈ ਇਹ ਹੈ ਕਿ ਜਿਹੜੇ ਦੂਜੇ ਦੀ ਗੱਲ ਤੁਹਾਡੇ ਕੋਲ ਕਰਦੇ ਨਾ, ਇਹ ਗੱਲ 100% ਹੈ, ਲਿਖ ਕੇ ਲੈ ਲਓ, ਤੁਹਾਡੀ ਗੱਲ ਦੂਜਿਆਂ ਕੋਲ ਵੀ ਕਰਦੇ, ਕਿਉਂਕਿ ਕਦੀ ਹੋ ਹੀ ਨਹੀਂ ਸਕਦਾ ਕਿ ਦੂਜੇ ਦੀ ਗੱਲ ਤੁਹਾਡੇ ਕੋਲ ਹੋਵੇ ਤਾਂ ਤੁਹਾਡੀ ਗੱਲ ਕਿਸੇ ਹੋਰ ਕੋਲ ਨਾ ਹੋਵੇ। ਉਹਦੀ ਆਦਤ ਹੀ ਸਮਝ ਲਓ ਕਿ ਜਿਹੜਾ ਦੂਜੇ ਦੀ ਗੱਲ ਤੁਹਾਡੇ ਕੋਲ ਕਰ ਰਿਹਾ ਨਾ, ਤਾਂ ਸੋਚ ਸਮਝ ਕੇ ਬੋਲੋ। ਤੁਸੀਂ ਨਹੀਂ ਵੀ ਬੋਲੋਗੇ ਨਾ, ਉਹਨਾਂ ਜਾ ਕੇ ਫਿਰ ਵੀ 4 ਲਾ ਕੇ ਸੁਣਾਈ ਦੇਣੀਆਂ। ਇਹ ਆਦਤ ਹੁੰਦੀ ਹੈ ਚੁਗਲਖੋਰ ਦੀ। ਇਸ ਕਰਕੇ ਜਿਹੜਾ ਤੁਹਾਡੇ ਕੋਲ ਕਿਸੇ ਦੀ ਗੱਲ ਕਰੇ, ਉਹ ਫਲਾਣੇ ਦੀ ਕੁੜੀ ਇਦਾਂ, ਫਲਾਣੇ ਦਾ ਮੁੰਡਾ ਇਦਾਂ, ਉਹ ਗੁਆਂਢੀ ਇਦਾਂ, ਫਲਾਣਾ ਇਦਾਂ, ਹੁਸ਼ਿਆਰ ਹੋ ਜਾਓ ਭਾਈ, ਇਹ ਬੰਦਾ ਉਹ ਹੈ ਜਿਹੜਾ ਮੇਰੀਆਂ ਗੱਲਾਂ ਵੀ ਪਿੰਡ 'ਚ ਕਰਦਾ ਹੋਏਗਾ, ਇਸ ਲਈ ਇਹ ਤੋਂ ਬਚ ਕੇ ਰਵਾਂ ਮੈਂ। ਉਹਨੂੰ ਉੱਥੇ ਹੱਥ ਜੋੜ ਦਿਓ, ਨਹੀਂ ਭੈਣ ਜੀ, ਨਹੀਂ ਭਾਜੀ, ਬਸ ਠੀਕ ਹੈ, ਹੋਰ ਸੁਣਾਓ ਆਪਣਾ ਹਾਲ ਚਾਲ। ਕੋਈ ਰੱਬ ਦੇ ਘਰ ਦੀ ਗੱਲ ਕਰੋ, ਭਗਵਾਨ ਦੀ ਗੱਲ ਕਰੋ, ਛੱਡੋ ਨਿੰਦਿਆ ਚੁਗਲੀ ਕਰਕੇ, ਇਹ ਬੁਰੀਆਂ ਗੱਲਾਂ ਕਰਕੇ ਕਿਉਂ ਆਪਣੇ ਪਾਪ ਕਰਮ ਨੂੰ ਵਧਾਣਾ ਹੈ। ਉਹ ਰੱਬ ਦੇ ਘਰ ਦੀ ਗੱਲ ਕਰੀਏ, ਉਹ ਗੱਲ ਕਰੀਏ ਜਿਹਦੇ ਨਾਲ ਸਾਨੂੰ ਕੋਈ ਫਾਇਦਾ ਹੋਵੇ, ਸਾਡੇ ਪਾਪ ਧੁੱਲ ਜਾਣ। ਸਮਝਦੇ ਹੋ ਕਿ ਨਹੀਂ? ਇਸ ਲਈ ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਗੱਲ ਕਹਿੰਦਿਆਂ ਕਹਿ ਜਾਂਦਾ। ਉਹ ਬੁੱਲੇ ਸ਼ਾਹ ਜਿਹਦਾ ਨਹੀਂ ਗੁਰੂ ਜਗਤੇ ਪੱਠਾ ਬਹਿੰਦਿਆਂ ਤਾਂ ਬੁੱਲੇ ਸ਼ਾਹ ਕਹਿੰਦੇ ਜਿਹਦਾ ਗੁਰੂ ਹੀ ਨਹੀਂ ਹੈ ਦੁਨੀਆ ਤੇ, ਉਹਦਾ ਵੀ ਪੱਠਾ ਬਹਿੰਦਿਆਂ ਬਹਿ ਜਾਂਦਾ। ਫਿਰ ਬਾਅਦ ਚੋਂ ਬੰਦਾ ਪਛਤਾਉਂਦਾ, ਰੋਂਦਾ ਹੈ। ਇਸ ਤੋਂ ਪਹਿਲਾਂ ਕਿ ਬਾਅਦ ਚੋਂ ਰੋਣਾ ਪਵੇ, ਪਹਿਲੇ ਹੀ ਮੁਰਸ਼ਿਦ ਵਾਲੇ ਹੋ ਜਾਓ, ਪਹਿਲੇ ਹੀ ਗੁਰੂ ਵਾਲੇ ਹੋ ਜਾਓ। ਔਰ ਇੱਧਰ ਗੱਲ ਦੱਸ ਰਹੇ ਸੀ ਮੂਸਾ ਦੀ, ਤਾਂ ਰੱਬ ਨੇ ਕਿਹਾ ਮੂਸਾ ਤੂੰ ਸਾਰਿਆਂ ਨੂੰ ਰਿਜ਼ਕ ਦਿੱਤਾ, ਪਰ ਆ ਕੁਝ ਬੰਦੇ ਭੁੱਖੇ ਰਹਿ ਗਏ। ਰੱਬਾ ਇਹ ਤੈਨੂੰ ਗਾਲਾਂ ਦਿੰਦੇ ਸੀ, ਤੈਨੂੰ ਬੁਰਾ ਬੋਲਦੇ ਸੀ, ਕੋਈ ਕਾਤਲ ਸੀ, ਕੋਈ ਖੂਨੀ ਸੀ, ਕੋਈ ਚੋਰ ਸੀ, ਇਸ ਲਈ ਇਹਨਾਂ ਬੁਰਿਆਂ ਨੂੰ ਮੈਂ ਰਿਜ਼ਕ ਨਹੀਂ ਦਿੱਤਾ। ਉਹ ਰੱਬ ਨੇ ਕਿਹਾ ਉਹ ਮੂਸਾ ਇੰਨੇ ਸਾਲਾਂ ਤੋਂ ਮੈਂ ਉਹਨਾਂ ਨੂੰ ਦੇ ਰਿਹਾ, ਮੈਂ ਤਾਂ ਕਦੀ ਰੋਕਿਆ ਨਹੀਂ ਕਿ ਮੈਨੂੰ ਗਾਲਾਂ ਕੱਢਦਾ ਨਾ ਦੇਵਾਂ। ਜਦ ਮੈਂ ਉਹਨਾਂ ਨੂੰ ਇੰਨੇ ਸਾਲ ਦੇ ਸਕਦਾ ਆ, ਤਾਂ ਤੈਨੂੰ ਇੱਕ ਦਿਨ ਦੇਣ ਦਾ ਮੌਕਾ ਮਿਲਿਆ ਤਾਂ ਤੂੰ ਕਿਉਂ ਰੋਕਿਆ? ਤੈਨੂੰ ਵੀ ਦੇਣਾ ਚਾਹੀਦਾ ਸੀ, ਫੇਰ ਹੀ ਪਤਾ ਲੱਗਣਾ ਸੀ ਮੇਰੇ ਗੁਣ ਤੇਰੇ ਅੰਦਰ ਹੈ। ਕਿਉਂਕਿ ਬਾਪ ਦੇ ਗੁਣ ਬੱਚਿਆਂ ਅੰਦਰ ਹੋਣ ਤਾਂ ਮਜ਼ਾ ਫੇਰ ਆਉਂਦਾ,
ਪਰ ਇੱਕ ਗੱਲ ਹੋਰ ਕਵਾਂਗੇ, ਜੇ ਬਾਪ ਸ਼ਰਾਬੀ ਹੈ ਨਾ ਇਦਾਂ ਦੇ ਗੁਣ ਨਹੀਂ ਚਾਹੀਦੇ। ਜੇ ਬਾਪ ਜੁਆਰੀ ਹੈ ਤਾਂ ਬੱਚਿਆਂ ਨੂੰ ਇਦਾਂ ਦੇ ਗੁਣ ਨਹੀਂ ਲੈਣੇ ਚਾਹੀਦੇ। ਪਰ ਜੇ ਬਾਪ ਅੰਦਰ ਅੱਛੇ ਗੁਣ ਹੈ ਫਿਰ ਜ਼ਰੂਰ ਲਓ। ਬਾਪ ਨੂੰ ਸਤਸੰਗ 'ਚ ਜਾਣ ਦੀ ਆਦਤ ਹੈ, ਸਿਮਰਨ ਕਰਨ ਦੀ ਆਦਤ ਹੈ, ਸੱਚ ਬੋਲਣ ਦੀ ਆਦਤ ਹੈ, ਕੋਈ ਨੇਕੀ ਕਰਨ ਦੀ ਆਦਤ ਹੈ, ਦਾਨ ਪੁੰਨ ਕਰਨ ਦੀ ਆਦਤ ਹੈ, ਕਿਸੇ ਦਾ ਭਲਾ ਕਰਨ ਦੀ ਆਦਤ ਹੈ, ਚੰਗੇ ਗੁਣ ਜ਼ਰੂਰ ਲਓ। ਮਾੜੇ ਗੁਣ ਏਦਾਂ ਕਰ ਲਓ ਜਿੱਦਾਂ ਛੱਜ ਵਿੱਚ ਪਾ ਕੇ ਨਾ ਅਸੀਂ ਦਾਲ ਹੋਵੇ, ਚਾਵਲ ਹੋਣ, ਦਾਣੇ ਹੋਣ, ਛੱਡਦੇ ਆ ਤਾਂ ਜਿਹੜੀ ਮਾੜੀ ਚੀਜ਼ ਹੁੰਦੀ ਹੈ ਉਹ ਬਾਹਰ ਚਲੀ ਜਾਂਦੀ ਹੈ ਤੇ ਜਿਹੜੀ ਚੰਗੀ ਚੀਜ਼ ਹੁੰਦੀ ਅੰਦਰ ਰਹਿ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਕਹਾਂਗੇ ਛੱਜ ਬਣੋ, ਛਾਣਨੀ ਨਾ ਬਣੋ। ਕਿਉਂਕਿ ਛਾਣਨੀ ਕੀ ਕਰਦੀ ਹੈ, ਚੰਗੀ ਚੀਜ਼ ਛੱਡ ਦਿੰਦੀ ਤਾਂ ਮਾੜੀ ਚੀਜ਼ ਫੜ ਲੈਂਦੀ ਹੈ। ਹੁਣ ਕਈ ਵਾਰ ਦੇਖਿਆ ਨਾ, ਕੋਈ ਗੁਰੂ ਘਰ 'ਚ ਜਾਏਗਾ, ਕੋਈ ਸਤਸੰਗ ਤੇ ਜਾਏਗਾ ਤਾਂ ਉੱਥੇ ਜਾ ਕੇ ਕੀ ਕਹੇਗਾ, ਆਹ ਦਾਲ 'ਚ ਲੂਣ ਘੱਟ ਸੀ, ਆਹ ਰੋਟੀ ਜਲੀ ਹੋਈ ਸੀ, ਆਹ ਦਾਲ 'ਚ ਨਮਕ ਜ਼ਿਆਦਾ ਹੋ ਗਿਆ। ਉਹ ਭਾਈ ਤੂੰ ਇਹੀ ਬੁਰੀ ਚੀਜ਼ ਫੜ ਕੇ ਬਹਿ ਗਿਆ। ਉੱਥੇ ਇਹ ਨਹੀਂ ਦੇਖਿਆ ਸਤਸੰਗ 'ਚ ਕਿੰਨਾ ਆਨੰਦ ਆਉਂਦਾ ਹੈ। ਉੱਥੇ ਗੁਰੂ ਘਰ 'ਚ ਬੈਠਣ ਨਾਲ ਸ਼ਾਂਤੀ ਕਿੰਨੀ ਮਿਲਦੀ ਹੈ, ਸਕੂਨ ਕਿੰਨਾ ਮਿਲਦਾ। ਅੰਦਰਲਾ ਵੀ ਕੁਝ ਦੇਖ ਨਾ। ਉਹ ਇੱਕ ਚੀਜ਼ ਮਾੜੀ ਦੇਖ ਲਈ, ਉੱਥੇ ਤਾਂ ਜੀ ਮੈਨੂੰ ਫਲਾਣਾ ਇਦਾਂ ਬੋਲਿਆ, ਉਹ ਦੇਖ ਲਿਆ ਤਾਂ ਜੋ ਤੈਨੂੰ ਗੁਰੂ ਬੋਲਦਾ ਇੰਨੇ ਪਿਆਰ ਨਾਲ ਤੇਰਾ ਹਾਲ ਚਾਲ ਪੁੱਛਦਾ, ਉਹ ਕਿਉਂ ਨਹੀਂ ਦੇਖਦਾ। ਹੁਣ ਇਹੀ ਗੱਲ ਹੈ, ਛਾਣਨੀ ਵਾਲੇ ਨਾ ਬਣੋ ਕਿ ਬੁਰਾ ਹੀ ਚੀਜ਼ ਆਪਣੇ ਅੰਦਰ ਰੱਖਣੀ ਹੈ ਤਾਂ ਚੰਗੀ। ਛਾਣਨੀ ਕੀ ਕਰਦੀ ਹੈ ਦੱਸ ਦਿਓ ਆਪੇ ਹੀ। ਆਟਾ ਛਾਣ ਦਿਓ ਕੀ ਕਰਦੀ ਹੈ। ਜਿਹੜੀ ਚੰਗੀ ਚੀਜ਼ ਹੁੰਦੀ ਹੈ ਉਹ ਕੱਢ ਦਿੰਦੀ ਹੈ, ਤਾਂ ਜਿਹੜੀ ਕਚੜਾ ਕੁਚੜਾ ਹੁੰਦਾ ਹੈ ਨਾ, ਬੂਰਾ ਪੂਰਾ, ਉਹਨੂੰ ਆਪਣੇ ਅੰਦਰ ਰੱਖਦੀ ਹੈ। ਕਈ ਛਾਣਨੀ ਵਾਲੇ ਹੁੰਦੇ ਐ, ਉਹ ਚੰਗੀਆਂ ਚੀਜ਼ਾਂ ਭੁੱਲਦੇ ਜਾਣਗੇ, ਬੁਰੀਆਂ ਚੀਜ਼ਾਂ ਯਾਦ ਰੱਖਣਗੇ। ਉਹਦੇ ਨਾਲ 100 ਗੱਲਾਂ ਚੰਗੀਆਂ ਕਰ ਲੋ, ਉਹ ਭੁੱਲ ਜਾਣੀਆਂ। ਇੱਕ ਕੰਮ ਮਾੜਾ ਕਰਦੇ ਉਹ ਯਾਦ ਰੱਖਣਾ, ਤੂੰ ਇਦਾਂ ਕੀਤੀ ਸੀ। ਉਹ ਭਾਈ 100 ਗੱਲਾਂ ਚੰਗੀਆਂ ਵੀ ਕੀਤੀਆਂ, ਉਹ ਵੀ ਤਾਂ ਦੱਸ ਮੈਨੂੰ। ਕਦੀ ਉਹ ਯਾਦ ਨਹੀਂ ਆਉਂਦੀਆਂ। ਇਸ ਲਈ ਛਾਣਨੀ ਨਾ ਬਣੋ। ਕੀ ਬਣੋ? ਛੱਜ ਬਣੋ। ਕਿਉਂਕਿ ਛੱਜ ਬੁਰੀਆਂ ਚੀਜ਼ਾਂ ਛੱਡਦਾ ਰਹਿੰਦਾ ਹੈ, ਕਚਰਾ ਕੁਚਰਾ, ਤੀਲੇ ਤੁਲੇ ਕੱਢਦਾ ਰਹਿੰਦਾ, ਤੇ ਜਿਹੜੇ ਦਾਣੇ ਹੁੰਦੇ ਆ, ਅੱਛੀ ਚੀਜ਼ ਹੁੰਦੀ, ਉਹ ਆਪਣੇ ਅੰਦਰ ਰੱਖਦਾ ਹੈ। ਇਸੇ ਤਰ੍ਹਾਂ ਹੁਣ ਤੁਸੀਂ ਚੈੱਕ ਕਰਨਾ, ਤੁਸੀਂ ਛੱਜ ਹੋ ਜਾਂ ਛਾਣਨੀ? ਕੀ ਹੋ ਤੁਸੀਂ? ਸੱਚੀ? ਜਾਂ ਉਦਾਂ ਹੀ ਉੱਪਰੋਂ ਸਤਸੰਗ 'ਚ ਬਹਿ ਕੇ ਛੱਜ ਆ ਤਾਂ ਘਰ ਜਾ ਕੇ ਛਾਣਨੀ? ਹੁੰਦਾ ਤਾਂ ਇਦਾਂ ਹੀ ਆ। ਗੁਰੂ ਘਰ 'ਚ ਚਲੇ ਗਏ, ਸਤਸੰਗ 'ਚ ਬਹਿ ਕੇ, ਹਾਂਜੀ ਅਸੀਂ ਛੱਜ ਆ ਜੀ, ਚੰਗੀਆਂ ਚੀਜ਼ਾਂ ਰੱਖਦੇ ਆ, ਤਾਂ ਘਰ ਜਾ ਕੇ ਕਹਿਣਾ, ਉਹ ਤੂੰ ਪਰਸੋਂ ਮੈਨੂੰ ਗਾਲ ਕੱਢੀ ਸੀ, ਆ ਤੂੰ ਪਰਸੋਂ ਮੈਨੂੰ 5 ਸਾਲ ਪਹਿਲਾਂ ਖਾਣਾ ਨਹੀਂ ਪੁੱਛਿਆ ਸੀ ਤੂੰ ਮੈਨੂੰ। ਹੁਣ ਆ ਪੁੱਛੋ ਕੋਈ, ਹੁਣ ਛੱਜ ਆ ਜਾਂ ਛਾਣਨੀ? ਸੱਚ ਦੱਸਿਓ। ਜੇ ਕਿਸੇ ਦੀ ਕੀਤੀ ਹੋਈ ਬੁਰਾਈ 5 ਸਾਲ ਵਾਲੀ ਤੁਹਾਨੂੰ ਅੱਜ ਯਾਦ ਆ ਨਾ, ਤਾਂ ਤੁਸੀਂ ਛਾਣਨੀ, ਛੱਜ ਨਹੀਂ ਹੋ ਫਿਰ। ਹੁਣ ਸੋਚ ਕੇ ਦੇਖੋ, ਕਿਹਨੂੰ ਕਿਹਨੂੰ ਆਪਣੀਆਂ, ਫਰਜ਼ ਕਰੋ ਕਿਸੇ ਨੂੰ 5 ਸਾਲ ਪਹਿਲਾਂ ਕਿਸੇ ਨੇ ਗਾਲ ਕੱਢੀ, 5 ਸਾਲ ਪਹਿਲਾਂ ਕਿਸੇ ਨੇ, 5 ਸਾਲ ਕਹਿ ਲਓ, 6 ਸਾਲ ਕਹਿ ਲਓ, ਜਾਂ 6 ਮਹੀਨੇ ਕਹਿ ਲਓ, 2 ਮਹੀਨੇ ਕਹਿ ਲਓ, ਯਾਨੀ ਪੁਰਾਣੀ ਗੱਲ ਕਰਦੇ ਆ ਅਸੀਂ। ਚਾਹੇ ਗੱਲ 10 ਸਾਲ ਦੀ ਹੋਵੇ, ਚਾਹੇ 6 ਮਹੀਨਿਆਂ ਦੀ ਹੋਵੇ, ਯਾਨੀ ਗੱਲ ਕੋਈ ਵੀ ਹੋਵੇ। ਅਗਰ ਤੋਂ ਬੁਰੀ ਗੱਲ ਨੂੰ ਅੱਜ ਵੀ ਤੁਸੀਂ ਫੜ ਕੇ ਬੈਠੇ ਹੋ ਔਰ ਉਹਦੇ ਕਰਕੇ ਤੁਸੀਂ ਅੱਜ ਵੀ ਝਗੜਾ ਕਰੀ ਜਾਂਦੇ ਹੋ, ਗੁੱਸੇ ਹੋਈ ਜਾਂਦੇ ਹੋ, ਤਾਂ ਫਿਰ ਤੁਸੀਂ ਛੱਜ ਨਹੀਂ ਹੋ, ਫਿਰ ਤੁਸੀਂ ਛਾਣਨੀ ਹੋ। ਹੁਣ ਚੈੱਕ ਕਰੋ ਆਪਣੇ ਆਪ ਨੂੰ, ਸੱਜ ਹੋ ਕੋਈ ਛਾਣਨੀ? ਹੁਣ ਕਹਿਣਾ ਤਾਂ ਛੱਜ ਹੀ ਹੈ ਤੁਸੀਂ, ਕਿਉਂਕਿ ਕਿਹੜਾ ਕਹੇਗਾ ਮੈਂ ਛਾਣਨੀ ਹੈ ਨਾ। ਕਿਉਂਕਿ ਛਾਣਨੀ ਕਹੀ ਤਾਂ ਪਤਾ ਕਿ ਫਿਰ ਛਾਣਨੀ ਆ, ਛਾਣਨੀ ਕਹੇ ਤਾਂ ਬੇਇੱਜ਼ਤੀ ਹੀ ਹੋਣੀ ਹੈ। ਓਏ ਤੂੰ ਛਾਣਨੀ ਹੈ। ਇਸ ਲਈ ਫਿਕਰ ਨਾ ਕਰੋ। ਸਭ ਤੋਂ ਪਹਿਲੀ ਗੱਲ ਤਾਂ ਸੱਚਾਈ ਨੂੰ ਐਕਸੈਪਟ ਕਰੋ। ਜੋ ਮੈਂ ਹਾਂ ਨਾ, ਜੇ ਮੇਰੇ ਅੰਦਰ ਕੋਈ ਕਮੀ ਹੈ ਉਹਨੂੰ ਲੁਕੋਈਏ ਨਾ, ਉਹਦਾ ਸੁਧਾਰ ਕਰੀਏ ਕਿ ਠੀਕ ਹੈ ਜੀ ਅੱਜ ਮੈਂ ਸੁਣ ਲਿਆ, ਹੁਣ ਦੱਸਣ ਦੀ ਲੋੜ ਨਹੀਂ, ਕਈ ਭਾਵੇਂ ਛੱਜ ਜਾਓ। ਪਰ ਜੇ ਵਾਕਈ ਛਾਣਨੀ ਹੋ ਨਾ, ਤਾਂ ਮਨ 'ਚ ਯਾਦ ਰੱਖੋ, ਹਾਂ ਯਾਰ ਕੰਮ ਤਾਂ ਮੇਰੇ ਛਾਣਨੀ ਵਾਲੇ ਹੀ ਹੈ, ਪਰ ਅੱਜ ਤੋਂ ਮੈਂ ਛੱਜ ਬਣਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਬੇਸ਼ੱਕ ਦੱਸਾਂ ਨਾ, ਪਰ ਮੈਨੂੰ ਅੰਦਰ ਪਤਾ ਹੈ ਕਿ ਮੈਂ ਛਾਣਨੀ ਹੈ। ਹੁਣ ਮੈਂ ਛੱਜ ਬਣਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜਿਹੜੀ ਬੁਰਾਈ ਹੈ ਉਹ ਬਾਹਰ ਜਾਵੇ, ਅੱਛਾਈ ਅੰਦਰ ਜਾਵੇ। ਹੁਣ ਅੱਜ ਵੀ ਇਹ ਸਤਸੰਗ 'ਚ ਆਇਓ ਨਾ, ਜਿਹੜੀ ਅੱਛੀ ਗੱਲ ਉਹਨੂੰ ਯਾਦ ਰੱਖਿਓ। ਜੇ ਕੋਈ ਬੁਰੀ ਗੱਲ ਹੋ ਜਾਵੇ ਨਾ, ਮਾੜੀ ਮੋਟੀ ਕਿਸੇ ਨਾਲ ਕੋਈ ਗੱਲਬਾਤ ਹੋ ਜਾਵੇ, ਭੁੱਲ ਜਿਓ ਕਿ ਸਤਸੰਗ 'ਚ ਆਨੰਦ ਬੜਾ ਆਇਆ, ਸਤਸੰਗ 'ਚ ਖੁਸ਼ੀ ਬੜੀ ਮਿਲੀ, ਮੈਂ ਖੁਸ਼ੀ ਨੂੰ ਯਾਦ ਰੱਖਣਾ ਹੈ, ਉਹ ਮਾਲਿਕ ਦੀ ਰਹਿਮਤ ਨੂੰ ਯਾਦ ਰੱਖਣਾ ਹੈ, ਉਹ ਸਤਸੰਗ ਦੇ ਵਚਨਾਂ ਨੂੰ ਯਾਦ ਰੱਖਣਾ ਹੈ, ਦੁਨੀਆ ਦੀਆਂ ਗੱਲਾਂ ਨੂੰ ਨਹੀਂ ਯਾਦ ਰੱਖਣਾ। ਇਸ ਲਈ ਫਿਰ ਇੱਕ ਵਾਰ ਕਹਾਂਗੇ, ਛੱਜ ਬਣਨਾ ਹੈ। ਕਿਉਂਕਿ ਅੱਛਾਈ ਨੂੰ ਪਕੜੋ, ਜਿੱਥੋਂ ਵੀ ਕੋਈ ਅੱਛੀ ਚੀਜ਼ ਮਿਲੇ ਉਹਨੂੰ ਫੜੋ, ਉਹਨੂੰ ਯਾਦ ਰੱਖੋ, ਤਾਂ ਜਿੱਥੋਂ ਕੋਈ ਬੁਰੀ ਚੀਜ਼ ਮਿਲੇ ਉਹਨੂੰ ਛੱਡਦੇ ਚਲੇ ਜਾਓ। ਕਿਉਂਕਿ ਹਰ ਇੱਕ ਦੇ ਅੰਦਰ ਬੁਰਾਈ ਨਹੀਂ ਹੁੰਦੀ, ਅੱਛਾਈ ਵੀ ਸਭ ਦੇ ਅੰਦਰ ਹੁੰਦੀ ਹੈ। ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਉਹਦੇ ਅੰਦਰ ਦੀ ਬੁਰਾਈ ਨੂੰ ਪਕੜਨਾ ਹੈ ਜਾਂ ਉਹਦੇ ਅੰਦਰਲੀ ਅੱਛਾਈ ਨੂੰ ਪਕੜਨਾ ਹੈ। ਕਿਉਂਕਿ ਜਿਸ ਨੂੰ ਵੀ ਰੱਬ ਨੇ ਪੈਦਾ ਕੀਤਾ ਹੈ, ਸਭ ਨੂੰ ਅੱਛਾ ਹੀ ਬਣਾਇਆ ਹੈ, ਉਹ ਬੁਰਾ ਕੋਈ ਬਣਾਉਂਦਾ ਹੀ ਨਹੀਂ ਹੈ। ਹਾਂ, ਬੁਰਾ ਇਨਸਾਨ ਆਪਣੀ ਕਰਨੀ ਨਾਲ ਬਣ ਜਾਂਦਾ ਹੈ, ਆਪਣੀ ਬੋਲ ਬਾਣੀ ਨਾਲ ਬਣ ਜਾਂਦਾ ਹੈ, ਕਿ ਜੇ ਬੁਰਾ ਬੋਲਦੇ ਆ ਤਾਂ ਬੁਰੇ ਕਹਿਲਾਉਂਦੇ ਆ, ਬੁਰਾ ਕਰਮ ਕਰਦੇ ਆ ਬੁਰੇ ਕਹਿਲਾਉਂਦੇ ਆ, ਜੇ ਅੱਛਾ ਬੋਲਦੇ ਆ, ਅੱਛੇ ਕਰਮ ਕਰਦੇ ਤਾਂ ਅੱਛੇ ਕਹਿਲਾਉਂਦੇ ਆ। ਇਹ ਬੰਦੇ ਦੀ ਕਰਨੀ ਹੈ। ਰੱਬ ਤਾਂ ਸਾਰਿਆਂ ਨੂੰ ਅੱਛਾ ਹੀ ਬਣਾਉਂਦਾ ਹੈ, ਕਿਉਂਕਿ ਕਰਨੀ ਆਪੋ ਆਪਣੀ ਕਹਿ ਨੇੜੇ। ਇਹ ਕਰਨੀ ਆਪਣੀ ਆਪਣੀ ਹੈ। ਇਹ ਕਰਨੀ ਸਾਨੂੰ ਉਹਦੇ ਨੇੜੇ ਵੀ ਲੈ ਜਾਂਦੀ, ਤਾਂ ਰੱਬ ਤੋਂ, ਉਹਦੀਆਂ ਰਹਿਮਤਾਂ ਤੋਂ ਦੂਰ ਵੀ ਕਰ ਦਿੰਦੀ ਹੈ। ਇਸ ਲਈ ਇਹ ਗੱਲ ਯਾਦ ਰੱਖਣਾ। ਬੁੱਲੇ ਸ਼ਾਹ ਅੱਗੇ ਕੀ ਕਹਿੰਦੇ ਹੈ, ਇਹੀ ਗੱਲ ਬੁੱਲੇ ਸ਼ਾਹ ਦੱਸਦੇ ਹੈ ਕਿ ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ
ਉਹ ਬੁੱਲੇ ਸ਼ਾਹ ਜਿਹਦਾ ਨਹੀਂ ਗੁਰੂ ਜਗ ਤੇ ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ। ਇਸ ਲਈ ਗੁਰੂ ਵਾਲੇ ਬਣ ਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਹੁਣ ਮੂਸਾ ਦੀ ਗੱਲ ਨੂੰ ਪੂਰਾ ਕਰੀਏ, ਫਿਰ ਸਮਾਂ ਕਾਫੀ ਹੋ ਗਿਆ, ਸਤਸੰਗ ਦੀ ਸਮਾਪਤੀ ਕਰਨੀ ਹੈ। ਕਿ ਮੂਸਾ ਨੇ ਜਦੋਂ ਖੁਦਾ ਨੇ ਕਿਹਾ ਮੈਂ ਇੰਨੇ ਸਾਲ ਉਹਨੂੰ ਦਿੰਦਾ ਰਿਹਾ, ਮੂਸਾ ਤੂੰ ਇੱਕ ਦਿਨ ਨਹੀਂ ਦੇ ਸਕਿਆ। ਤਾਂ ਅਸੀਂ ਤੁਹਾਨੂੰ ਵੀ ਇਹ ਗੱਲ ਕਵਾਂਗੇ, ਜਦੋਂ ਕੋਈ ਇਦਾਂ ਦਾ ਵਕਤ ਆਵੇ ਤੁਸੀਂ ਵੀ ਇਹ ਸੋਚ ਲਿਆ ਕਰੋ ਕਿ ਮੈਂ ਉਹ ਰੱਬ ਦਾ ਬਣਾਇਆ ਬੰਦਾ ਹਾਂ। ਕਿਉਂਕਿ ਅੱਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ, ਸਾਨੂੰ ਕਿਹਨੇ ਬਣਾਇਆ? ਕੁਦਰਤ ਨੇ ਬਣਾਇਆ, ਯਾਨੀ ਰੱਬ ਨੇ ਬਣਾਇਆ ਸਾਨੂੰ। ਤਾਂ ਜੇ ਮੇਰਾ ਰੱਬ ਉਹਨਾਂ ਨਫ਼ਰਤ ਨਹੀਂ ਕਰਦਾ, ਜੇ ਮੇਰਾ ਰੱਬ ਉਹਨੂੰ ਸਭ ਕੁਝ ਦੇ ਸਕਦਾ, ਤਾਂ ਕੀ ਇੱਕ ਦਿਨ ਜੇ ਮੇਰੇ ਘਰ 'ਚ ਕੋਈ ਲੰਗਰ ਚੱਲ ਰਿਹਾ, ਕੋਈ ਭੋਜਨ ਚੱਲ ਰਿਹਾ, ਖਾਣਾ ਚੱਲ ਰਿਹਾ, ਤਾਂ ਕੀ ਇੱਕ ਦਿਨ ਮੈਂ ਨਹੀਂ ਦੇ ਸਕਦਾ? ਜਦ ਮੇਰਾ ਰੱਬ ਨਹੀਂ ਦੇਣੋਂ ਹਟਦਾ ਤਾਂ ਮੈਂ ਕਿਉਂ ਹਟਾਂ? ਕਿਉਂਕਿ ਆਖਰ ਰੱਬ ਵਾਲੇ ਗੁਣ ਹੀ ਤਾਂ ਸਾਡੇ ਅੰਦਰ ਹੋਣੇ ਚਾਹੀਦੇ ਆ, ਫੇਰ ਹੀ ਉਹਦੇ ਪਿਆਰੇ ਕਹਿਲਾਵਾਂਗੇ। ਬੁੱਲੇ ਸ਼ਾਹ ਨੇ ਕਿਹਾ ਨਾ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਓਏ। ਤੇ ਇੱਕ ਗੱਲ ਤੁਹਾਨੂੰ ਪੁੱਛਾਂਗੇ, ਤੁਸੀਂ ਰੱਬ ਨਾਲ ਪਿਆਰ ਕਰਦੇ ਹੋ? ਕਿਹੜਾ ਕਿਹੜਾ ਕਰਦਾ? ਹੱਥ ਖੜਾ ਕਰਕੇ ਦੱਸੋ। ਹੁਣ ਪਿਆਰ ਤੁਸੀਂ ਸਾਰੇ ਰੱਬ ਨਾਲ ਕਰਦੇ ਹੋ, ਇੱਕ ਵੀ ਗੁਣ ਰੱਬ ਵਾਲਾ ਆਇਆ ਤੁਹਾਡੇ ਅੰਦਰ? ਮਾਫ ਕਰਨ ਦਾ ਗੁਣ, क्षमा ਕਰਨ ਦਾ ਗੁਣ, ਦਇਆ ਕਰਨ ਦਾ ਗੁਣ, ਜਰਾ ਗੌਰ ਕਰੋ। ਸਭ ਨਾਲ ਪਿਆਰ ਕਰਨ ਦਾ ਗੁਣ, ਜੇ ਇੱਕ ਵੀ ਗੁਣ ਉਹਦਾ ਸਾਡੇ ਅੰਦਰ ਆਇਆ ਹੀ ਨਹੀਂ, ਤਾਂ ਇਹਦਾ ਮਤਲਬ ਹਾਲੇ ਸਿਰਫ ਇਹ ਪ੍ਰੇਮ ਸਾਡੀ ਜ਼ੁਬਾਨ ਤੇ ਹੈ, ਸਾਡੇ ਦਿਲ ਅੰਦਰ ਤਾਂ ਪਹੁੰਚਿਆ ਹੀ ਨਹੀਂ। ਕਿਉਂਕਿ ਦਿਲ ਅੰਦਰ ਪ੍ਰੇਮ ਹੋ ਗਿਆ ਤਾਂ ਜਿੰਨਾ ਬੰਦਾ ਪ੍ਰੇਮ ਕਰਦਾ ਉਹਦੇ ਗੁਣ ਵੀ ਬੰਦੇ ਅੰਦਰ ਆਣੇ ਸ਼ੁਰੂ ਹੋ ਜਾਂਦੇ। ਇਹ ਤਾਂ ਸੱਚ ਦੱਸਿਓ। ਇੱਥੇ ਇੱਕ ਸਵਾਲ ਪੁੱਛਾਂਗੇ, ਇਹਨੂੰ ਦੁਨਿਆਵੀ ਉਦਾਹਰਨ ਦੇਵਾਂਗੇ, ਦੁਨਿਆਵੀ, ਕਿ ਇੱਕ ਲੜਕਾ ਲੜਕੀ ਹੈ, ਇੱਕ ਦੂਜੇ ਨੂੰ ਪਿਆਰ ਕਰਦੇ ਹੈ। ਜੇ ਲੜਕਾ ਲੜਕੀ ਨੂੰ ਕਹਿੰਦਾ ਹੈ ਮੈਨੂੰ ਤੇਰੇ ਪੀਲਾ ਸੂਟ ਬਹੁਤ ਸੋਹਣਾ ਲੱਗਦਾ ਹੈ ਜਾਂ ਕਾਲਾ ਸੂਟ ਬਹੁਤ ਸੋਹਣਾ ਲੱਗਦਾ, ਤਾਂ ਲੜਕੀ ਦੀ ਕੀ ਕੋਸ਼ਿਸ਼ ਹੁੰਦੀ ਹੈ? ਉਹਨਾਂ ਉਹੀ ਕੱਪੜਾ ਪਾਣਾ ਜਿਹੜਾ ਮੇਰੇ ਪਿਆਰੇ ਨੂੰ ਪਸੰਦ ਹੈ। ਤਾਂ ਜੇ ਕੁੜੀ ਕਹਿ ਦੇਵੇ ਆਹ ਚੀਜ਼ ਤੈਨੂੰ ਬੜੀ ਚੰਗੀ ਲੱਗਦੀ ਹੈ ਭਾਈ, ਤਾਂ ਉਹਨੇ ਉਹੀ ਕਰਨ ਦੀ ਕੋਸ਼ਿਸ਼ ਕਰਨੀ। ਬੋਲੋ ਹੁੰਦਾ ਕਿ ਨਹੀਂ? ਮਿਸਾਲ ਦੇ ਰਹੇ ਹਾਂ ਅਸੀਂ ਕਿ ਪਿਆਰ ਦੇ ਵਿੱਚ ਕੀ ਹੁੰਦਾ, ਜਿਹਦੇ ਨਾਲ ਬੰਦਾ ਪ੍ਰੇਮ ਕਰਦਾ ਹੈ ਉਹਦੀ ਖੁਸ਼ੀ ਦਾ ਖਿਆਲ ਰੱਖਦਾ ਹੈ ਕਿ ਮੇਰੇ ਪਿਆਰੇ ਨੂੰ ਆਹ ਚੀਜ਼ ਪਸੰਦ ਹੈ ਤਾਂ ਮੈਂ ਉਹ ਕਰਾਂ। ਏਦਾਂ ਹੁੰਦੀ ਹੈ ਕਿ ਨਹੀਂ? ਏਦਾਂ ਥੋੜੀ ਬੰਦਾ ਕਹਿੰਦਾ ਲੈ ਤੈਨੂੰ ਪਸੰਦ ਆ ਮੈਂ ਕੀ ਕਰਾਂ, ਮੈਂ ਤਾਂ ਪਾਣਾ ਹੀ ਇਹ। ਅੱਛਾ ਫਿਰ ਜਾ ਭਾਈ, ਜੇ ਤੂੰ ਮੇਰੀ ਗੱਲ ਨਹੀਂ ਮੰਨ ਸਕਦਾ, ਮੇਰੀ ਪਸੰਦ ਦਾ ਖਿਆਲ ਨਹੀਂ ਰੱਖ ਸਕਦਾ, ਕਾਹਦਾ ਪਿਆਰ ਹੈ? ਹੁਣ ਤੂੰ ਚੱਲ, ਤੇਰਾ ਰਸਤਾ ਉਹ ਤਾਂ ਮੇਰਾ ਉਹ। ਹੋ ਜਾਂਦਾ ਕਿ ਨਹੀਂ? ਏਦਾਂ ਜਵਾਬ ਦਿਓ ਸਾਨੂੰ। ਹੁਣ ਜਰਾ ਸੋਚੋ, ਜੇ ਤੁਸੀਂ ਵਾਕਈ ਰੱਬ ਨਾਲ ਪਿਆਰ ਕਰਦੇ ਹੋ ਤਾਂ ਕਦੋਂ ਦੇ ਸੰਤ ਗੁਰੂ ਰਹਿਬਰ ਕਹਿੰਦੇ ਆ ਗਏ ਐ, ਸਮਝਾਉਂਦੇ ਆ ਗਏ ਐ, ਨਫ਼ਰਤ ਛੱਡੋ, ਸਭ ਨਾਲ ਪਿਆਰ ਕਰੋ, ਜਾਤ ਪਾਤ ਦੇ ਭੇਦਭਾਵ ਮਿਟਾਓ, ਇਹ ਧਰਮਾਂ ਦੇ ਭੇਦਭਾਵ ਮਿਟਾਓ, ਸਭ ਨਾਲ ਪਿਆਰ ਕਰੋ, ਕਿਉਂਕਿ ਸਾਰਿਆਂ ਨੂੰ ਹੀ ਉਹ ਪ੍ਰਮਾਤਮਾ ਨੇ ਪੈਦਾ ਕੀਤਾ ਹੈ। ਪਰ ਮੰਨੀ ਅਸੀਂ? ਮੰਨੀ ਆਪਣੇ ਰੱਬ ਦੀ ਗੱਲ? ਅੱਜ ਵੀ ਨਫ਼ਰਤਾਂ ਲੈ ਕੇ ਬੈਠੇ ਆ। ਅੱਜ ਵੀ ਕਿ ਰੱਬ ਦੇ ਪਿਆਰੇ ਕੀ ਕਹਿੰਦੇ ਐ? क्षमा ਕਰੋ, ਕਿਸੇ ਤੋਂ ਗਲਤੀ ਹੋ ਜਾਵੇ ਮਾਫ ਕਰ ਦੇ, ਸਭ ਨਾਲ ਪਿਆਰ ਕਰ। ਪਰ ਅੱਜ ਪਿਆਰ ਹੈ ਇਨਸਾਨ ਦੇ ਅੰਦਰ ਸਭ ਦੇ ਵਾਸਤੇ? ਅੱਜ ਇੱਕ ਨਾਲ ਪਿਆਰ ਹੈ ਤਾਂ ਦਸਾਂ ਨਾਲ ਨਫ਼ਰਤ ਵੀ ਬੰਦਾ ਦਿਲ 'ਚ ਲੈ ਕੇ ਬੈਠਾ ਹੈ। ਇਹਦਾ ਮਤਲਬ ਅਸੀਂ ਆਪਣੇ ਪਿਆਰੇ ਦੀ ਗੱਲ ਤਾਂ ਮੰਨਦੇ ਨਹੀਂ ਔਰ ਦਾਅਵੇ ਕਰਦੇ ਆ ਅਸੀਂ ਉਹਨੂੰ ਬੜਾ ਪਿਆਰ ਕਰਦੇ ਆ। ਪਿਆਰ ਤਾਂ ਉਦੋਂ ਪਤਾ ਲੱਗੇਗਾ ਜਦੋਂ ਉਹਦੀ ਗੱਲ ਵੀ ਅਸੀਂ ਮੰਨਣੀ ਸ਼ੁਰੂ ਕਰਾਂਗੇ। ਸਮਝ ਆ ਗਈ ਕਿ ਨਹੀਂ? ਇਸ ਕਰਕੇ ਐਸਾ ਆਪਣਾ ਜੀਵਨ ਬਣਾਓ ਕਿ ਤੁਹਾਡੇ ਜੀਵਨ ਨੂੰ ਦੇਖ ਕੇ ਪਤਾ ਲੱਗੇ ਕਿ ਵਾਕਈ ਤੁਸੀਂ ਰੱਬ ਦੇ ਪਿਆਰੇ ਹੋ। ਤੁਹਾਨੂੰ ਬੋਲਣ ਦੀ ਲੋੜ ਨਾ ਪਵੇ, ਤੁਹਾਨੂੰ ਕਹਿਣ ਦੀ ਲੋੜ ਨਾ ਪਵੇ, ਤੁਹਾਡੀ ਕਰਨੀ ਤੋਂ ਪਤਾ ਲੱਗ ਜਾਵੇ, ਤੁਹਾਡੀ ਬੋਲ ਬਾਣੀ ਤੋਂ ਪਤਾ ਲੱਗ ਜਾਵੇ ਵਾਕਈ ਇਹ ਰੱਬ ਦਾ ਪਿਆਰਾ ਹੈ ਕੋਈ, ਇਹ ਰੱਬ ਦਾ ਆਸ਼ਿਕ ਹੈ ਕੋਈ। ਕਿਉਂਕਿ ਇਹਦੀ ਜ਼ੁਬਾਨ ਤੋਂ ਕਦੀ ਕਿਸੇ ਨੂੰ ਬੁਰਾ ਬੋਲ ਨਹੀਂ ਨਿਕਲਦਾ, ਇਹਦੀ ਜ਼ੁਬਾਨ ਤੋਂ ਕਦੀ ਬੁਰਾ ਅਲਫਾਜ਼ ਨਹੀਂ ਨਿਕਲਦਾ, ਕੋਈ ਗਾਲੀ ਨਹੀਂ ਨਿਕਲਦੀ, ਨਿੰਦਿਆ ਨਹੀਂ ਕਿਸੇ ਦੀ ਨਿਕਲਦੀ। ਇਹਦੇ ਹੱਥਾਂ ਤੋਂ, ਇਹਦੀ ਕਰਨੀ ਤੋਂ ਕਦੀ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ, ਕੁਝ ਬੁਰਾ ਨਹੀਂ ਹੁੰਦਾ। ਵਾਕਈ ਰੱਬ ਦਾ ਪਿਆਰਾ ਹੈ। ਜਰਾ ਸਮਝ ਕੇ ਦੇਖਣਾ। ਕਿਉਂਕਿ ਅੱਜ ਜੇ ਅਸੀਂ ਕਹਿੰਦੇ ਆ, ਜਰਾ ਹੁਣ ਇੱਕ ਸਵਾਲ ਦਾ ਜਵਾਬ ਦੇਣਾ, ਅੱਜ ਅਸੀਂ ਕਹਿੰਦੇ ਆ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਨੂੰ ਕਿ ਰੱਬ ਦੇ ਪਿਆਰੇ, ਤਾਂ ਕਿਉਂ ਕਹਿੰਦੇ ਆ? ਉਹਨਾਂ ਦੀ ਕਰਨੀ ਨੂੰ ਦੇਖ ਕੇ ਕਹਿੰਦੇ ਆ? ਜਵਾਬ ਦਿਓ ਸਾਨੂੰ ਕਿ ਉਹਨਾਂ ਨੇ ਇਦਾਂ ਦੀ ਕਰਨੀ ਕੀਤੀ, ਕਿਸੇ ਨੇ ਪੱਥਰ ਵੀ ਮਾਰਿਆ ਉਹਦੇ ਵਾਸਤੇ ਵੀ ਉਹਨਾਂ ਨੇ ਕੀ ਕਿਹਾ? ਰੱਬ ਤੇਰਾ ਭਲਾ ਕਰੇ। ਹਾਂ ਵੀ ਇਹ ਕੋਈ ਫਕੀਰ ਹੀ ਹੋ ਸਕਦਾ ਹੈ ਜਿਹੜਾ ਪੱਥਰ ਖਾ ਕੇ ਵੀ ਦੁਆ ਦੇ ਰਿਹਾ ਹੈ। ਕਰਨੀ ਤੋਂ ਪਤਾ ਲੱਗਦਾ ਹੈ ਕਿ ਇਹ ਰੱਬ ਨਾਲ ਜੁੜਿਆ ਹੋਇਆ ਹੈ, ਇਹ ਰੱਬ ਦਾ ਪਿਆਰਾ ਹੈ। ਤਾਂ ਹੁਣ ਇੱਕ ਬੰਦਾ ਗਾਲਾਂ ਕੱਢ ਰਿਹਾ ਹੈ, ਕੋਈ ਕਹਿ ਦੇਗਾ ਇਹ ਰੱਬ ਦਾ ਪਿਆਰਾ? ਕੋਈ ਨਿੰਦਿਆ ਕਰ ਰਿਹਾ, ਕਹਿ ਦੇਗਾ ਰੱਬ ਦਾ ਪਿਆਰਾ? ਕੋਈ ਕਿਸੇ ਦੇ ਘਰ ਨੂੰ ਲੁੱਟ ਰਿਹਾ ਹੈ, ਤੁਸੀਂ ਕਹਿ ਦੋਗੇ ਰੱਬ ਦਾ ਪਿਆਰਾ? ਹੁਣ ਜਰਾ ਸੋਚੋ, ਇੱਕ ਬੰਦਾ ਬੈਠਾ ਹੈ, ਕੋਈ ਜਾ ਕੇ ਉਹਦੇ ਕੋਲ ਰੋਟੀ ਖੋਹ ਰਿਹਾ ਹੈ, ਤੁਸੀਂ ਇਹ ਨਹੀਂ ਕਹੋਗੇ ਰੱਬ ਦਾ ਪਿਆਰਾ, ਤੁਸੀਂ ਕਹਿੰਦੇ ਕੋਈ ਸ਼ੈਤਾਨ ਹੈ ਜਿਹੜਾ ਭੁੱਖੇ ਕੋਲੋਂ ਖਾਣਾ ਖੋਈ ਜਾਂਦਾ ਹੈ। ਤੇ ਇੱਕ ਬੰਦਾ ਖਾਣਾ ਲੈ ਕੇ ਜਾਂਦਾ ਭੁੱਖੇ ਨੂੰ ਦੇਣ ਵਾਸਤੇ, ਤੁਸੀਂ ਕਹਿੰਦਾ ਰੱਬ ਦਾ ਪਿਆਰਾ, ਦੇਖੋ ਯਾਰ ਭੁੱਖਿਆਂ ਦਾ ਕਿੰਨਾ ਖਿਆਲ ਰੱਖਦਾ। ਪਤਾ ਕਿੱਥੋਂ ਲੱਗਦਾ ਅਸੀਂ ਉਹਦੇ ਪਿਆਰੇ ਆ? ਸਾਡੀ ਕਰਨੀ ਤੋਂ। ਅਗਰ ਸਾਡੀ ਕਰਨੀ ਮਾੜੀ ਹੋਏਗੀ ਤਾਂ ਬਾਹਰੋਂ ਜਿੰਨਾ ਮਰਜੀ ਮੈਂ ਬਹੁਤ ਰੱਬ ਨੂੰ ਪਿਆਰ ਕਰਦਾ, ਮੈਂ ਬਹੁਤ ਰੱਬ ਨੂੰ ਪਿਆਰ ਕਰਦਾ, ਤਾਂ ਸਮਝ ਲਓ ਜ਼ੁਬਾਨਾਂ ਤੇ ਹੀ ਹੈ। ਜਦੋਂ ਵਾਕਈ ਤੁਹਾਡੇ ਦਿਲ 'ਚ ਰੱਬ ਦਾ ਪਿਆਰ ਪੈਦਾ ਹੋ ਗਿਆ ਤਾਂ ਤੁਹਾਡੀ ਕਰਨੀ ਵੀ ਐਸੀ ਹੋਏਗੀ ਕਿ ਤੁਹਾਡੀ ਕਰਨੀ ਨਾਲ ਕਦੀ ਕਿਸੇ ਨੂੰ ਤਕਲੀਫ ਨਹੀਂ ਹੋਏਗੀ। ਤੁਸੀਂ ਆਪ ਭੁੱਖੇ ਰਹਿ ਲਓਗੇ ਪਰ ਦੂਜੇ ਦਾ ਪੇਟ ਭਰਨ ਦੀ ਕੋਸ਼ਿਸ਼ ਕਰੋਗੇ। ਸਮਝਦੇ ਹੋ ਕਿ ਨਹੀਂ? ਪਰ ਅੱਜ ਬੰਦੇ ਦੀ ਸੋਚ ਕੀ ਹੈ? ਮੇਰਾ ਪੇਟ ਹੀ ਭਰਨਾ ਚਾਹੀਦਾ, ਦੂਜਾ ਭੁੱਖਾ ਮਰਦਾ ਮਰੀ ਜਾਵੇ।
ਕਈ ਵਾਰ ਹੁੰਦਾ ਨਾ, ਬੰਦਾ ਜਾਂਦਾ ਹੈ ਰਸਤੇ 'ਚ ਪੁਲਿਸ ਰੋਕ ਲੈਂਦੀ ਹੈ, ਕੋਈ ਨੌਜਵਾਨ ਹੁੰਦਾ ਹੈ। ਇੱਕ ਵਾਰ ਦੇਖ ਰਹੇ ਸੀ ਅਸੀਂ, ਉਹ ਨੌਜਵਾਨ ਰੋਕਿਆ ਉਹਨੂੰ, ਕਹਿੰਦੇ ਆਰਸੀ ਦਿਖਾ, ਕਹਿੰਦੇ ਆਰਸੀ ਘਰੀ ਰਹਿ ਗਈ, ਕਹਿੰਦੇ ਕੱਢ 500 ਰੁਪਇਆ ਫਿਰ ਪਾ ਦੇ ਜੇਬ 'ਚ। ਉਹ ਕਹਿੰਦਾ ਮੇਰੇ ਕੋਲ 450 ਹੀ ਹੈ, ਬਟੂਆ ਖਾਲੀ ਹੈ ਦੇਖ ਲਓ। ਕਹਿੰਦੇ 450 ਦੇ ਜਾ, ਫਿਰ ਮੇਰਾ ਪੇਟ ਭਰਨਾ ਚਾਹੀਦਾ, ਤੂੰ ਭਾਵੇਂ ਭੁੱਖਾ ਮਰ। ਕਹਿੰਦਾ ਮੈਂ ਤੇਲ ਪਵਾਉਣਾ, ਕਹਿੰਦਾ ਧੱਕਾ ਲੈ ਕੇ ਲੈ ਜੀ। ਹੁਣ ਇਦਾਂ ਦੇ ਵੀ ਹੁੰਦੇ ਐ, ਉਹ ਮੈਂ ਤੇਲ ਪਵਾਉਣਾ ਆ, ਇੰਨੇ ਤਾਂ ਪੈਸੇ ਦੇ ਦੋ, 100 ਰੁਪਇਆ ਤੇਲ ਪਵਾਉਣ ਜੋਗਾ, ਧੱਕਾ ਲਾ ਕੇ ਲੈ ਜੀ, 450 ਤਾਂ 450 ਹੀ ਦੇ ਜਾ। ਹੁਣ ਇਹਨੂੰ ਆਪਾਂ ਕੀ ਕਹਿ ਸਕਦੇ, ਸ਼ੈਤਾਨ ਵਾਲੀ ਕਰਨੀ ਹੈ ਜਾਂ ਭਗਵਾਨ ਵਾਲੀ ਕਰਨੀ ਹੈ? ਭਗਵਾਨ ਵਾਲੀ ਕਰਨੀ ਹੁੰਦੀ ਤਾਂ ਸ਼ਾਇਦ, ਅੱਛਾ ਪੁੱਤ ਤੇ ਕੋ 450 ਲੈ, 500 ਮੈਂ ਤੈਨੂੰ ਦਿੰਦਾ, 1000 ਲੈ ਕੇ ਜਾ ਤੂੰ, ਸਮਝਦੇ ਹੋ ਕਿ ਨਹੀਂ? ਚਲੋ ਜੇ ਨਹੀਂ ਵੀ ਕੋਲੋਂ ਦਿੰਦਾ ਤਾਂ ਜੋ ਤੇਰੇ ਕੋਲ ਪੁੱਤ ਇਹੀ ਲੈ ਜਾ। ਯਾਨੀ ਇਦਾਂ ਦੇ ਹਾਲਾਤ ਵੀ ਹੁੰਦੇ ਐ ਕਿ ਸਾਡੀ ਕਰਨੀ ਤੋਂ ਪਤਾ ਲੱਗਦਾ ਅਸੀਂ ਪਰਮਾਤਮਾ ਦੇ ਪਿਆਰੇ ਆ ਜਾਂ ਅਸੀਂ ਸ਼ੈਤਾਨ ਨੂੰ ਪਿਆਰ ਕਰਨ ਵਾਲੇ ਆ। ਇਸ ਲਈ ਆਪਣੀ ਕਰਨੀ ਨੂੰ ਅੱਛਾ ਕਰੋ। ਹੁਣ ਆ ਜਾਈਏ ਮੂਸਾ ਦੀ ਗੱਲ ਤੇ। ਤੁਸੀਂ ਕਹਿੰਦਾ ਮੂਸਾ ਦੀ ਗੱਲ ਹੀ ਨਹੀਂ ਪੂਰੀ ਹੁੰਦੀ, ਅੱਜ ਕਰ ਦਈਏ ਪੂਰੀ ਫਿਰ। ਹੁਣ ਮੂਸਾ ਨੇ ਰੱਬ ਨੂੰ ਕਿਹਾ, ਰੱਬ ਕਹਿੰਦਾ ਮੂਸਾ ਇਦਾਂ ਨਹੀਂ, ਜਦ ਮੈਂ ਸਾਰੀ ਜ਼ਿੰਦਗੀ ਉਹਨਾਂ ਨੂੰ ਦੇ ਸਕਦਾ ਤਾਂ ਤੂੰ ਇੱਕ ਰਾਤ ਤੈਨੂੰ ਦੇਣ ਦਾ ਮੌਕਾ ਮਿਲਿਆ, ਜੇ ਮੇਰਾ ਪਿਆਰਾ ਤਾਂ ਤੈਨੂੰ ਦੇਣਾ ਚਾਹੀਦਾ ਸੀ। ਕਿਉਂਕਿ ਰੱਬ ਵਾਲੇ ਗੁਣ ਜਦੋਂ ਉਹਦੇ ਪਿਆਰੇ ਅੰਦਰ ਹੋਣਗੇ ਤਾਂ ਰੱਬ ਵੀ ਫਿਰ ਖੁਸ਼ ਹੋਏਗਾ ਕਿ ਦੇਖੋ ਜਿੱਦਾਂ ਦਾ ਮੈਂ ਆ, ਮੇਰਾ ਪਿਆਰਾ ਵੀ ਜੋ ਮੈਨੂੰ ਪਿਆਰ ਕਰਦਾ, ਇਹਦੇ ਅੰਦਰ ਵੀ ਉਹ ਗੁਣ ਹੈ। ਸਮਝਦੇ ਹੋ ਕਿ ਨਹੀਂ? ਇੱਕ ਬਾਪ ਸੂਫੀ ਹੋਵੇ ਨਾ, ਕਿਸੇ ਨਸ਼ੇ ਨੂੰ ਹੱਥ ਨਾ ਲਾਉਂਦਾ ਹੋਵੇ, ਤਾਂ ਬੱਚਾ ਸ਼ਰਾਬ ਪੀਣ ਲੱਗ ਪਵੇ, ਸਿਗਰਟ ਪੀਣ ਲੱਗ ਪਵੇ, ਬਾਪ ਨੂੰ ਤਕਲੀਫ ਹੁੰਦੀ, ਉਹ ਮੇਰੇ ਵਾਲਾ ਇੱਕ ਵੀ ਗੁਣ ਤੇਰੇ ਅੰਦਰ ਹੈ ਨਹੀਂ। ਤੇ ਜੇ ਬੱਚਾ ਕਵੇ ਡੈਡੀ ਮੈਨੂੰ ਫਲਾਣੇ ਦੋਸਤ ਨੇ ਕਿਹਾ ਸੀ ਸ਼ਰਾਬ ਪੀਣ ਨੂੰ, ਮੈਂ ਨਾ ਕਰ ਦਿੱਤੀ, ਮੈਨੂੰ ਫਲਾਣੇ ਦੋਸਤ ਨੇ ਕਿਹਾ ਸੀ ਸਿਗਰਟ ਪੀਣ ਨੂੰ, ਨਾ ਕਰ ਦਿੱਤੀ, ਬਾਪ ਕਹਿੰਦਾ ਸ਼ਾਬਾਸ਼, ਇਹ ਹੈ ਮੇਰਾ ਖੂਨ। ਜਿੱਦਾਂ ਮੈਂ ਕਦੀ ਇਹਨਾਂ ਬੁਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਇਆ, ਤੂੰ ਵੀ ਉਹਨਾਂ ਨੂੰ ਹੱਥ ਨਹੀਂ ਲਾਇਆ, ਵਾਕਈ ਤੂੰ ਮੇਰੇ ਗੁਣ ਤੇਰੇ ਅੰਦਰ ਹੈ। ਬਾਪ ਨੂੰ ਖੁਸ਼ੀ ਹੁੰਦੀ ਹੈ ਕਿ ਨਹੀਂ? ਤਾਂ ਜਦੋਂ ਉਹ ਕੰਮ ਕਰੇ ਜੋ ਬਾਪ ਨਾ ਕਰਦਾ ਹੋਵੇ, ਬੱਚਾ ਕਰੇ, ਤਾਂ ਫਿਰ ਬਾਪ ਨੂੰ ਵੀ ਤਕਲੀਫ ਹੁੰਦੀ ਹੈ। ਇਸ ਲਈ ਜਰਾ ਸੋਚੋ, ਰੱਬ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਤੁਸੀਂ ਨਫ਼ਰਤ ਕਰਦੇ ਫਿਰਦੇ ਹੋ, ਸਾਡੇ ਬਾਪ ਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ। ਉਹ ਰੱਬ ਸਭ ਤੇ ਦਇਆ ਕਰਦਾ, ਤੁਸੀਂ ਕਠੋਰ ਜੇ ਹੋ ਕੇ ਲੰਘ ਜਾਂਦੇ ਹੋ, ਦਇਆ ਹੀ ਨਹੀਂ ਕਰਦੇ। ਹੁਣ ਕਈ ਵਾਰ ਦੇਖਿਆ ਕੁੱਤਾ ਬੈਠਾ ਹੋਏਗਾ ਨਾ, ਕਿ ਇਦਾਂ ਦੇ ਵੀ ਹੁੰਦੇ, ਤੁਰੇ ਤੁਰੇ ਜਾਂਦੇ ਡੰਡਾ ਹੀ ਮਾਰ ਦੇਣਗੇ, ਉਹ ਕੁਝ ਨਹੀਂ ਕਹਿ ਰਿਹਾ ਵਿਚਾਰਾ, ਫਿਰ ਵੀ ਪੱਥਰ ਮਾਰ ਕੇ ਜਾਣਗੇ ਉਹਦੇ। ਸਮਝਦੇ ਹੋ ਕਿ ਨਹੀਂ? ਅਸੀਂ ਕਹਿੰਦੇ ਕੁੱਤੇ ਨੇ ਤਾਂ ਮਾਰ ਲਿਆ, ਜੇ ਜਿਆਦਾ ਪੱਥਰ ਮਾਰਨ ਦੀ ਆਦਤ ਕਦੀ ਡੂਮਣੇ 'ਚ ਮਾਰ ਕੇ ਦੇਖੀ, ਪੱਥਰ ਹੀ ਮਾਰਨਾ ਤਾਂ ਡੂਮਣੇ 'ਚ ਮਾਰ ਕੇ ਦੇਖੀ, ਫਿਰ ਪਤਾ ਲੱਗ ਜਾਏਗਾ ਵਿਚਾਰੇ ਕੁੱਤੇ ਨੂੰ ਮਾਰ ਰਿਹਾ ਤੂੰ, ਹੈ ਕਿਉਂਕਿ ਮਾਰ ਉੱਥੇ ਵੀ ਪਤਾ ਲੱਗੇ ਤੈਨੂੰ ਕੀ ਬਣਦਾ ਤੇਰਾ। ਸਮਝਦੇ ਹੋ ਕਿ ਨਹੀਂ? ਸੋ ਇਹ ਗੱਲਾਂ ਹੈ, ਕੁਝ ਸਮਝਣ ਵਾਲੀਆਂ ਚੀਜ਼ਾਂ ਹੈ ਕਿ ਜਿਹੜੇ ਦਇਆਵਾਨ ਹੋਣਗੇ ਨਾ, ਜਿਹਨਾਂ ਅੰਦਰ ਦਇਆ ਹੋਏਗੀ, ਉਹ ਕਦੀ ਇਦਾਂ ਦਾ ਕਰਮ ਨਹੀਂ ਕਰਨਗੇ ਕਿਸੇ ਨੂੰ ਤਕਲੀਫ ਦੇਣ ਵਾਲਾ। ਸਮਝਦੇ ਹੋ ਕਿ ਨਹੀਂ? ਇਹ ਦੱਸਿਆ ਨਾ ਕਿ ਹਜ਼ੂਰ ਜਾ ਰਹੇ ਸੀ ਆਪਣੇ ਸੇਵਕਾਂ ਦੇ ਨਾਲ, ਛੋਟੀ ਜਿਹੀ ਪਗ ਡੰਡੀ ਹੈ, ਇੱਧਰ ਵੀ ਝਾੜੀਆਂ ਉੱਧਰ ਵੀ ਝਾੜੀਆਂ। ਅੱਗੇ ਦੇਖਿਆ ਇੱਕ ਨਵੀਂ ਕੁੱਤੀ ਹਾਲੇ ਸੂਈ ਹੈ, ਉਹਦੇ ਛੋਟੇ ਛੋਟੇ ਬੱਚੇ ਬੈਠ ਕੇ ਰਸਤੇ 'ਚੋਂ ਦੁੱਧ ਪਿਲਾ ਰਹੀ ਹੈ ਉਹਨਾਂ ਨੂੰ। ਤਾਂ ਹਜ਼ੂਰ ਉੱਥੇ ਰੁਕ ਗਏ, ਹਜ਼ੂਰ ਮੁਹੰਮਦ ਦੀ ਗੱਲ ਹੈ, ਉੱਥੇ ਰੁਕ ਗਏ। ਤਾਂ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਇੱਥੋਂ ਹੀ ਪਿੱਛੇ ਮੁੜ ਚਲੋ, ਅਸੀਂ ਘੁੰਮ ਕੇ ਜਾਂਦੇ। ਕਹਿੰਦੇ ਹਜ਼ੂਰ ਰਸਤਾ ਬੜਾ ਲੰਬਾ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਲੰਬਾ ਰਸਤਾ ਬੇਸ਼ੱਕ ਹੈ, ਪਰ ਜੇ ਇੱਥੋਂ ਦੀ ਜਾਵਾਂਗੇ, ਇੱਕ ਮਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਰਹੀ ਹੈ, ਉਹਨਾਂ ਨੂੰ ਪਰੇਸ਼ਾਨੀ ਹੋਏਗੀ। ਇੱਕ ਜਾਨਵਰ ਦੀ ਵੀ ਇੰਨੀ ਫਿਕਰ ਹੁੰਦੀ ਹੈ ਰੱਬ ਦੇ ਪਿਆਰਿਆਂ ਨੂੰ, ਕਿ ਸਾਡੀ ਵਜ੍ਹਾ ਨਾਲ ਇੱਕ ਮਾਂ, ਹੁਣ ਮਾਂ ਜ਼ਰੂਰੀ ਨਹੀਂ ਕਿ ਔਰਤ ਹੀ ਹੋਵੇ, ਜੇ ਜਾਨਵਰ ਵੀ ਹੈ ਤਾਂ ਮਾਂ ਤਾਂ ਉਹ ਵੀ ਹੈ ਨਾ। ਜੇ ਬੱਚੇ ਬੰਦਾ ਕਹਿੰਦਾ ਮੇਰੇ ਹੀ ਬੱਚੇ, ਉਹ ਨਹੀਂ, ਜਿਹੜੇ ਕੁੱਤਿਆਂ ਦੇ, ਪਸ਼ੂਆਂ ਦੇ, ਪੰਛੀਆਂ ਦੇ ਬੱਚੇ ਵੀ ਹੈ ਨਾ, ਬੱਚੇ ਤਾਂ ਉਹ ਵੀ ਹੈ ਨਾ। ਉਹ ਉਹਨਾਂ ਦੇ ਬੱਚਿਆਂ ਦੀ ਵੀ ਫਿਕਰ ਕਰਦੇ ਸੀ ਕਿ ਸਾਡੀ ਵਜ੍ਹਾ ਨਾਲ ਇਹਨਾਂ ਨੂੰ ਤਕਲੀਫ ਨਾ ਹੋਵੇ, ਉਹਨਾਂ ਨੂੰ ਵੀ ਚਾਹੁੰਦੇ ਸੀ। ਉਹ ਆਪ ਤਕਲੀਫ ਚੱਲਣੀ ਮਨਜ਼ੂਰ ਕਰ ਲਈ, ਪਰ ਇਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਇਦਾਂ ਦਾ ਦਇਆਵਾਨ ਇਨਸਾਨ ਹੋਵੇ ਤਾਂ ਫੇਰ ਹੀ ਰੱਬ ਦਾ ਪਿਆਰਾ ਹੁੰਦਾ ਹੈ। ਹੁਣ ਕਹਿੰਦੇ ਹੈ ਕਿ ਜਦੋਂ ਮੂਸਾ ਨੂੰ ਇੰਨੀ ਡਾਂਟ ਪਈ ਰੱਬ ਕੋਲੋਂ, ਕਿਉਂਕਿ ਡਾਂਟ ਹੀ ਸੀ, ਮੂਸਾ ਕਮਾਲ ਦੀ ਗੱਲ, ਇੱਕ ਦਿਨ ਰੋਟੀ ਨਹੀਂ ਦੇ ਸਕਿਆ ਉਹਨੂੰ, ਤਾਂ ਮੂਸਾ ਦੇ ਮਨ 'ਚ ਆਇਆ, ਅੱਛਾ ਅੱਜ ਰੱਬ ਨੇ ਮੈਨੂੰ ਡਾਂਟਿਆ, ਪਹਿਲੀ ਵਾਰ ਡਾਂਟਿਆ। ਪਰ ਇਹ ਵੀ ਨਹੀਂ ਸੋਚਿਆ ਕਿ ਕੰਮ ਵੀ ਤਾਂ ਮੈਂ ਪਹਿਲੀ ਵਾਰ ਡਾਂਟ ਖਾਣ ਵਾਲਾ ਕੀਤਾ ਨਾ। ਕਈ ਵਾਰ ਦੇਖਿਆ ਨਾ, ਨਿਆਣੇ ਕਹਿੰਦੇ ਮੇਰੇ ਪੇ ਨੇ ਅੱਜ ਮੈਨੂੰ ਪਹਿਲੀ ਵਾਰ ਮਾਰਿਆ। ਉਹ ਭਾਈ ਕੋਈ ਕੰਮ ਉਦਾਂ ਦਾ ਕੀਤਾ ਹੋਵੇਗਾ ਤਾਂ ਹੀ ਪੇ ਨਾ ਮਾਰਿਆ, ਨਹੀਂ ਤਾਂ ਪੇ ਦਾ ਦਿਲ ਕਰਦਾ ਤੈਨੂੰ ਮਾਰਨ ਨੂੰ। ਪੇ ਤਾਂ ਤੈਨੂੰ ਦਿਲੋਂ ਪਿਆਰ ਕਰਦਾ, ਝਿੜਕੋ ਦੇ ਹੀ ਮਾਰਦਾ ਜਦੋਂ ਬੱਚਾ ਕੁਛ ਗਲਤੀ ਕਰਦਾ। ਹੁਣ ਬੱਚੇ ਗਲਤੀ ਨਹੀਂ ਦੇਖਦੇ ਕਿ ਮੇਰੇ ਬਾਪ ਨੇ ਮੈਨੂੰ ਜੇ ਡਾਂਟਿਆ ਤਾਂ ਮੇਰੀ ਗਲਤੀ ਨਾਲ, ਇਹਨਾਂ ਕਿਉਂ ਡਾਂਟਿਆ ਮੈਨੂੰ, ਕਿਉਂ ਮਾਰਿਆ ਮੈਨੂੰ। ਉਹ ਆਪਣਾ ਹੈ ਤਾਂ ਹੀ ਕੋਈ ਡਾਂਟੇਗਾ, ਫਿਕਰ ਹੈ ਕਿਸੇ ਨੂੰ ਤਾਂ ਹੀ ਗਲਤੀ ਤੇ ਡਾਂਟੇਗਾ। ਤਾਂ ਜਿਨ੍ਹਾਂ ਦਾ ਕੋਈ ਆਪਣਾ ਨਾ ਹੋਵੇ, ਉਹ ਗਲਤੀਆਂ ਕਰੀ ਜਾਣ, ਕੋਈ ਉਹਨੂੰ ਰੋਕਣ ਵਾਲਾ ਹੀ ਹੈ ਨਹੀਂ, ਤਾਂ ਜ਼ਿੰਦਗੀ ਬਰਬਾਦ ਕਰਕੇ ਬਹਿ ਜਾਂਦੇ। ਇਸ ਲਈ ਸ਼ੁਕਰ ਕਰੋ ਰੱਬ ਦਾ, ਜੇ ਮਾਤਾ ਪਿਤਾ ਡਾਂਟਦੇ ਤਾਂ ਸ਼ੁਕਰ ਹੈ ਪ੍ਰਮਾਤਮਾ ਮੈਨੂੰ ਪਿਆਰ ਕਰਨ ਵਾਲੇ ਹੈ, ਕਿ ਜੇ ਮੇਰੇ ਤੋਂ ਮਾੜੀ ਜਿਹੀ ਗਲਤੀ ਹੁੰਦੀ ਮੈਨੂੰ ਡਾਂਟਦੇ ਆ ਤੇ ਇਹਦਾ ਮਤਲਬ ਕੋਈ ਮੈਨੂੰ ਨਹੀਂ ਫਿਕਰ ਕਰਨ ਵਾਲਾ ਹੈ, ਕੋਈ ਮੈਨੂੰ ਪਿਆਰ ਕਰਨ ਵਾਲਾ ਹੈ। ਨਹੀਂ ਤਾਂ ਕਈ ਵਾਰ ਦੇਖੇ ਨਾ, ਬੱਚੇ ਰਾਤ ਨੂੰ 9 ਵਜੇ ਘਰ ਬਾਹਰ ਹੋਣਗੇ, ਮੰਮੀ ਫੋਨ ਕਰੇਗੀ, ਡੈਡੀ ਫੋਨ, ਲੈ ਡੈਡੀ ਕੀ ਆ ਤੁਸੀਂ ਫੋਨ ਹੀ ਕਰਦੇ ਰਹਿੰਦੇ ਹੈ, ਮੈਂ ਕੋਈ ਨਿਆਣਾ ਹੈ। ਉਹ ਸ਼ੁਕਰ ਕਰੋ, ਨਹੀਂ ਤਾਂ ਦੁਨੀਆ ਤੇ ਬਹੁਤ ਐਸੇ ਆ, ਉਹ ਸਾਰੀ ਰਾਤ ਘਰ ਨਾ ਆਉਣ ਤਾਂ ਕੋਈ ਫਿਕਰ ਕਰਨ ਵਾਲਾ ਨਹੀਂ ਹੁੰਦਾ। ਜੇ ਘਰ ਤੋਂ ਅਸੀਂ ਜਾਂਦੇ ਹੋ, ਮਾਂ ਬੈਠੀ ਹੈ, ਪੁੱਤ ਕੁਝ ਖਾਦਾ ਕਿ ਨਹੀਂ, ਤਾਂ ਸ਼ੁਕਰ ਕਰੋ ਕਿ ਇੰਨਾ ਪਿਆਰ ਕਰਨ ਵਾਲੇ ਮਾਤਾ ਪਿਤਾ ਤੁਹਾਨੂੰ ਹੈ। ਨਹੀਂ ਤਾਂ ਕੋਈ ਅੱਜ ਕੱਲ ਤਾਂ ਕਿਸੇ ਨੂੰ ਕੋਈ ਪੁੱਛਦਾ ਹੀ ਨਹੀਂ ਹੈ, ਹੁੰਦਾ ਕਿ ਨਹੀਂ।
ਆ ਕਰੋਨਾ ਕਰਕੇ ਤਾਂ ਬੰਦੇ ਨੇ ਘਰਾਂ ਦੇ ਬਾਹਰ ਹੀ ਲਿਖ ਕੇ ਕਈ ਵਾਰ ਲਵਾਤਾ, ਕੋਈ ਰਿਸ਼ਤੇਦਾਰ ਘਰ ਆਵੇ ਹੀ ਨਾ। ਬੋਲੋ ਸਮਝਦੇ ਹੋ ਕਿ ਨਹੀਂ? ਅੱਜ ਤਾਂ ਹਾਲਾਤ ਹੀ ਇਦਾਂ ਦੇ ਆ ਗਏ। ਇਸ ਲਈ ਸ਼ੁਕਰ ਕਰਿਆ ਕਰੋ। ਪਰ ਮੂਸਾ ਨੇ ਵੀ ਕਿਹਾ, ਅੱਛਾ ਰੱਬ ਨੇ ਮੈਨੂੰ ਡਾਂਟਿਆ, ਕੋਈ ਗੱਲ ਨਹੀਂ, ਅੱਜ ਮੈਂ ਕੁਝ ਬੰਦਿਆਂ ਨੂੰ ਰਿਜ਼ਕ ਨਹੀਂ ਦਿੱਤਾ ਤਾਂ ਰੱਬ ਨੇ ਮੈਨੂੰ ਡਾਂਟ ਲਗਾਈ, ਮੈਂ ਵੀ ਕੁਝ ਇਦਾਂ ਦਾ ਕਰਨਾ ਆ, ਕੁਝ ਇਦਾਂ ਦਾ ਕਰਨਾ ਆ ਕਿ ਰੱਬ ਸਾਰਿਆਂ ਨੂੰ ਰਿਜ਼ਕ ਦਿੰਦਾ ਨਾ, ਮੈਂ ਵੀ ਕੁਝ ਇਦਾਂ ਦੀ ਸਕੀਮ ਲੱਭਣੀ ਆ, ਕੁਝ ਇਦਾਂ ਦਾ ਕਰਨਾ ਕਿ ਰੱਬ ਇੱਕ ਤੱਕ ਰਿਜ਼ਕ ਹੀ ਨਾ ਪਜਾਵੇ। ਯਾਨੀ ਰੱਬ ਦਾ ਵੀ ਰਿਜ਼ਕ ਮੈਂ ਕਿਸੇ ਤੱਕ ਪਹੁੰਚਣ ਨਹੀਂ ਦੇਣਾ, ਕੁਝ ਇਦਾਂ ਦਾ ਕਰਨਾ ਮੈਂ। ਫਿਰ ਮੈਂ ਰੱਬ ਨੂੰ ਕਹੋ, ਰੱਬਾ ਤੂੰ ਵੀ ਤਾਂ ਉਹਨੂੰ ਰਿਜ਼ਕ ਨਹੀਂ ਦਿੱਤਾ, ਹੁਣ ਮੈਂ ਵੀ, ਤੂੰ ਵੀ ਔਰ ਮੈਂ ਇੱਕੋ ਹੀ ਹੋ ਗਏ। ਹੁਣ ਕੀ ਹੋਇਆ? ਮੂਸਾ ਦੇ ਮਨ 'ਚ ਵਿਚਾਰ ਸੀ। ਅਗਲੇ ਦਿਨ ਮੂਸਾ ਦੁਪਹਿਰ ਨੂੰ ਖਾਣਾ ਖਾ ਰਹੇ ਆ, ਦਾਲ ਚਾਵਲ ਬਣੇ ਹੋਏ ਆ, ਦਾਲ ਚਾਵਲ ਮੂਸਾ ਖਾ ਰਹੇ ਆ। ਤਾਂ ਖਾਂਦਿਆਂ ਖਾਂਦਿਆਂ ਉਹਨਾਂ ਦਾ ਧਿਆਨ ਗਿਆ ਇੱਕ ਕਾਢੇ ਤੇ। ਕਾਢਾ ਸਮਝਦੇ ਹੋ ਨਾ ਤੁਸੀਂ? ਕੀੜੀ ਹੁੰਦੀ ਹੈ ਛੋਟੀ ਜਿਹੀ, ਇੱਕ ਉਤੋਂ ਥੋੜਾ ਬੜਾ ਸਾਈ ਹੁੰਦਾ ਕਾਢਾ, ਪਤਾ ਜਿਹਨੂੰ ਕੀੜਾ ਵੀ ਕਹਿੰਦੇ ਆ, ਕੀੜੀ ਨੂੰ ਤਾਂ ਐਂਟ ਕਹਿ ਦਿੰਦੇ ਆ, ਕਾਢੇ ਨੂੰ ਪਤਾ ਨਹੀਂ ਇੰਗਲਿਸ਼ ਕੀ ਕਹਿੰਦੇ, ਜੇ ਕਿਸੇ ਨੂੰ ਪਤਾ ਦੱਸ ਦਿਓ, ਇੱਕ ਨਵਾਂ ਸ਼ਬਦ ਮਿਲ ਜਾਏਗਾ। ਐ ਸਮਝ ਗਏ ਕਾਢਾ ਤੁਸੀਂ ਨਾ? ਇਹ ਕਾਢਾ ਜਾ ਰਿਹਾ ਸੀ, ਠੀਕ ਹੈ, ਕਾਢਾ ਜਾ ਰਿਹਾ ਸੀ। ਮੂਸਾ ਨੇ ਕਿਹਾ ਕਿ ਇਹ ਕਾਢੇ ਨੂੰ ਚੱਕ ਕੇ ਡੱਬੀ 'ਚ ਬੰਦ ਕਰ ਲਵਾਂ ਤਾਂ ਰੱਬ ਸ਼ਾਮ ਦਾ ਖਾਣਾ ਇਹਨੂੰ ਨਹੀਂ ਦੇਗਾ, ਕਿਉਂਕਿ ਡੱਬੀ ਮੈਂ ਆਪਣੇ ਕੋਲ ਰੱਖਣੀ ਹੈ। ਫਿਰ ਮੈਂ ਰੱਬ ਨੂੰ ਪੁੱਛੂ, ਰੱਬਾ ਇਹ ਤੂੰ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ? ਰੱਬ ਨੇ ਕਹਿਣਾ ਹਾਂ ਦੇ ਦਿੱਤਾ। ਫਿਰ ਮੈਂ ਦੱਸੂ, ਆ ਰੱਬਾ ਇੱਕ ਕਾਢੇ ਨੂੰ ਤਾਂ ਦਿੱਤਾ ਨਹੀਂ ਤੂੰ। ਫਿਰ ਮੈਂ ਵੀ ਕਹੂੰਗਾ ਰੱਬ ਨੂੰ। ਇਸ ਲਈ ਮੂਸਾ ਨੇ ਕੀ ਕੀਤਾ? ਖਾਣਾ ਖਾਂਦੇ ਖਾਂਦੇ ਨੇ, ਕਾਢਾ ਤੁਰਿਆ ਜਾ ਰਿਹਾ ਸੀ, ਇੱਕ ਲੋਹੇ ਦੀ ਡੱਬੀ ਲਈ, ਜੇ ਚ ਇੰਨਾ ਕੁ ਛੇਦ ਸੀਗਾ ਕਿ ਹਵਾ ਕ੍ਰੋਸ ਕਰਦੀ ਰਹੇ ਪਰ ਕਾਢਾ ਬਾਹਰ ਨਾ ਨਿਕਲੇ। ਇਹ ਵੇਲੇ ਛੋਟੇ ਛੋਟੇ ਛੇਦ ਹੁੰਦੇ ਆ। ਮੂਸਾ ਨੇ ਫਟਾਫਟ ਖਾਣੇ ਖਾਂਦੇ ਖਾਂਦੇ ਨੇ ਉਹ ਕਾਢੇ ਨੂੰ ਚੱਕਿਆ, ਡੱਬੀ 'ਚ ਬੰਦ ਕਰਕੇ ਢੱਕਣ ਲਾ ਕੇ ਨਾ ਡੱਬੀ ਦੇ ਉੱਪਰ ਧਾਗਾ ਬੰਨ੍ਹ ਦਿੱਤਾ ਔਰ ਉਹਨੂੰ ਆਪਣੀ ਜੇਬ 'ਚ ਰੱਖ ਲਿਆ ਕਿ ਬਾਹਰ ਵੀ ਨਹੀਂ ਰੱਖਣਾ, ਹੁਣ ਮੇਰੀ ਜੇਬ 'ਚ ਰਹੇਗੀ ਇਹ। ਤਾਂ ਸ਼ਾਮ ਨੂੰ ਮੈਂ ਰੱਬ ਨੂੰ ਮਿਲੂੰਗਾ ਤਾਂ ਉਸਲੇ ਰੱਬ ਨੂੰ ਕਹੂੰਗਾ ਕਿ ਰੱਬਾ ਦੇਤਾ ਸਾਰਿਆਂ ਨੂੰ ਰਿਜ਼ਕ। ਤਾਂ ਫਿਰ ਪੁੱਛੂ, ਜੇ ਰੱਬ ਕਹੂੰਗਾ ਦੇਤਾ ਤਾਂ ਫਿਰ ਮੈਂ ਡੱਬੀ ਕੱਢ ਕੇ ਦਿਖਾਊਂ, ਆ ਤਾਂ ਰਹਿ ਹੀ ਗਿਆ ਹੈ। ਮੈਨੂੰ ਉਦੋਂ ਕਹਿੰਦਾ ਸੀ ਮੂਸਾ ਸਾਰਿਆਂ ਨੂੰ ਰਿਜ਼ਕ ਨਹੀਂ ਦਿੱਤਾ, ਤਾਂ ਫਿਰ ਮੈਂ ਵੀ ਕਹੂੰਗਾ ਡੱਬੀ 'ਚ ਕੀੜਾ ਹੈ, ਉਹਨੂੰ ਦਿੱਤਾ ਹੀ ਨਹੀਂ। ਕਹਿ ਕੇ ਡੱਬੀ ਜੇਬ 'ਚ ਪਾ ਲਈ, ਹੁਣ ਦੁਬਾਰਾ ਖੋਲ ਕੇ ਵੀ ਨਹੀਂ ਦੇਖੀ, ਜੇਬ 'ਚ ਪਾ ਲਈ, ਕਿਉਂਕਿ ਪਤਾ ਸੀ ਚੱਕ ਕੇ ਪਾਇਆ ਤਾਂ ਵਿੱਚ ਹੀ ਹੈ। ਇਸ ਲਈ ਹੁਣ ਇਸੇ ਤਰ੍ਹਾਂ ਸਾਰਾ ਦਿਨ, ਦੁਪਹਿਰ ਦਾ ਟਾਈਮ ਸੀ ਜਦੋਂ ਮੂਸਾ ਨੇ ਡੱਬੀ 'ਚ ਕੀੜਾ ਪਾਇਆ ਔਰ ਸਾਰਾ ਦਿਨ ਗੁਜ਼ਰ ਗਿਆ। ਸ਼ਾਮ ਹੋ ਗਈ, ਫਿਰ ਰਾਤ ਹੋ ਗਈ। ਸ਼ਾਮ ਨੂੰ ਵੀ ਮੂਸਾ ਨੇ ਖਾਣਾ ਖਾਧਾ, ਰਾਤ ਹੋਈ ਤਾਂ ਬੜੀ ਖੁਸ਼ੀ ਨਾਲ ਜਦੋਂ ਬੈਠੇ ਇਬਾਦਤ ਤੇ ਰੱਬ ਦੀ ਆਵਾਜ਼ ਆਈ, ਕਿਦਾਂ ਮੂਸਾ? ਤਾਂ ਮੂਸਾ ਨੇ ਕਿਹਾ, ਐ ਖੁਦਾ ਕੀ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ ਅੱਜ? ਖੁਦਾ ਨੇ ਕਿਹਾ ਹਾਂ ਸਾਰਿਆਂ ਨੂੰ ਦੇ ਦਿੱਤਾ। ਤਾਂ ਮੂਸਾ ਨੇ ਕਿਹਾ ਰੱਬਾ ਚੈੱਕ ਕਰੀ ਜਰਾ, ਜਾਨੀ ਦੇਖੀ ਕਿਤੇ ਕੋਈ ਰਹਿ ਤਾਂ ਨਹੀਂ ਗਿਆ, ਕਿਉਂਕਿ ਮੂਸਾ ਨੂੰ ਸੀਗਾ ਜਿਹੜਾ ਮੇਰੀ ਜੇਬ 'ਚ ਹੈ ਨਾ ਉਹ ਤਾਂ ਰਹਿ ਗਿਆ ਹੈ। ਤਾਂ ਰੱਬ ਨੇ ਕਿਹਾ ਮੂਸਾ ਮੈਨੂੰ ਕੋਈ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ, ਮੈਨੂੰ ਕੁਝ ਦੁਬਾਰਾ ਦੇਖਣ ਦੀ, ਨਿਰੀਖਣ ਕਰਨ ਦੀ ਲੋੜ ਨਹੀਂ ਪੈਂਦੀ ਮੈਨੂੰ, ਕਿਉਂਕਿ ਜਿੱਦਾਂ ਬੰਦਾ ਕਹਿੰਦਾ ਚੈੱਕ ਉਹ ਕਰਦਾ ਜਿਹੜਾ ਗਲਤੀਆਂ ਕਰਦਾ ਹੋਵੇ, ਔਰ ਮੈਂ ਖੁਦਾ ਆ, ਮੇਰੇ ਤੋਂ ਕਦੀ ਨਾ ਗਲਤੀ ਹੋਈ ਹੈ ਤਾਂ ਨਾ ਹੀ ਹੋ ਸਕਦੀ ਹੈ। ਜਰਾ ਸਮਝਣਾ ਤੁਸੀਂ। ਤਾਂ ਉਸ ਲਈ ਮੂਸਾ ਨੇ ਕਿਹਾ ਅੱਛਾ ਫਿਰ ਰੱਬਾ ਇੱਕ ਵਾਰ ਫਿਰ ਦੱਸ ਦੇ, ਤੂੰ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ, ਸਾਰਿਆਂ ਨੂੰ ਭੋਜਨ ਦੇ ਦਿੱਤਾ? ਰੱਬ ਨੇ ਕਿਹਾ ਹਾਂ ਦੇ ਦਿੱਤਾ, ਕੋਈ ਵੀ ਨਹੀਂ ਰਿਹਾ, ਕੋਈ ਪ੍ਰਾਣੀ, ਇਨਸਾਨ ਹੋਵੇ, ਜਾਨਵਰ ਹੋਵੇ, ਪਸ਼ੂ ਪੰਛੀ ਹੋਵੇ, ਕੀਟ ਪਤੰਗਾ ਹੋਵੇ, ਸਭ ਨੂੰ ਭੋਜਨ ਦੇ ਦਿੱਤਾ। ਉਸ ਲਈ ਮੂਸਾ ਮੁਸਕਰਾਇਆ। ਰੱਬ ਕਹਿੰਦਾ ਕੀ ਗੱਲ ਮੂਸਾ ਹੱਸ ਕਿਉਂ ਰਿਹਾ ਹੈ? ਕਹਿੰਦਾ ਰੱਬਾ ਇੱਕ ਪ੍ਰਾਣੀ ਰਹਿ ਗਿਆ, ਇੱਕ ਜੀਵ ਰਹਿ ਗਿਆ ਜਿਹਨੂੰ ਤੂੰ ਰਿਜ਼ਕ ਨਹੀਂ ਦਿੱਤਾ। ਰੱਬ ਕਹਿੰਦਾ ਕੌਣ ਹੈ? ਮੂਸਾ ਨੇ ਜੇਬ ਚੋਂ ਡੱਬੀ ਕੱਢੀ, ਕਹਿੰਦਾ ਡੱਬੀ ਦੇ ਅੰਦਰ ਹੈ। ਰੱਬ ਕਹਿੰਦਾ ਕੀ ਹੈ ਡੱਬੀ ਅੰਦਰ? ਕਹਿੰਦਾ ਇਹਦੇ ਅੰਦਰ ਇੱਕ ਕੀੜਾ ਆ, ਰੱਬਾ ਤੂੰ ਉਹਨੂੰ ਰਿਜ਼ਕ ਨਹੀਂ ਦਿੱਤਾ, ਉਹ ਤਾਂ ਦੁਪਹਿਰ ਦਾ ਮੇਰੀ ਜੇਬ 'ਚ ਘੁੰਮਦਾ ਹੈ, ਤੂੰ ਉਹਨੂੰ ਰਿਜ਼ਕ ਕਿੱਥੋਂ ਦੇ ਦਿੱਤਾ? ਤਾਂ ਰੱਬ ਨੇ ਕਿਹਾ ਮੂਸਾ ਬੜੀਆਂ ਬੜੀਆਂ ਗੱਲਾਂ ਕਰਦਾ ਹੈ, ਪਹਿਲਾਂ ਡੱਬੀ ਖੋਲ ਕੇ ਤਾਂ ਦੇਖ ਲੈ, ਡੱਬੀ ਖੋਲ ਕੇ ਤਾਂ ਦੇਖ ਲੈ, ਫਿਰ ਤੈਨੂੰ ਪਤਾ ਲੱਗੇਗਾ ਮੈਂ ਸਭ ਨੂੰ ਰਿਜ਼ਕ ਦਿੰਦਾ ਹਾਂ ਜਾਂ ਨਹੀਂ। ਹੁਣ ਕਹਿੰਦੇ ਮੂਸਾ ਨੇ ਪਹਿਲਾਂ ਡੋਰੀ ਖੋਲੀ, ਫਿਰ ਸੋਚ ਰਿਹਾ ਕਿ ਡੱਬੀ ਮੇਰੀ ਜੇਬ ਸੀ, ਰੱਬ ਕਹਿੰਦਾ ਪਹਿਲਾਂ ਖੋਲ ਕੇ ਦੇਖ ਲੈ, ਫਿਰ ਪਤਾ ਲੱਗੇਗਾ ਇਹਨੂੰ ਰਿਜ਼ਕ ਦਿੱਤਾ ਜਾਂ ਨਹੀਂ ਦਿੱਤਾ। ਇਹਨੂੰ ਡੱਬੀ 'ਚ ਰਿਜ਼ਕ ਕਿੱਦਾਂ ਦੇ ਸਕਦਾ ਰੱਬ, ਕਿਉਂਕਿ ਡੱਬੀ ਤਾਂ ਮੇਰੀ ਜੇਬ 'ਚ ਸੀ। ਹੁਣ ਖੋਲ ਕੇ ਜਦੋਂ ਮੂਸਾ ਨੇ ਡੱਬੀ ਦਾ ਢੱਕਣ ਖੋਲਿਆ, ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਉਹ ਕੀੜਾ ਵਿੱਚ 2 ਚਾਵਲ ਦੇ ਦਾਣੇ ਖਾ ਰਿਹਾ ਉਹਨਾਂ ਨੂੰ। ਉਹ ਮੂਸਾ ਕਹਿੰਦਾ ਚਾਵਲ ਕਿੱਥੋਂ ਚਲੇ ਗਏ ਨਾ ਕੋ? ਤਾਂ ਰੱਬ ਨੇ ਕਿਹਾ ਯਾਦ ਕਰ ਮੂਸਾ, ਜਦੋਂ ਤੂੰ ਇਹਨੂੰ ਚੱਕ ਕੇ ਰੱਖਿਆ ਸੀ ਨਾ, ਤੂੰ ਚਾਵਲ ਹੀ ਖਾ ਰਿਹਾ ਸੀ, ਔਰ ਉਸਲੇ ਤੇਰੇ ਹੱਥਾਂ ਨੂੰ ਚਾਵਲ ਦੇ 2 ਦਾਣੇ ਲੱਗੇ ਸੀ, ਇਹਨੂੰ ਰੱਖਦੇ ਰੱਖਦੇ ਉਹ ਵੀ ਨਾਲ ਹੀ ਗਿਰ ਗਏ ਸੀ, ਔਰ ਉਹਨਾਂ ਚਾਵਲ ਦੇ ਦਾਣਿਆਂ ਤੇ ਮੈਂ ਇਹਦਾ ਨਾਂ ਲਿਖਿਆ ਸੀ। ਅੱਜ ਇਹਨੂੰ ਮੈਂ ਡੱਬੀ 'ਚ ਹੀ ਚਾਵਲ ਦੇਣੇ ਸੀ, ਕਿਉਂਕਿ ਜੇ ਤੂੰ ਇਹਨੂੰ ਨਾ ਚੱਕਦਾ ਤਾਂ ਉਹ ਚਾਵਲ ਦੇ ਦਾਣੇ ਤੇਰੇ ਮੂੰਹ 'ਚ ਜਾਣੇ ਸੀ, ਔਰ ਇਹ ਕਿੱਦਾਂ ਹੋ ਸਕਦਾ ਕਿ ਰਿਜ਼ਕ ਤੇ ਨਾਂ ਇਹਦਾ ਲਿਖਿਆ ਹੋਵੇ ਤਾਂ ਖਾ ਤੂੰ ਲਵੇਂ?
ਇਹ ਵੀ ਮੇਰੀ ਰਜ਼ਾ ਸੀ ਜਿਹੜਾ ਤੈਨੂੰ ਡੱਬੀ 'ਚ ਬੰਦ ਕੀਤਾ, ਨਹੀਂ ਤਾਂ ਮੇਰੀ ਰਜ਼ਾ ਤੋਂ ਬਿਨਾਂ ਤਾਂ ਤੂੰ ਕਰ ਹੀ ਨਹੀਂ ਸਕਦਾ ਕੁਝ। ਸਮਝ ਲਓ ਜ਼ਰਾ ਸਾਰੇ ਜੀ। ਇਸ ਲਈ ਅੱਜ ਬੰਦਾ ਕਹਿੰਦਾ ਜੇ ਉਹ ਰੁੱਸ ਗਿਆ ਮੇਰਾ ਰਿਜ਼ਕ ਬੰਦ ਹੋ ਜਾਏਗਾ। ਕਈਆਂ ਕਹਿੰਦੇ ਨਾ ਉਹ ਲੈ ਫਲਾਨਾ ਰਿਸ਼ਤੇਦਾਰ ਬਾਹਰੋਂ ਪੈਸੇ ਭੇਜਦਾ, ਜੇ ਭੇਜਣੇ ਬੰਦ ਕਰ ਦਿੱਤੇ ਤਾਂ ਮੈਨੂੰ ਰਿਜ਼ਕ ਕੌਣ ਦੇਏਗਾ। ਉਹ ਰਿਸ਼ਤੇਦਾਰ ਦੀ ਫਿਕਰ ਹੈ, ਤੈਨੂੰ ਨਾਰਾਜ਼ ਨਾ ਹੋਵੇ। ਰਿਜ਼ਕ ਦੇਣ ਵਾਲਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਰਿਜ਼ਕ ਦੇਣ ਵਾਲਾ ਰੱਬ ਹੁੰਦਾ ਹੈ। ਆਪਣੇ ਰੱਬ ਨੂੰ ਰਾਜ਼ੀ ਰੱਖੋ ਤਾਂ ਉਹਨਾਂ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਦੇ ਦੇਣਾ ਹੈ। ਸਮਝਦੇ ਹੋ ਕਿ ਨਹੀਂ? ਜੇ ਬੰਦਾ ਕਹੇ ਯਾਰ ਨਲਕਾ ਪਾਣੀ ਦਾ ਹੈ, ਅਗਰ ਇਹ ਖਰਾਬ ਹੋ ਗਿਆ ਤਾਂ ਪਾਣੀ ਕਿੱਥੋਂ ਮਿਲੇਗਾ? ਉਹ ਪਾਣੀ ਨਲਕੇ ਚੋਂ ਨਹੀਂ ਆਉਂਦਾ, ਉਹ ਸਾਧਨ ਹੈ, ਉਹ ਜਰੀਆ ਹੈ। ਪਾਣੀ ਤਾਂ ਧਰਤੀ ਥੱਲੇ ਹੈ। ਜੇ ਇਹ ਖਰਾਬ ਹੋ ਗਿਆ ਤਾਂ ਹੋਰ ਹਜ਼ਾਰਾਂ ਨਲਕੇ ਲੱਗ ਸਕਦੇ ਹੈ, ਮਿਲ ਸਕਦੇ ਆ ਜਿੱਥੋਂ ਪਾਣੀ ਤੈਨੂੰ ਮਿਲ ਜਾਏਗਾ। ਇਸ ਲਈ ਦੇਣ ਵਾਲਾ ਵੀ, ਕਿਉਂਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਨਮ ਦੇਣ ਵਾਲਾ ਤੇਰੀ ਰਿਜ਼ਕ ਦਾ, ਤੇਰੇ ਜੀਵਨ ਦਾ, ਤੇਰੀਆਂ ਖੁਸ਼ੀਆਂ ਦਾ ਆਧਾਰ ਹੈ, ਉਹ ਜ਼ਰੀਆ ਹੈ। ਇਸ ਲਈ ਉਹ ਤੋਂ ਮੰਗਿਆ ਕਰ, ਹੈ ਪ੍ਰਮਾਤਮਾ ਮੈਨੂੰ ਰਿਜ਼ਕ ਦੇ, ਮੇਰੇ ਕੰਮ 'ਚ ਬਰਕਤ ਦੇ। ਹੇਰਾ ਫੇਰੀਆਂ ਕਰਨ ਦੀ ਲੋੜ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਕਹਿੰਦੇ ਨਾ ਦੁੱਧ 'ਚ ਮਿਲਾਵਟ ਕਰਨ ਦੀ ਲੋੜ ਨਹੀਂ ਹੈ। ਚੀਜ਼ਾਂ ਨੂੰ ਮਿਲਾਵਟ ਕਰਕੇ, ਹੇਰਾ ਫੇਰੀਆਂ ਕਰਕੇ ਧੋਖੇ ਦੇਣ ਦੀ ਲੋੜ ਨਹੀਂ। ਰੱਬ ਤੋਂ ਰਿਜ਼ਕ ਮੰਗੋ ਤਾਂ ਰੱਬ ਕਹਿੰਦਾ ਜੇ ਮੇਰੇ ਤੋਂ ਮੰਗ ਰਿਹਾ ਤਾਂ ਰਿਜ਼ਕ ਦਾ ਦਾਤਾ ਵੀ ਤਾਂ ਮੈਂ ਆ, ਦੇਣ ਵਾਲਾ ਤਾਂ ਮੈਂ ਆ। ਜੇ ਮੇਰੇ ਤੋਂ ਮੰਗ ਰਿਹਾ ਤਾਂ ਮੈਂ ਦੇਣਾ ਵੀ ਬਹੁਤ ਹੈ। ਇਸ ਲਈ ਉਮੀਦ ਹੈ ਹੁਣ ਸਮਝ ਆ ਗਈ ਹੋਏਗੀ ਤੁਹਾਨੂੰ। ਇਸ ਲਈ ਆਪਣੇ ਰੱਬ ਤੇ ਵਿਸ਼ਵਾਸ ਰੱਖੋ। ਆ ਬਿਮਾਰੀਆਂ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਜਿੱਦਾਂ ਦੱਸਿਆ ਨਾ ਕੁੱਤਾ ਭੌਂਕੇ ਤਾਂ ਕੁੱਤੇ ਦੇ ਮਾਲਿਕ ਨੂੰ ਆਵਾਜ਼ ਮਾਰ ਲਓ, ਉਹ ਆਪੇ ਆ ਕੇ ਟੋਮੀ ਬਹਿ ਜਾ, ਆਪੇ ਬਿਠਾ ਦੇਗਾ। ਇਸੇ ਤਰ੍ਹਾਂ ਜੀਵਨ 'ਚ ਤਕਲੀਫਾਂ, ਦੁੱਖ, ਮੁਸੀਬਤਾਂ ਆਉਣ, ਆਪਣੇ ਮਾਲਿਕ ਨੂੰ ਯਾਦ ਕਰੋ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਕਿਉਂਕਿ ਕੋਈ ਦੁੱਖ, ਕੋਈ ਮੁਸੀਬਤ, ਕੋਈ ਪਰੇਸ਼ਾਨੀ ਉਹਦੀ ਰਹਿਮਤ ਤੋਂ ਬੜੀ ਨਹੀਂ ਹੈ। ਸਭ ਤੋਂ ਬੜੀ ਉਹਦੀ ਰਹਿਮਤ ਹੈ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ। ਉੱਤੇ ਵਿਸ਼ਵਾਸ ਰੱਖਾਂਗੇ ਤਾਂ ਉਹਦੀ ਰਹਿਮਤ ਦਾ ਇਸ਼ਾਰਾ ਹੀ ਬੜੀਆਂ ਬੜੀਆਂ ਤਕਲੀਫਾਂ ਨੂੰ ਏਦਾਂ ਬਿਠਾ ਦੇਗਾ ਜਿੱਦਾਂ ਕੁੱਤੇ ਦਾ ਮਾਲਿਕ ਕੁੱਤੇ ਨੂੰ ਇਸ਼ਾਰਾ ਕਰਦਾ, ਟੋਮੀ ਬੈਠ, ਤਾਂ ਕੁੱਤਾ ਬੈਠ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਇਹ ਗੱਲ ਹੁੰਦੀ ਹੈ ਵਿਸ਼ਵਾਸ ਨਾਲ। ਇਸ ਲਈ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਬਸ ਇਹ ਯਕੀਨ ਰੱਖਣਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਕਿਉਂਕਿ ਜਿਹੜਾ ਉੱਤੇ ਵਿਸ਼ਵਾਸ ਰੱਖਦਾ ਹੈ ਕਿ ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਜਿਹਨੇ ਮੈਨੂੰ ਜਨਮ ਦਿੱਤਾ ਮੇਰੇ ਨਾਲ ਹੈ, ਫਿਰ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹੈ। ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਹੈ, ਉਹਦੀਆਂ ਝੋਲੀਆਂ ਰਹਿਮਤਾਂ ਨਾਲ ਭਰ ਜਾਂਦੀਆਂ, ਜਿਹਦੇ ਅੰਦਰ ਪੂਰਾ ਵਿਸ਼ਵਾਸ ਹੋਵੇ। ਇਸ ਲਈ ਆਪਣੇ ਅੰਦਰ ਵਿਸ਼ਵਾਸ ਰੱਖੋ, ਕਿਉਂਕਿ ਤੂੰ ਮੇਰਾ ਰਾਖਾ। ਇਹ ਵਿਸ਼ਵਾਸ ਦੀ ਗੱਲ ਹੀ ਹੈ। ਜਿਹੜਾ ਮੰਨ ਲੈਂਦਾ ਕਿ ਮੇਰਾ ਮਾਲਿਕ ਜਿਸ ਨੇ ਮੈਨੂੰ ਪੈਦਾ ਕੀਤਾ ਹਰ ਜਗ੍ਹਾ ਮੇਰੀ ਰੱਖਿਆ ਕਰਨ ਵਾਲਾ ਹੈ, ਫਿਰ ਉਹਨੂੰ ਕਿਤੇ ਕਿਸੇ ਚੀਜ਼ ਦਾ ਡਰ ਨਹੀਂ ਰਹਿ ਜਾਂਦਾ। ਉਹ ਕਹਿੰਦਾ ਮੈਂ ਇਕੱਲਾ ਨਹੀਂ ਆ, ਹੁਣ ਜਿਹੜਾ ਮੈਨੂੰ ਬਣਾਇਆ ਹੈ ਨਾ ਉਹ ਹਰ ਥਾਈਂ, ਇੱਥੇ ਹਰ ਥਾਈਂ ਗਿਆ ਹੈ। ਇਹ ਨਹੀਂ ਕਿ ਘਰ 'ਚ ਹੀ ਰਾਖਾ ਹੈ ਜਾਂ ਇੱਥੇ ਹੀ ਰਾਖਾ ਹੈ। ਉਹ ਕਹਿੰਦੇ ਜਿੱਥੇ ਮਰਜ਼ੀ ਚਲਾ ਜਾ, ਜ਼ਮੀਨ ਦੇ ਅੰਦਰ ਚਲਾ ਜਾ, ਜ਼ਮੀਨ ਦੇ ਉੱਪਰ ਆ ਜਾ, ਉੱਪਰ ਹਵਾਵਾਂ ਚਲਾ ਜਾ, ਉਹ ਹਰ ਥਾਈਂ ਹੈ। ਵਿਸ਼ਵਾਸ ਰੱਖੋ, ਤੇਰੀ ਰਾਖੀ ਹਰ ਜਗ੍ਹਾ ਕਰੇਗਾ। ਇਸ ਲਈ ਤੁਸੀਂ ਵੀ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਉਹ ਹਰ ਜਗ੍ਹਾ ਤੁਹਾਡੀ ਸੰਭਾਲ ਕਰੇਗਾ, ਹਰ ਜਗ੍ਹਾ ਤੁਹਾਡੀ ਰਾਖੀ ਕਰੇਗਾ। ਕਿਉਂਕਿ ਜਿੱਦਾਂ ਜਿੱਦਾਂ ਇਨਸਾਨ ਦੇ ਅੰਦਰ ਵਿਸ਼ਵਾਸ ਵੱਧਦਾ ਚਲਾ ਜਾਂਦਾ ਹੈ, ਇਹ ਯਾਦ ਰੱਖੋ, ਇਹ ਵਿਸ਼ਵਾਸ ਵੱਧਦਾ ਤਾਂ ਤੁਹਾਡੀ ਇਮਿਊਨਿਟੀ ਸ਼ਕਤੀ ਵੀ ਵੱਧਦੀ ਹੈ। ਇਮਿਊਨਿਟੀ ਪਾਵਰ ਹੁੰਦੀ ਹੈ ਇੱਕ ਸਰੀਰ ਦੇ ਅੰਦਰ, ਉਹ ਸ਼ਕਤੀ ਵੱਧਦੀ ਹੈ ਤਾਂ ਕਿਸੇ ਬਿਮਾਰੀ ਦਾ ਅਸਰ ਸਾਡੇ ਤੇ ਹੁੰਦਾ ਹੀ ਨਹੀਂ। ਅੱਜ ਡਾਕਟਰ ਵੀ ਕਹਿੰਦੇ ਹੈ ਕਿ ਭਾਈ ਦਵਾਈ ਬੰਦੇ ਨੂੰ ਉਨਾ ਠੀਕ ਨਹੀਂ ਕਰਦੀ ਜਿੰਨਾ ਬੰਦੇ ਦੇ ਅੰਦਰਲਾ ਵਿਸ਼ਵਾਸ ਠੀਕ ਕਰਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਦਵਾਈ ਖਾਈ ਜਾਓ ਪਰ ਸੋਚੀ ਜਾਓ ਮੈਂ ਮਰ ਗਿਆ, ਮੈਂ ਮਰ ਗਿਆ, ਮੈਂ ਮਰ ਗਿਆ, ਤਾਂ ਮਰਨਾ ਹੀ ਹੈ ਤੁਸੀਂ। ਤਾਂ ਜੇ ਤੁਸੀਂ ਕਹੋ ਮੈਨੂੰ ਯਕੀਨ ਹੈ ਮੇਰੇ ਮਾਲਿਕ ਮੇਰੇ ਨਾਲ ਹੈ, ਇਹ ਕੋਈ ਦੁੱਖ ਬੜੀ ਗੱਲ ਨਹੀਂ ਹੈ, ਠੀਕ ਹੋ ਜਾਏਗਾ, ਤਾਂ ਅੰਦਰ ਦੀ ਹਿੰਮਤ ਹੀ ਇੰਨੀ ਹੁੰਦੀ ਹੈ। ਕਿਉਂਕਿ ਕੋਈ ਵੀ ਜੰਗ ਸਰੀਰ ਦੀ ਤਾਕਤ ਨਾਲ ਨਹੀਂ, ਹੌਸਲੇ ਨਾਲ ਜਿੱਤੀ ਜਾਂਦੀ ਹੈ। ਹੁਣ ਜਿਹਦਾ ਹੌਸਲਾ ਹੀ ਨਾ ਹੋਵੇ ਉਹਨੂੰ ਤੁਸੀਂ ਬੰਦੂਕ ਦੇ ਦਿਓ, ਪਿਸਤੌਲ ਦੇ ਦਿਓ, ਸਟੇਨ ਗਨ ਦੇ ਦਿਓ, AK-47 ਦੇ ਦਿਓ, ਜੇ ਅੰਦਰ ਹੀ ਦਿਲ ਹੀ ਉਹਦਾ ਕਮਜ਼ੋਰ ਹੈ ਉਹ ਕੀ ਕਰੇਗਾ? ਛੱਡ ਕੇ ਦੌੜ ਜਾਏਗਾ। ਬੋਲੋ ਹੁੰਦਾ ਕਿ ਨਹੀਂ? ਤਾਂ ਜਿਹਦੇ ਅੰਦਰ ਹਿੰਮਤ ਹੋਵੇ ਨਾ, ਹੌਸਲਾ ਹੋਵੇ, ਉਹਨੂੰ ਕੱਲਾ ਡੰਡਾ ਹੀ ਫੜਾ ਦੋ, ਡੰਡੇ ਨਾਲ ਹੀ ਲੜਨ ਤੁਰ ਪੈਂਦਾ, ਕਹਿੰਦਾ ਆ ਜਾ ਕੋਈ ਗੱਲ ਨਹੀਂ, ਡੰਡਾ ਹੀ ਬਹੁਤ ਹੈ। ਕਿਉਂਕਿ ਗੱਲ ਹਥਿਆਰਾਂ ਦੀ ਨਹੀਂ ਹੈ, ਗੱਲ ਹਿੰਮਤ ਦੀ ਹੈ। ਇਸ ਲਈ ਹਿੰਮਤ ਵਧਾਉਂਦੀ ਹੈ ਉਹ ਮਾਲਿਕ ਦੀ ਰਹਿਮਤ। ਜਦੋਂ ਆਪਣੇ ਮਾਲਿਕ ਨਾਲ ਜੁੜ ਜਾਂਦੇ ਤਾਂ ਸਾਡਾ ਹੌਸਲਾ ਇੰਨਾ ਬੜਾ ਹੋ ਜਾਂਦਾ ਕਿ ਕਿਸੇ ਦੁੱਖ ਤੋਂ ਅਸੀਂ ਡਰਦੇ ਨਹੀਂ, ਪਰਵਾਹ ਹੀ ਨਹੀਂ ਕਰਦੇ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਆਪਣੇ ਮਾਲਿਕ ਤੇ ਯਕੀਨ ਰੱਖੋ, ਫਿਰ ਦੇਖੋ ਤੁਹਾਡੇ ਜੀਵਨ 'ਚ ਕਿੰਨੀਆਂ ਖੁਸ਼ੀਆਂ ਆਉਂਦੀਆਂ ਹੈ। ਤਾਂ ਜੇ ਮਾਲਿਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਯਾਦ ਰੱਖੋ, ਜੇ ਪਿਆਸ ਲੱਗਦੀ ਪਾਣੀ ਤੱਕ ਪਹੁੰਚਣਾ ਪੈਂਦਾ ਹੈ, ਜੇ ਖੁਸ਼ਬੂ ਚਾਹੀਦੀ ਫੁੱਲਾਂ ਤੱਕ ਪਹੁੰਚਣਾ ਪੈਂਦਾ ਹੈ,
ਇਸੇ ਤਰ੍ਹਾਂ ਜੇ ਜੀਵਨ 'ਚ ਮਾਲਕ ਦੀ ਕਿਰਪਾ ਚਾਹੀਦੀ ਹੈ, ਰਹਿਮਤ ਚਾਹੀਦੀ ਹੈ, ਖੁਸ਼ੀਆਂ ਚਾਹੀਦੀਆਂ, ਤਾਂ ਫਿਰ ਫਕੀਰਾਂ, ਗੁਰੂਆਂ, ਰਹਿਬਰਾਂ ਦੇ ਘਰ ਤੱਕ, ਦਰ ਤੱਕ ਵੀ ਪਹੁੰਚਣਾ ਪੈਂਦਾ ਹੈ। ਇਸ ਲਈ ਤੁਹਾਡੇ ਜੀਵਨ 'ਚ ਵੀ ਕੋਈ ਪਰੇਸ਼ਾਨੀ ਹੈ ਨਾ, ਦੁੱਖ ਹੈ, ਤਾਂ ਡਰਨ ਦੀ ਲੋੜ ਨਹੀਂ, ਦਰਬਾਰ ਤੇ ਆ ਜਾਓ, ਸਾਰੇ ਦੁੱਖ ਦੂਰ ਹੋ ਜਾਣਗੇ। ਕਿਉਂਕਿ ਜਿੱਥੇ ਰਹਿਮਤ ਦੇ ਦਰਿਆ ਵਗਦੇ ਹੋਣ, ਇੱਕ ਵਾਰ ਆ ਕੇ ਚੁੱਭੀ ਤਾਂ ਲਾ ਕੇ ਦੇਖੋ, ਫਿਰ ਪਤਾ ਲੱਗੇਗਾ ਇਹ ਸਾਰੀ ਤਪਨ ਮਿਟ ਜਾਏਗੀ ਔਰ ਜੀਵਨ 'ਚ ਸ਼ਾਂਤੀ ਆ ਜਾਏਗੀ, ਜੀਵਨ 'ਚ ਖੁਸ਼ੀ ਆ ਜਾਏਗੀ। ਹੁਣ ਜ਼ਰਾ ਸੋਚ ਕੇ ਦੇਖੋ, ਸਤਸੰਗ 'ਚ ਖੁਸ਼ੀ ਮਿਲੀ ਕਿ ਨਹੀਂ? ਅੱਛਾ, ਕਿਹਨੂੰ ਕਿਹਨੂੰ ਆਨੰਦ ਆਇਆ ਹੈ? ਹੁਣ ਜ਼ਰਾ ਸੋਚੋ, ਜੇ ਘੰਟੇ ਡੇਢ ਘੰਟੇ ਜਿੰਨਾ ਆਨੰਦ ਤੁਹਾਡੇ ਜੀਵਨ 'ਚ ਭਰ ਸਕਦਾ, ਤਾਂ ਜੇ ਮਾਲਕ ਦੇ ਨਾਲ ਜੁੜ ਜਾਓਗੇ ਤਾਂ ਕਿੰਨਾ ਆਨੰਦ ਆ ਜਾਏਗਾ ਤੁਹਾਡੇ ਜੀਵਨ 'ਚ। ਸੋਚ ਕੇ ਦੇਖੋ ਜਰਾ, ਇੱਕ ਵਾਰ ਹੋ ਕੇ ਤਾਂ ਦੇਖੀਏ ਆਪਣੇ ਮਾਲਿਕ ਦੇ ਉੱਤੇ ਵਿਸ਼ਵਾਸ ਕਰਕੇ ਤਾਂ ਦੇਖੀਏ, ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਜੀਵਨ 'ਚ ਸਾਰੀਆਂ ਕਮੀਆਂ ਜਿਹੜੀਆਂ ਸੀ ਨਾ, ਪੂਰੀਆਂ ਹੋ ਗਈਆਂ। ਹੁਣ ਮੇਰੇ ਜੀਵਨ 'ਚ ਆਨੰਦ ਹੀ ਆਨੰਦ ਹੈ, ਮੇਰੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ। ਇਸ ਲਈ ਅੱਜ ਤੋਂ ਨਫ਼ਰਤ ਛੱਡੋ, ਪ੍ਰੇਮ ਪੈਦਾ ਕਰੋ। ਸਮਝਦੇ ਹੋ ਕਿ ਨਹੀਂ? ਕਠੋਰਤਾ ਛੱਡੋ, ਦਇਆ ਪੈਦਾ ਕਰੋ। ਝਗੜੇ ਛੱਡੋ, क्षमा ਪੈਦਾ ਕਰੋ, ਕਿਉਂਕਿ ਸਾਡੇ ਰੱਬ ਦੇ ਗੁਣ ਹੈ, ਉਹ ਭਗਵਾਨ ਪਰਮਾਤਮਾ ਪ੍ਰਭੂ ਦੇ ਗੁਣ ਹੈ। ਇਹ ਉਹਦੇ ਵਾਲੇ ਗੁਣ ਆਪਣੇ ਅੰਦਰ ਲਿਆਵਾਂਗੇ ਤਾਂ ਫਿਰ ਅਸੀਂ ਉਹਦੇ ਪਿਆਰੇ ਕਹਿਲਾਵਾਂਗੇ। ਔਰ ਜਿਹੜਾ ਉਹਦਾ ਪਿਆਰਾ ਹੋਵੇ, ਨਾ ਉਹਨੂੰ ਇੱਥੇ ਕੋਈ ਫਿਕਰ ਹੈ, ਡਰ ਹੈ, ਨਾ ਉਹਨੂੰ ਉੱਥੇ ਕੋਈ ਡਰ ਹੈ, ਕਿਉਂਕਿ ਆਪਣੇ ਪਿਆਰਿਆਂ ਦੀ ਸੰਭਾਲੋ ਹਰ ਜਗ੍ਹਾ ਕਰਦਾ ਹੈ। ਇਸ ਲਈ ਆਓ ਆਪਣੇ ਮਾਲਿਕ ਦੇ ਅਸੂਲਾਂ ਤੇ ਚੱਲੀਏ, ਆਪਣੇ ਮਾਲਿਕ ਨਾਲ ਪ੍ਰੇਮ ਕਰੀਏ ਔਰ ਆਪਣੇ ਜੀਵਨ, ਆਪਣੇ ਜਨਮ ਨੂੰ ਸਫਲ ਬਣਾਈਏ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਤੁਹਾਨੂੰ ਸੇਵਾ ਕਰਨ ਦਾ, ਸਿਮਰਨ ਕਰਨ ਦਾ ਮਾਲਿਕ ਬਲ ਬਖਸ਼ਣ ਔਰ ਤੁਹਾਡੀਆਂ ਤਕਲੀਫਾਂ, ਦੁੱਖਾਂ, ਦਰਦਾਂ ਨੂੰ ਮਾਲਿਕ ਦੂਰ ਕਰਨ। ਤੁਹਾਡੇ ਅੰਦਰ ਜਿੰਨੀਆਂ ਵੀ ਕਮੀਆਂ ਹੈ, ਮਾਲਿਕ ਉਹਨਾਂ ਕਮੀਆਂ ਨੂੰ ਦੂਰ ਕਰਕੇ ਤੁਹਾਡੇ ਅੰਦਰ ਅੱਛਾਈਆਂ ਪੈਦਾ ਕਰ ਦੇਣ, ਖੂਬੀਆਂ ਪੈਦਾ ਕਰ ਦੇਣ, ਤਾਂ ਕਿ ਤੁਸੀਂ ਸੇਵਾ, ਸਿਮਰਨ ਕਰਕੇ ਨੇਕ ਮਾਰਗ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾ ਸਕੋ। ਤੁਹਾਡੀਆਂ ਸਾਰੀਆਂ ਤਕਲੀਫਾਂ, ਦੁੱਖਾਂ, ਦਰਦਾਂ ਨੂੰ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰੇ ਔਰ ਤੁਹਾਡੀਆਂ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ, ਸੁੱਖ ਸਮਰਿੱਧੀ ਨਾਲ ਮਾਲਿਕ ਭਰਪੂਰ ਕਰਨ। ਆਉਣ ਵਾਲਾ ਸਮਾਂ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ, ਕਾਮਯਾਬੀ, ਸਫਲਤਾ ਭਰਿਆ ਹੋਵੇ, ਤੰਦਰੁਸਤੀ ਭਰਿਆ ਹੋਵੇ। ਇਹੀ ਅਸੀਂ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।